ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਲੌਂਗ ਵੀਕਐਂਡ ਤੋਂ ਬਾਅਦ ਜਿਹੜਾ ਸਾਰਿਆਂ ਦਾ ਵਧੀਆ ਦਿਨ ਚੜਿਆ ਹੋਏਗਾ ਤੇ ਲੌਂਗ ਵੀਕਐਂਡ ਵੀ ਸਾਰਿਆਂ ਦਾ ਬਹੁਤ ਸੇਫਟੀ ਨਾਲ ਨਿਕਲਿਆ ਹੋਏਗਾ, ਇਹੀ ਉਮੀਦ ਕਰਦੇ ਹਾਂ। ਅੱਜ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਗੱਲ ਕਰਾਂਗੇ। ਲੌਂਗ ਵੀਕਐਂਡ ਦੇ ਉੱਤੇ ਇੱਕ ਚੀਜ਼ ਵੱਲ ਤੁਹਾਡਾ ਜ਼ਰੂਰ ਧਿਆਨ ਗਿਆ ਹੋਣਾ, ਸਾਰੇ ਇੰਟਰਨੈਟ ਸਾਰੇ ਟੀਵੀ ਚੈਨਲ ਜਿਹੜੇ ਨੇ ਉਹ ਭਰੇ ਪਏ ਨੇ ਇਸ ਖਬਰ ਦੇ ਨਾਲ ਕਿ ਸਟੂਡੈਂਟਸ ਜਿਹੜੇ ਨੇ, ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ, ਉਹਨਾਂ ਦੀ ਬਹੁਤ ਜ਼ਿਆਦਾ ਖੱਜਲ ਖੁਆਰੀ ਹੋ ਰਹੀ ਹੈ। ਅਸੀਂ ਪਿਛਲੇ ਕਾਫੀ ਸਮੇਂ ਤੋਂ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸੁਣੀਆਂ ਜਿੱਥੇ ਵਿਦਿਆਰਥੀ ਜਿਹੜੇ ਨੇ, ਖਾਸ ਕਰਕੇ ਕੌਮਾਂਤਰੀ ਵਿਦਿਆਰਥੀ, ਉਹ ਕੈਨੇਡਾ ਦੇ ਵਿੱਚ ਖੱਜਲ ਖੁਆਰ ਹੋ ਰਹੇ ਨੇ। ਕੈਨੇਡਾ ਦੇ ਵਿੱਚ ਕਈ ਕਾਲਜਸ ਅਜਿਹੇ ਨੇ ਜਿਹੜੇ ਉਹਨਾਂ ਦੀ ਐਡਮਿਸ਼ਨ ਜਿਹੜੀ ਹੈ ਉਹ ਭਰਤੀ ਉਹਨਾਂ ਨੂੰ ਕਰ ਜ਼ਰੂਰ ਲੈਂਦੇ ਨੇ, ਪਰ ਵਿੱਚ ਰਸਤੇ ਉਹਨਾਂ ਨੂੰ ਇਹੋ ਜਿਹੀਆਂ ਕੰਪਲਿਕੇਟਡ ਚੀਜ਼ਾਂ ਦੇ ਵਿੱਚ ਪਾ ਦਿੰਦੇ ਨੇ ਜਿੱਥੇ ਉਹਨਾਂ ਦਾ ਜਿਹੜਾ ਫਿਊਚਰ ਹੈ ਉਹ ਦਾਅ ਤੇ ਲੱਗ ਜਾਂਦਾ ਹੈ। ਜਿਹੜੇ ਤਾਂ ਲੋਕਲ ਕੈਨੇਡਾ ਦੇ ਵਿੱਚ ਆਏ ਹੁੰਦੇ ਸਟੂਡੈਂਟਸ ਨੇ, ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਕਿ ਕੈਨੇਡਾ ਦੀ ਧਰਤੀ ਤੇ ਪਹੁੰਚ ਚੁੱਕੇ ਹੁੰਦੇ ਨੇ, ਉਹਨਾਂ ਦੀ ਤਾਂ ਖੱਜਲ ਖੁਆਰੀ ਹੁੰਦੀ ਹੈ। ਜਿਹੜੇ ਵਿਚਾਰੇ ਬਾਅਦ ਦੇ ਵਿੱਚ ਪ੍ਰੋਟੈਸਟ ਕਰਦੇ ਨੇ ਹਰ ਚੀਜ਼ ਲਈ, ਹਰ ਮੰਗ ਲਈ, ਪਤਾ ਨਹੀਂ ਕਿੱਥੇ ਕਿੱਥੇ ਦਰ ਭਟਕਦੇ ਨੇ, ਮੀਡੀਆ ਤੱਕ ਵੀ ਪਹੁੰਚ ਕਰਦੇ ਨੇ। ਅਜਿਹੇ ਵਿੱਚ ਬਹੁਤ ਵੱਡਾ ਤਬਕਾ ਸਟੂਡੈਂਟਾਂ ਦਾ ਉਹ ਹੁੰਦਾ ਜਿਹੜਾ ਕਿ ਪੰਜਾਬ ਦੇ ਵਿੱਚ ਜਾਂ ਕਹਿ ਲਓ ਇੰਡੀਆ ਦੇ ਵਿੱਚ ਬੈਠਾ ਹੋਇਆ ਹੈ। ਉਹ ਆਨਲਾਈਨ ਜੁੜੇ ਹੁੰਦੇ ਨੇ, ਉਹਨਾਂ ਨੇ ਆਨਲਾਈਨ ਆਪਣੀਆਂ ਫੀਸਾਂ ਭਰੀਆਂ ਹੁੰਦੀਆਂ ਨੇ, ਪਰ ਬਾਅਦ ਦੇ ਵਿੱਚ ਇੱਥੋਂ ਕੁਝ ਅਜਿਹੀ ਚੀਜ਼ ਕਹਿ ਦਿੱਤੀ ਜਾਂਦੀ ਹੈ ਕਿ ਉਹਨਾਂ ਦਾ ਵੀ ਵਿੱਚ ਫਿਊਚਰ ਦਾਅ ਤੇ ਲੱਗ ਜਾਂਦਾ। ਉਹ ਧਰੇ ਧਰਾਏ ਉੱਥੇ ਬੈਠੇ ਰਹਿ ਜਾਂਦੇ ਨੇ, ਜਿਹਦੇ ਕਰਕੇ ਬਹੁਤ ਸਾਰੀਆਂ ਕੰਪਲੇਂਟਸ ਸਟੂਡੈਂਟਸ ਕਰਦੇ ਵੀ ਨੇ ਕਿ ਸਾਡੇ ਨਾਲ ਕਾਲਜ ਜਿਹੜੇ ਨੇ ਇੱਥੋਂ ਦੇ ਕੈਨੇਡੀਅਨ ਕਾਲਜ, ਉਹ ਸਾਨੂੰ ਪਹਿਲਾਂ ਸਾਡੇ ਤੋਂ ਫੀਸਾਂ ਲੈ ਲੈਂਦੇ ਨੇ, ਐਡਮਿਸ਼ਨ ਦੇ ਦਿੰਦੇ ਨੇ, ਬਾਅਦ ਚੋਂ ਖੱਜਲ ਖੁਆਰੀ ਸਾਡੇ ਨਾਲ ਕਰਦੇ ਨੇ। ਹੁਣ ਹਾਲ ਹੀ ਦੇ ਵਿੱਚ ਜਿਹੜਾ ਅਸੀਂ ਮਾਮਲਾ ਦੇਖਿਆ ਹੈਗਾ ਅਲਫਾ ਕਾਲਜ ਦਾ ਸਕਾਰਬੋਰੋ ਦੇ ਵਿੱਚ, ਉਸ ਮਾਮਲੇ ਦੇ ਵਿੱਚ ਕਾਫੀ ਹੱਦ ਤੱਕ ਕਾਲਜ ਦੇ ਵਿੱਚ ਇਨਰੋਲਮੈਂਟ ਦਾ ਇਸ਼ੂ ਬਹੁਤ ਵੱਡਾ ਚੱਲ ਰਿਹਾ ਹੈ। ਡ੍ਰੌਪ ਕਰ ਦਿੱਤੇ ਜਾ ਰਹੇ ਨੇ ਜਿਹੜੇ ਉਹਨਾਂ ਦੇ ਕੋਰਸ ਨੇ ਸਟੂਡੈਂਟਸ ਦੇ, ਅਜਿਹੀਆਂ ਸ਼ਿਕਾਇਤਾਂ ਵੀ ਆ ਰਹੀਆਂ ਨੇ। ਅਚਾਨਕ ਇਨਰੋਲਮੈਂਟ ਦਾ ਅਜਿਹਾ ਇਹਨਾਂ ਦੇ ਉੱਤੇ ਬੋਝ ਪਾ ਦਿੱਤਾ ਗਿਆ ਕਿ ਜਿਹਦੇ ਕਰਕੇ ਇਹਨਾਂ ਨੂੰ ਇਨਰੋਲਮੈਂਟ ਲੈਟਰ ਨਾ ਮਿਲਣਾ ਇਹਨਾਂ ਦੇ ਫਿਊਚਰ ਦੇ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਰਿਹਾ ਹੈ। ਇਸ ਵੇਲੇ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉੱਥੇ ਪ੍ਰੋਟੈਸਟ ਵੀ ਕਰ ਰਹੇ ਨੇ, ਆਪਣੇ ਤੌਰ ਦੇ ਉੱਤੇ ਕਾਲਜ ਦੇ ਬਾਹਰ ਬੈਠੇ ਹੋਏ ਨੇ ਤੰਬੂ ਲਗਾ ਕੇ ਕਿ ਉਹਨਾਂ ਦੀ ਕੋਈ ਹੈਲਪ ਕਰੇ। ਕਮਿਊਨਿਟੀ ਦੇ ਲੋਕ, ਹੋਰ ਜਿਹੜੀਆਂ ਨੇ ਸਮਾਜ ਸੇਵੀ ਸੰਸਥਾਵਾਂ ਕਹਿ ਸਕਦੇ ਨੇ, ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨਾਨ ਪ੍ਰੋਫਿਟ ਅਜਿਹੀਆਂ ਨੇ ਜਿਹੜੀਆਂ ਕਿ ਇਹਨਾਂ ਸਟੂਡੈਂਟਸ ਦੇ ਕੋਲ ਪਹੁੰਚ ਰਹੀਆਂ ਨੇ, ਇਹਨਾਂ ਦਾ ਹਾਲ ਚਾਲ ਪੁੱਛ ਰਹੀਆਂ ਨੇ ਤੇ ਇਹਨਾਂ ਦੀ ਮਦਦ ਕਰ ਰਹੀਆਂ ਨੇ। ਪਰ ਇਸ ਵੇਲੇ ਜ਼ਰੂਰਤ ਹੈ ਕਿ ਇੱਥੇ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਜਦੋਂ ਮੁੱਦਾ ਹੈ, ਜੋ ਉਹਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ, ਕਾਲਜ ਇੱਥੋਂ ਦੇ ਕਰ ਰਹੇ ਨੇ, ਤਾਂ ਉਹਦੇ ਵਿੱਚ ਸਾਰੇ ਮਿਲ ਕੇ ਜਿਹੜਾ ਉਹਨਾਂ ਦੇ ਨਾਲ ਖੜੀਏ ਯੂਨਿਟੀ ਦੇ ਨਾਲ, ਤਾਂ ਕਿ ਉਹਨਾਂ ਨੂੰ ਇਨਸਾਫ ਐਟਲੀਸਟ ਮਿਲ ਸਕੇ, ਕਿਉਂਕਿ ਬਹੁਤ ਸਾਰਾ ਕਰਜ਼ਾ ਚੱਕ ਕੇ ਉਹਨਾਂ ਨੇ ਆਪਣੀਆਂ ਫੀਸਾਂ ਭਰੀਆਂ ਹੁੰਦੀਆਂ ਨੇ। ਇਸ ਵੇਲੇ ਇਸ ਦੇ ਵਿੱਚ ਬਹੁਤ ਸਾਰੇ ਅਜਿਹੇ ਨੌਜਵਾਨ ਸਟੂਡੈਂਟਸ ਕਹਿ ਸਕਦੇ ਹੈਗੇ ਨੇ ਜਿਹੜੇ ਕਿ ਭਾਰਤ ਦੇ ਵਿੱਚ ਬੈਠੇ ਹੋਏ ਨੇ, ਪੰਜਾਬ 'ਚ ਬੈਠੇ ਨੇ, ਜਿਹੜੇ ਕਿ ਖੱਜਲ ਖੁਆਰ ਹੋ ਰਹੇ ਨੇ, ਜਿਨ੍ਹਾਂ ਨੂੰ ਕਿਹਾ ਗਿਆ ਸੀ ਉਹ ਇਸ ਸਮੈਸਟਰ ਦੇ ਵਿੱਚ ਕਰ ਸਕਦੇ ਨੇ, ਉਹਨਾਂ ਨੇ ਐਡਮਿਸ਼ਨਾਂ ਇਸ ਸਮੈਸਟਰ ਦੀਆਂ ਭਰੀਆਂ, ਪਰ ਹੁਣ ਉਹਨਾਂ ਨੂੰ ਅਗਲੇ ਸਮੈਸਟਰ ਦੇ ਉੱਤੇ ਪਾ ਦਿੱਤਾ ਗਿਆ। ਸਾਰਾ ਮਾਮਲਾ ਹੈ ਕੀ ਹੈ, ਕਿੱਥੋਂ ਤੱਕ ਗੱਲ ਪਹੁੰਚੀ ਹੈ, ਮੰਗਾਂ ਕੀ ਨੇ ਵਿਦਿਆਰਥੀਆਂ ਦੀਆਂ, ਕਿੰਨੀਆਂ ਕੁ ਪੂਰੀਆਂ ਹੋ ਗਈਆਂ ਨੇ, ਕਿੰਨੀਆਂ ਹਜੇ ਵੀ ਸਟਿਲ ਇਦਾਂ ਹੀ ਪੈਂਡਿੰਗ ਪਈਆਂ ਨੇ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਬਹੁਤ ਸਾਰੇ ਸਟੂਡੈਂਟਸ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਸਟੂਡੀਓ ਦੇ ਵਿੱਚ। ਪਹਿਲਾਂ ਮੈਂ ਤੁਹਾਨੂੰ ਮੁਖਾਤਿਬ ਕਰਾਂਦਾ, ਸਟੂਡੀਓ ਦੇ ਵਿੱਚ ਮੇਰੇ ਨਾਲ ਜਸਕਰਨ ਸਿੰਘ ਪਹੁੰਚੇ ਹੋਏ ਨੇ। ਜਸਕਰਨ ਦੇ ਨਾਲ ਜਸ਼ਨਪ੍ਰੀਤ ਸਿੰਘ ਵੀ ਮੇਰੇ ਨਾਲ ਇੱਥੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ, BC ਦੇ ਸਟੂਡੈਂਟ ਨੇ, ਇਹਨਾਂ ਦੇ ਨਾਲ ਵੀ ਇਸ ਸੰਬੰਧੀ ਗੱਲਬਾਤ ਕਰਾਂਗੇ। ਤੇ ਇਸ ਤੋਂ ਇਲਾਵਾ ਟੋਰਾਂਟੋ ਤੋਂ ਪੁਸ਼ਪਦੀਪ ਸਿੰਘ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ, ਤੇ ਟੋਰਾਂਟੋ ਤੋਂ ਦਿਲਪ੍ਰੀਤ ਕੌਰ ਜਿਹੜੇ ਨੇ ਉਹ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਜੁੜੇ ਜਿਹੜੇ ਕਿ ਇਸ ਵੇਲੇ ਦਿਲਪ੍ਰੀਤ ਕੌਰ ਦਾ ਦੱਸਦੀ ਹੈ, ਇਸ ਵੇਲੇ ਜਿਹੜਾ ਕਾਲਜ ਦੇ ਬਾਹਰ ਪ੍ਰੋਟੈਸਟ ਹੋ ਰਿਹਾ ਹੈ ਜਾਂ ਕਹਿ ਲਓ ਇਨਸਾਫ ਦੀ ਉੱਥੇ ਮੰਗ ਕਰਨ ਲਈ ਸਾਰੇ ਵਿਦਿਆਰਥੀ ਜੁੜੇ ਹੋਏ ਨੇ। ਦਿਲਪ੍ਰੀਤ ਉਸ ਗਰੁੱਪ ਦੇ ਵਿੱਚ ਵੀ ਇਸ ਵੇਲੇ ਸ਼ਾਮਿਲ ਹੈਗੇ ਨੇ, ਉੱਥੋਂ ਜੁੜ ਕੇ ਸਾਨੂੰ ਉੱਥੋਂ ਦਾ ਹਾਲ ਜਿਹੜਾ ਉਹ ਸਾਰਾ ਦੱਸਣਗੇ। ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦੀ ਹਾਂ ਪੁਸ਼ਪਦੀਪ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਪੁੱਛਦੇ ਹਾਂ, ਤੁਸੀਂ ਟੋਰਾਂਟੋ ਦੇ ਵਿੱਚ ਹੋ ਇਸ ਵੇਲੇ, ਸਾਨੂੰ ਉੱਥੋਂ ਦੇ ਸੂਰਤ ਹਾਲ ਦੱਸੋ ਕਿ ਇਸ ਵੇਲੇ ਚੱਲ ਕੀ ਰਿਹਾ, ਕੀ ਖਬਰ ਤੁਹਾਡੇ ਤੱਕ ਹੁਣ ਤੱਕ ਪਹੁੰਚ ਰਹੀ ਹੈ, ਕੀ ਕੋਈ ਲੱਗ ਰਿਹਾ ਵੀ ਜਲਦੀ ਇਹ ਮਸਲਾ ਹੱਲ ਹੋ ਜਾਏਗਾ? ਪਹਿਲਾਂ ਤਾਂ ਮੈਂ ਸਾਰੇ ਵੀਰ ਨੂੰ ਜੀ ਸਤਿ ਸ਼੍ਰੀ ਅਕਾਲ ਕਰਾਉਣਾ ਚਾਹੁੰਦਾ। ਲੇਟੈਸਟ ਅਪਡੇਟ ਇਹ ਹੈ ਜੀ, ਬੱਚਿਆਂ ਨੂੰ ਕਾਲਜ ਦੀ ਪ੍ਰੋਪਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਕਾਲਜ ਦੇ ਚਾਰ ਦੀਵਾਰੀ ਤੇ ਫੈਂਸਿੰਗ ਕਰ ਦਿੱਤੀ ਗਈ ਹੈ ਤਾਂ ਕਿ ਕੋਈ ਉਸਨੂੰ ਐਕਸੈਸ ਨਾ ਕਰ ਸਕੇ। ਤੇ ਬੀਤੇ ਵੀਕਐਂਡ ਉੱਤੇ ਕਾਫੀ ਇਕੱਠਾ ਹੋਇਆ ਸੀ ਸਟੂਡੈਂਟਸ ਦਾ ਤੇ ਆਰਗੇਨਾਈਜੇਸ਼ਨਸ ਦਾ, ਜਿਸ ਨੂੰ ਲੈ ਕੇ ਕਾਲਜ ਦੇ ਅਥਾਰਟੀਜ਼ ਤੇ ਮੈਨੇਜਮੈਂਟ ਥੋੜਾ ਸ਼ਾਇਦ ਡਰ ਗਏ ਨੇ, ਇਸ ਕਰਕੇ ਉਹਨਾਂ ਨੇ ਸਾਰੀ ਬੈਰੀਗੇਟਿੰਗ ਐਂਡ ਫੈਂਸਿੰਗ ਕਰਤੀ ਹੈ ਜੀ। ਤੇ ਸਟੂਡੈਂਟਸ ਦੇ ਮਸਲੇ ਦਾ ਜਿਹੜੇ ਕੈਨੇਡਾ ਵਿੱਚ ਪ੍ਰੈਜ਼ੈਂਸ ਨੇ, ਜਿਨ੍ਹਾਂ ਦੀ ਪ੍ਰੈਜ਼ੈਂਟ ਇੱਥੇ ਹੈਗੀ ਅਲਫਾ ਕਾਲਜ ਵਿੱਚ ਐਨਰੋਲ ਨੇ, ਉਹਨਾਂ ਨੂੰ ਐਨਰੋਲਮੈਂਟ ਲੈਟਰਸ ਇਹ ਵੀਕਐਂਡ ਦੇ ਉੱਪਰ ਇਸ ਪ੍ਰੋਟੈਸਟ ਤੋਂ ਬਾਅਦ ਦੇ ਦਿੱਤੇ ਗਏ ਹਨ, ਵਿੱਚ ਕੁਝ ਕੁ ਸਟੂਡੈਂਟਸ ਹਜੇ ਬਾਕੀ ਨੇ। ਸੁਣਨ 'ਚ ਇਹ ਆਇਆ, ਜੋ ਅਪਡੇਟ ਸਟੂਡੈਂਟਸ ਵੱਲੋਂ ਮਿਲੀ ਹੈ, ਵੀ 10 ਤੋਂ 15 ਸਟੂਡੈਂਟਸ ਜਿਹੜੇ ਕਿ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਨੇ, ਉਹਨਾਂ ਦਾ ਇਹ ਮਸਲਾ ਰਹਿ ਗਿਆ ਆ ਤੇ ਉਹਨਾਂ ਨੂੰ ਸਕੈਜੂਲ ਵੀ ਦੇ ਦਿੱਤੇ ਗਏ ਨੇ। ਉਹਨਾਂ ਦਾ ਜੋ ਵਰਚੁਅਲ ਪੋਰਟਲ ਹੈ, ਸਟੂਡੈਂਟ ਪੋਰਟਲ ਹੈ, ਉਹਨਾਂ ਦਾ ਐਕਸੈਸ ਵੀ ਉਹਨਾਂ ਨੂੰ
ਦੇ ਦਿੱਤਾ ਗਿਆ ਹੈ। ਇਹ ਇੱਥੋਂ ਦੀ ਲੇਟੈਸਟ ਖਬਰ ਹੈ ਜੀ। ਪੁਸ਼ਪਦੀਪ ਨਾਲ ਜੁੜੇ ਰਹਿਣਾ, ਅਪਡੇਟ ਨਾਲ ਦੀ ਨਾਲ ਅਸੀਂ ਤੁਹਾਡੇ ਕੋਲ ਹੋਰ ਵੀ ਲੈਂਦੇ ਰਵਾਂਗੇ। ਜਸ਼ਨ, ਇੱਥੇ ਬਹੁਤ ਹੀ ਜਿਹੜਾ ਇਹ ਕਹਿ ਸਕਦੇ ਆ ਕਿ ਵੱਡਾ ਇਸ਼ੂ ਹੈ ਜਿਹਨੂੰ ਸੋਲਵ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਇੱਥੇ BC ਤੋਂ ਨਾਲ ਜੁੜੇ ਹੋਏ ਹੋ, ਤੁਸੀਂ ਇਸ ਸਾਰੇ ਮੁੱਦੇ ਨੂੰ ਜਿਹੜਾ ਇੱਥੇ BC ਦੇ ਅਕੋਰਡਿੰਗਲੀ ਕਿਵੇਂ ਦੇਖ ਰਹੇ ਹੋ, ਕਿਵੇਂ ਇਹਨਾਂ ਦੀ ਹੈਲਪ ਕਰ ਰਹੇ ਹੋ? ਤੁਸੀਂ ਇਸ ਮਾਮਲੇ ਨੂੰ ਕਿੰਨਾ ਕੁ ਜਿਹੜਾ ਜਾਂਚ ਪੜਤਾਲ ਦੀ ਕੀਤੀ? ਦੇਖੋ ਤੁਸੀਂ ਸਟੂਡੈਂਟ ਹੋ, ਤੁਸੀਂ ਆਪਣੀ ਸਟੱਡੀ ਇਸ ਵੇਲੇ ਜਸ਼ਨ ਕੰਪਲੀਟ ਕਰ ਚੁੱਕੇ ਹੋ, ਜਿਸ ਕਾਰਨ ਤੁਸੀਂ ਵੀ ਕੰਪਲੀਟ ਕਰ ਚੁੱਕੇ ਹੋ, ਤੇ ਬਤੌਰ ਤੁਹਾਨੂੰ ਵੀ ਇਦਾਂ ਦੀਆਂ ਕਾਲਜਾਂ ਵੱਲੋਂ ਮੁਸ਼ਕਿਲਾਂ ਆਈਆਂ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਅਸੀਂ ਕਾਲਜਸ ਦੇ ਵਿੱਚ ਇਦਾਂ ਦੀਆਂ ਮੁਸ਼ਕਿਲਾਂ ਦੀਆਂ ਅਲੱਗ-ਅਲੱਗ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਸੁਣ ਰਹੇ ਹਾਂ। ਸੋ ਜਸ਼ਨ, ਪਹਿਲਾਂ ਤੁਹਾਡਾ ਕਮੈਂਟ ਚਾਹਾਂਗੀ ਮੈਂ ਤੇ ਜੀ। ਸੋ ਸਾਨੂੰ ਪਿਛਲੇ ਹਫਤੇ ਜਿਹੜੀ ਹੈਗੀ ਕਾਫੀ ਵਿਦਿਆਰਥੀਆਂ ਨੇ ਉਹ ਪਹੁੰਚ ਕੀਤੀ ਸੀ, ਇਹਦੇ ਬਾਬਤ ਵੀ ਆਪਾਂ ਵੀ ਸਾਡੇ ਨਾਲ ਜਿਹੜਾ ਉੱਥੇ ਧੱਕਾ ਕਾਲਜ ਵੱਲੋਂ ਉਹ ਹੋ ਰਿਹਾ ਹੈ ਨਾ। ਸ਼ੁਰੂ ਦੇ ਵਿੱਚ ਸਾਨੂੰ ਲੱਗਾ ਕਿ ਸ਼ਾਇਦ ਜਿੱਦਾਂ ਕਈ ਵਾਰੀ ਉਹ ਉੱਦਾਂ ਇਨਰੋਲਮੈਂਟ ਲੈਟਰ ਦੀ ਕੋਈ ਸਮੱਸਿਆ ਹੁੰਦੀ ਹੈ, ਉਸ ਕਰਕੇ ਉਹਨਾਂ ਨੇ ਮਨਾ ਕਰ ਦਿੱਤਾ ਹੋਣਾ ਹੈ ਨਾ। ਪਰ ਜਦੋਂ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਤਾਂ ਫਿਰ ਉਸ ਤਰੀਕੇ ਨਾਲ ਸਾਡੇ ਕੋਲੇ ਲਗਾਤਾਰ ਜਦੋਂ ਇਹ ਗੱਲਬਾਤ ਕਾਫੀ ਵਿਦਿਆਰਥੀਆਂ ਨੇ ਕੀਤੀ ਤਾਂ ਫਿਰ ਅਸੀਂ ਇਹਨੂੰ ਜਿਹੜੀ ਹੈਗੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਉਸੇ ਸਮੇਂ ਆਪਣੀ ਟੀਮ ਦੇ ਸੇਵਾਦਾਰ ਬਾਈ ਪੁਸ਼ਪਦੀਪ ਉੱਥੇ ਕਾਲਜ ਜਾ ਕੇ ਆਏ, ਇਹਨਾਂ ਦੇ ਨਾਲ ਸਾਡੇ ਬਾਈ ਦੂਜੇ ਸੁਖਦੀਪ ਸਿੰਘ ਉਹ ਮੌਕੇ ਤੇ ਜਾ ਕੇ ਆਏ ਹੈ ਨਾ। ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਹੜੀ ਇਹ ਖੱਜਲ ਖੁਆਰੀ ਹੈ ਇਹ ਕਾਫੀ ਵਿਦਿਆਰਥੀਆਂ ਦੇ ਨਾਲ ਜਿਹੜੀ ਉੱਥੇ ਹੋਈ ਹੈ। ਤਾਂ ਹੋਇਆ ਕੀ ਹੈ ਕਿ ਇਹ ਇੱਕ ਅਲਫਾ ਕਾਲਜ ਜਿਹੜਾ ਕਿ ਪ੍ਰਾਈਵੇਟ ਕਾਲਜ ਆ। ਇਹਨਾਂ ਦਾ ਜੇ ਤੁਸੀਂ ਆਪਣਾ CIC ਦੀ ਵੈਬਸਾਈਟ ਦੇ ਉੱਤੇ ਆਪਾਂ ਜਾ ਕੇ ਚੈੱਕ ਕਰਾਂਗੇ DLI ਕਾਲਜਸ ਦੇ ਵਿੱਚ, ਤਾਂ ਉਹਦੇ ਪਿੱਛੇ ਸਾਫ਼ ਲਿਖਿਆ ਹੋਇਆ ਕਿ ਵਰਕ ਪਰਮਿਟ ਆ ਜਿਹੜਾ ਉਹ ਵੀ ਨਹੀਂ ਦਿੰਦੇ ਹਨਾ। ਇਹ ਸੈਂਟ ਲਾਰੈਂਸ ਕਾਲਜ ਦੇ ਨਾਲ ਜਿਹੜਾ ਹੈਗਾ ਉਹ ਐਸੋਸੀਏਟਡ ਹੈ। ਤਾਂ ਸੈਂਟ ਲਾਰੈਂਸ ਕਾਲਜ ਦਾ ਜਿਹੜਾ ਨਾਮ ਆ ਉਹ ਕਾਫੀ ਜ਼ਿਆਦਾ ਟੋਰਾਂਟੋ ਏਰੀਆ ਦੇ ਵਿੱਚ, ਓਨਟਾਰੀਓ ਦੇ ਵਿੱਚ ਹਨਾ। ਤਾਂ ਵਿਦਿਆਰਥੀ ਉਸੇ ਕਹਿ ਲਓ ਭੁੱਲ ਭੁਲੇਖੇ ਦੇ ਵਿੱਚ ਐਂ ਲੱਗਦਾ ਵੀ ਉਹਨਾਂ ਦੀ ਇੱਕ ਬ੍ਰਾਂਚ ਅਸੀਂ ਇੱਥੇ ਜਿਹੜੀ ਐਡਮਿਸ਼ਨ ਆ ਉਹ ਲੈ ਸਕਦੇ ਹਾਂ, ਉਹਨਾਂ ਨੇ ਉਹ ਐਡਮਿਸ਼ਨ ਆ ਜਿਹੜੀ ਉਹ ਲਈ। ਕਾਫੀ ਵਿਦਿਆਰਥੀ ਨੇ ਜਿਹੜੇ ਇੱਥੇ ਨੇ ਜਿਨ੍ਹਾਂ ਦੀ ਪੜ੍ਹਾਈ ਇਸ ਕਾਲਜ ਦੇ ਵਿੱਚ ਚੱਲ ਰਹੀ ਹੈ, ਪਿਛਲਾ ਸਮੈਸਟਰ ਉਹਨਾਂ ਨੇ ਲਾਇਆ। ਕਾਫੀ ਵਿਦਿਆਰਥੀ ਨੇ ਜਿਹੜੇ ਇਸ ਸਮੈਸਟਰ ਦੇ ਵਿੱਚ ਪੰਜਾਬ ਤੋਂ ਆ ਰਹੇ ਨੇ, ਕੁਝ ਕੁ ਸਪਟੈਂਬਰ ਦੇ ਲਈ ਵੀ ਜਿਹੜੇ ਨੇ ਉਹ ਆ ਰਹੇ ਨੇ। ਹੁਣ ਉਹਨਾਂ ਨੂੰ ਜਿਨ੍ਹਾਂ ਨੇ ਤਾਂ ਆਹ ਸਮੈਸਟਰ ਦੇ ਵਿੱਚ ਪੜ੍ਹਨਾ ਸੀਗਾ ਉਹਨਾਂ ਨੂੰ ਤਾਂ ਆਨਲਾਈਨ ਜਿਹੜਾ ਸਕੈਜੂਲ ਹੈ ਉਹ ਨਹੀਂ ਦਿੱਤਾ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਆਪਾਂ ਇਸ ਜਿਹੜਾ ਸਮੈਸਟਰ ਨੂੰ ਸਸਪੈਂਡ ਕਰ ਰਹੇ ਹਾਂ, ਤੁਸੀਂ ਨੈਕਸਟ ਸਮੈਸਟਰ ਦੇ ਵਿੱਚ ਜਿਹੜਾ ਹੈਗਾ ਉਹ ਇਨਰੋਲ ਕਰ ਲਿਓ। ਹੁਣ ਇਹ ਸਮੱਸਿਆ ਆਉਂਦੀ ਕਿੱਥੋਂ, ਜਿੰਨੀ ਕਿ ਸਾਡੇ ਸਮਝ ਦੇ ਵਿੱਚ ਪੈਂਦੀ ਹੈ ਉਹ ਇਹ ਹੈ ਕਿ ਜਦੋਂ ਤੋਂ ਕੋਵਿਡ ਸ਼ੁਰੂ ਹੋਇਆ, ਵਰਚੁਅਲ ਕਲਾਸਿਸ ਸ਼ੁਰੂ ਹੋਈਆਂ ਹਨ, ਤਾਂ ਕਾਲਜ ਜਿਹੜੇ ਸੀਗੇ ਫਾਈਨੈਂਸ਼ੀਅਲੀ ਕਾਫੀ ਘਾਟੇ ਦੇ ਵਿੱਚ ਚਲੇ ਗਏ ਕਹਿ ਲਓ, ਕਿਉਂਕਿ ਪਹਿਲਾਂ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹਨਾਂ ਦੇ ਲਈ ਇੱਕ ਬਹੁਤ ਪੈਸੇ ਬਣਾਉਣ ਦਾ ਇੱਕ ਮੋਟਾ ਸਾਧਨ ਨੇ ਹਨਾ, ਇਸੇ ਲਈ ਕਾਲਜ ਵੀ ਧੜਾ-ਧੜ ਖੋਲ੍ਹੇ ਜਾ ਰਹੇ ਨੇ। ਤਾਂ ਉਹਦੇ ਵਿੱਚ ਹੋਇਆ ਕਿ ਐਡਮਿਸ਼ਨਸ ਦੀ ਜਿਹੜੀ ਗਿਣਤੀ ਆ ਉਹਦੇ ਉੱਤੇ ਕੋਈ ਕੈਪ ਨਹੀਂ ਸੀ, ਤੁਸੀਂ ਕਿੰਨੇ ਵਿਦਿਆਰਥੀਆਂ ਨੂੰ ਕਰ ਸਕਦੇ ਹੋ ਹਨਾ। ਹੁਣ ਮੰਨ ਲਓ 100 ਵਿਦਿਆਰਥੀਆਂ ਕੋਲੇ ਵੀ ਉਹਦੀ ਜੇਕਰ ਐਡਮਿਸ਼ਨ ਹੈ ਇੱਕ ਸਮੈਸਟਰ ਦੇ ਵਿੱਚ, ਤਾਂ ਕਮਰੇ ਉੱਥੇ ਉਹਨਾਂ ਕੋਲੇ 2 ਜਾਂ 3 ਨੇ। ਇੱਕ ਕਾਲਜ ਦੀ ਗੱਲ ਨਹੀਂ, ਜ਼ਿਆਦਾਤਰ ਪ੍ਰਾਈਵੇਟ ਕਾਲਜਾਂ ਦੀ ਗੱਲ ਹੈ, ਉਹ ਕੇਟਰ ਹੀ ਨਹੀਂ ਕਰ ਸਕਦੇ ਹਨਾ। ਤਾਂ ਇਹ ਗੱਲ ਜਦੋਂ ਕਾਲਜਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਾਲਜਸ ਦੀ ਮੈਨੇਜਮੈਂਟ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਸੀ, ਹੁਣ ਵੀ ਹੈਗੀ ਹੈ, ਕਿਉਂਕਿ ਇਹ ਸਮੱਸਿਆ ਇੱਕ ਕਾਲਜ ਦੀ ਨਹੀਂ, ਬਹੁਤ ਸਾਰੇ ਕਾਲਜਸ ਦੀ ਆ। ਇੱਕ ਕਾਲਜ ਨੇ ਇਹ ਸਮੱਸਿਆ ਦਿੱਤੀ ਵਿਦਿਆਰਥੀਆਂ ਨੂੰ, ਇੱਕਦਮ ਇਸੇ ਕਰਕੇ ਪ੍ਰੋਟੈਸਟ ਚੱਲ ਰਿਹਾ, ਜਿਹੜੀ ਸਾਰੀ ਗੱਲਬਾਤ ਉਹ ਆਪਾਂ ਨੂੰ ਜਿਹੜੀ ਸੁਣਨ ਨੂੰ ਮਿਲ ਰਹੀ ਹੈ। ਪਰ ਆਉਂਦੇ ਟਾਈਮ ਦੇ ਵਿੱਚ ਹੋਰ ਵੀ ਕਾਲਜਸ ਆ ਜਿਹੜੇ ਉਹ ਜ਼ਰੂਰ ਕਰਨਗੇ ਹਨਾ, ਕਿਉਂਕਿ ਉਹਨਾਂ ਦੀ ਵੀ ਇੱਕ ਤਰੀਕੇ ਨਾਲ ਮਜਬੂਰੀ ਆ। ਉਹ ਇਨਰੋਲਮੈਂਟ ਲੈਟਰ ਜਿਹੜੇ ਹੈਗੇ ਨੇ ਉਹ ਜ਼ਿਆਦਾ ਦੇ ਚੁੱਕੇ ਨੇ ਹਨਾ, ਵਿਦਿਆਰਥੀਆਂ ਨੂੰ ਜ਼ਿਆਦਾ ਇਨਰੋਲ ਕਰ ਚੁੱਕੇ ਨੇ, ਉਨੀ ਉਹਨਾਂ ਕੋਲੇ ਫੈਸਿਲਿਟੀ ਹੈ ਨਹੀਂ। ਹੁਣ ਜੇ ਉਹ ਇਹਨਾਂ ਵਿਦਿਆਰਥੀਆਂ ਨੂੰ ਵੀ ਜਦੋਂ ਇਹ ਅਲਫਾ ਕਾਲਜ ਦੁਬਾਰਾ ਕੇਟਰ ਕਰੂਗਾ, ਜਾਂ ਤਾਂ ਉਹਨਾਂ ਨੂੰ ਸਟਾਫ ਜ਼ਿਆਦਾ ਲੈ ਕੇ ਆਉਣਾ ਪਊਗਾ, ਕਲਾਸਿਸ ਦੇ ਸਕੈਜੂਲ ਜ਼ਿਆਦਾ ਕਰਨੇ ਪੈਣਗੇ। ਉਹ ਖਰਚਾ ਬਚਾਉਣ ਦੇ ਲਈ ਉਹ ਚਾਹੁੰਦੇ ਸੀ ਵੀ ਚਲੋ ਕੋਈ ਨਾ, ਇਸ ਸਮੈਸਟਰ ਉੱਦਾਂ ਵੀ ਸਲੋ ਹੁੰਦਾ, ਵਿਦਿਆਰਥੀਆਂ ਨੂੰ ਕਹਿ ਦਾਂਗੇ ਵੀ ਕੋਈ ਨਾ ਆਪਾਂ ਅਗਲੇ ਸਮੈਸਟਰ ਦੇ ਵਿੱਚ ਜਿਹੜਾ ਹੈਗਾ ਉਹ ਕਰ ਲਾਂਗੇ ਹਨਾ। ਤਾਂ ਉੱਥੇ ਕਿਤੇ ਨਾ ਕਿਤੇ ਇੱਕ ਕਮਿਊਨੀਕੇਸ਼ਨ ਦੇ ਵਿੱਚ ਵੀ ਜਿਹੜਾ ਹੈਗਾ ਉਹ ਗੈਪ ਰਿਹਾ ਹਨਾ। ਕਿਉਂਕਿ ਜਿਹੜੀ ਇਹ ਗੱਲਬਾਤ ਹੈ, ਜੇ ਵਿਦਿਆਰਥੀ ਪਹਿਲੀ ਪ੍ਰਪੇਅਰ ਹੋਣ, ਜਿਵੇਂ ਹੁਣ ਕਾਲਜ ਵੀ ਹੁਣ ਇਹ ਦਲੀਲ ਦੇ ਰਿਹਾ ਵੀ ਗਰਮੀਆਂ ਦਾ ਜਿਹੜਾ ਸਮੈਸਟਰ ਹੁੰਦਾ, ਸਮਰ ਸਮੈਸਟਰ ਹੁੰਦਾ, ਇਹਦੇ ਵਿੱਚ ਨਾਰਮਲੀ ਆਫ ਲੈ ਸਕਦੇ ਹੋ। ਤਾਂ ਜਿਹੜੇ ਕਾਲਜਸ ਦੇ ਵਿੱਚ ਆਫ ਹੁੰਦਾ ਉਹ ਵਿਦਿਆਰਥੀਆਂ ਨੂੰ ਪਤਾ ਹੁੰਦਾ, ਵਿਦਿਆਰਥੀ ਤੁਹਾਨੂੰ ਫੀਸਾਂ ਭਰ ਚੁੱਕੇ ਨੇ, ਉਹ ਆਪਣਾ ਸਾਰਾ ਕੁਝ ਉਸ ਤਰੀਕੇ ਨਾਲ ਸੈੱਟ ਕਰ ਚੁੱਕੇ ਨੇ, ਪੰਜਾਬ ਤੋਂ ਆਉਣ ਵਾਲੇ ਆਪਣੀ ਤਿਆਰੀ ਖਿੱਚ ਰਹੇ ਨੇ। ਤੁਸੀਂ ਮੌਕੇ ਤੇ ਆ ਕੇ ਕਹਿ ਰਹੇ ਹੋ ਕਿ ਅਸੀਂ ਇਨਰੋਲਮੈਂਟ ਲੈਟਰ ਨਹੀਂ ਦੇ ਸਕਦੇ, ਤਾਂ ਉਹਦੇ ਵਿੱਚ ਕਰਕੇ ਜਿਹੜੀ ਸਮੱਸਿਆ ਉਹ ਇਹ ਵੱਡੇ ਪੱਧਰ ਦੇ ਉੱਤੇ ਜਿਹੜੀ ਪਹੁੰਚੀ ਜੀ। ਉਸ ਤੋਂ ਬਾਅਦ ਜੇ ਵਿਦਿਆਰਥੀ ਉੱਥੇ ਇਕੱਠੇ ਹੋਏ, ਉਹਨਾਂ ਨੇ ਪਹਿਲਾਂ ਤਾਂ ਕਾਲਜ ਦੇ ਸਾਹਮਣੇ ਬੈਠ ਕੇ ਪ੍ਰੋਟੈਸਟ ਕੀਤਾ, 2 ਕੁ ਦਿਨ ਤਕਰੀਬਨ ਉੱਥੇ ਪ੍ਰੋਟੈਸਟ ਚੱਲਿਆ, ਦਿਨ ਰਾਤ ਉੱਥੇ ਪ੍ਰੋਟੈਸਟ ਚੱਲਿਆ। ਉਸ ਤੋਂ ਬਾਅਦ ਕਾਲਜ ਨੇ ਸਿਕਿਉਰਿਟੀ ਬੁਲਾ ਕੇ ਸਾਰੇ ਵਿਦਿਆਰਥੀਆਂ ਨੂੰ ਉੱਥੋਂ ਕੱਢ ਦਿੱਤਾ। ਉਸ ਤੋਂ ਬਾਅਦ ਵਿਦਿਆਰਥੀਆਂ ਨੇ ਸਾਹਮਣੇ ਪੈਟਰੋਲ ਪੰਪ ਹੈ ਹਨਾ, ਉੱਥੇ ਬੈਠ ਕੇ ਰਾਤ ਨੂੰ ਆਪਣਾ ਜਿਹੜਾ ਹੈਗਾ ਰਾਤਾਂ ਕੱਢੀਆਂ, ਉੱਥੇ ਦਿਨੇ ਉੱਥੇ ਪ੍ਰੋਟੈਸਟ ਕੀਤਾ ਹਨਾ। ਤਾਂ ਹੁਣ ਕਾਲਜ ਨੇ ਅੱਜ ਸਵੇਰੇ ਸਾਨੂੰ ਪਤਾ ਲੱਗਿਆ ਕਿ ਉੱਥੇ ਹੁਣ ਆਪਣੇ ਕਾਲਜ ਵਾਲੇ ਦੇ ਚਾਰੇ ਦੁਆਰੇ ਜਿਹੜੀ ਹੈਗੀ ਬੈਰੀਗੇਟਿੰਗ ਵੀ ਕਰ ਦਿੱਤੀ ਵੀ ਅੰਦਰ ਕੋਈ ਉੱਥੇ ਆ ਹੀ ਨਾ ਸਕੇ ਹਨਾ। ਤਾਂ ਕਿਸ ਤਰੀਕੇ ਦਾ ਜਿਹੜਾ ਇਹ ਮਾਹੌਲ ਹੈ ਉਹ ਵਿਦਿਆਰਥੀਆਂ ਦੇ ਲਈ ਸਿਰਜਿਆ ਜਾ ਰਿਹਾ। ਜਿਹੜੀ ਇੱਕ ਇੱਥੇ ਦੇ ਨਾਲ ਨਾਲ ਇੰਪੋਰਟੈਂਟ ਚੀਜ਼ ਆ, ਉਹ ਅਸੀਂ ਇਹ ਨਾ ਸਮਝੀਏ ਵੀ ਇਹ 20, 30 ਜਾਂ 100 ਵਿਦਿਆਰਥੀਆਂ ਦੇ ਨਾਲ ਹੋ ਰਿਹਾ।
ਠੀਕ ਹੈ ਜੀ। ਇਹ ਜਿਹੜੀ ਪਿੱਛੋਂ ਜਿਹੜੀ ਕਹਾਣੀ ਚੱਲਦੀ ਹੈ ਨਾ, ਇਹ ਸਾਰਿਆਂ ਨੂੰ ਇੱਕੋ ਜਿਹੀ ਦੇਖਿਆ ਜਾਂਦਾ। ਜੇ ਅਸੀਂ ਅੱਜ ਨਹੀਂ ਬੋਲਾਂਗੇ ਤਾਂ ਕੱਲ ਨੂੰ ਦੂਜਾ ਤੀਜਾ ਚੌਥਾ ਕਾਲਜ ਕਰੂਗਾ ਹਨਾ। ਪਹਿਲਾਂ ਅਸੀਂ ਮੌਂਟਰੀਅਲ ਦੇ ਕਾਲਜ ਦੇ ਲਈ ਪ੍ਰੋਟੈਸਟ ਕਰਦੇ ਰਹੇ ਹਾਂ, ਤਾਂ ਇੱਕ ਚੀਜ਼ ਜਿਹੜੀ ਬੜੀ ਸਾਫ਼ ਹੈ ਵੀ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਕਿ ਪ੍ਰੋਟੈਸਟ ਕਰਨ ਆਉਂਦੇ ਆ। ਬਿਲਕੁਲ ਐਗਜ਼ੈਕਟਲੀ। ਕਿਸੇ ਸਰਕਾਰੀ ਨੁਮਾਇੰਦੇ ਨੇ, ਕਿਸੇ ਸਰਕਾਰ ਦੇ ਨੁਮਾਇੰਦੇ ਨੇ ਇਹਦੇ ਉੱਤੇ ਚੁੱਪੀ ਨਹੀਂ ਤੋੜੀ। ਕੱਲ ਜਗਮੀਤ ਸਿੰਘ ਹੁਣੀ ਬੋਲੇ ਨੇ ਹਨਾ, ਬਹੁਤ ਜ਼ਿਆਦਾ ਈਮੇਲਾਂ ਕੀਤੀਆਂ ਕਾਫੀ ਜਣਿਆਂ ਨੂੰ, ਅਖੀਰ ਤੇ ਆ ਕੇ ਬੋਲਦੇ ਨੇ, ਉਹਨਾਂ ਦਾ ਧੰਨਵਾਦ ਆ। ਪਰ ਫਿਰ ਵੀ ਇਹ ਜਿਹੜੀ ਸਮੱਸਿਆ, ਜੇ ਇਹ ਸਮਝ ਲੈਣਗੇ ਵੀ ਇਹ 50-100 ਜਣਿਆਂ ਦੀ ਸਮੱਸਿਆ ਜਾਂ ਨਿੱਜੀ ਸਮੱਸਿਆ ਕਿਸੇ ਦੀ, ਤਾਂ ਇਹ ਉਹ ਨਹੀਂ ਹੈਗੀ। ਇਹ ਸਾਰਿਆਂ ਦੇ ਨਾਲ ਜਿਹੜਾ ਹੈਗਾ ਇਹ ਵਰਤਾਰਾ ਹੋ ਰਿਹਾ ਤੇ ਸਾਰਿਆਂ ਨੂੰ ਇਹਦੇ ਉੱਪਰ, ਚਾਹੇ ਆਪਣੇ ਸੋਸ਼ਲ ਮੀਡੀਆ ਤੇ ਜੇ ਆਪਾਂ ਬੋਲ ਸਕਦੇ ਹਾਂ, ਬੋਲਣ ਦੀ ਲੋੜ ਹੈ। ਤੇ ਜੇਕਰ ਅਸੀਂ ਉੱਥੇ ਜਾ ਕੇ ਵਿਦਿਆਰਥੀਆਂ ਦਾ ਸਾਥ ਦੇ ਸਕਦੇ ਹਾਂ ਤਾਂ ਉਹਦੇ ਵਰਗੀ ਰੀਸ ਹੀ ਕੋਈ ਨਹੀਂ ਜੀ। ਬਿਲਕੁਲ। ਜਸਕਰਨ, ਇੱਕ ਸਟੂਡੈਂਟ ਤਬਕਾ ਜਿਹੜਾ ਹੁੰਦਾ ਹੈ, ਸਪੈਸ਼ਲੀ ਅਸੀਂ ਜਦੋਂ ਦੇਖੀਏ ਵੀ ਜਿਹੜਾ ਮਾਹੌਲ ਇਕਨੋਮੀ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਰੋਲ ਹੈ ਇੰਟਰਨੈਸ਼ਨਲ ਸਟੂਡੈਂਟਸ ਦਾ, ਜਦੋਂ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਹੈ ਤਾਂ ਉਦੋਂ ਕਾਲਜ ਧੜਾ ਧੜ ਭਰਤੀ ਕਰਦੇ ਨੇ, ਕਿਉਂਕਿ ਉਦੋਂ ਉਹਨਾਂ ਨੂੰ ਲੋੜ ਹੁੰਦੀ ਹੈ। ਇੱਥੇ ਲਿਆ ਕੇ ਜਦੋਂ ਉਹਨਾਂ ਦੀਆਂ ਜੋ ਚੀਜ਼ਾਂ ਲਿਖੀਆਂ ਹੁੰਦੀਆਂ, ਮੈਂ ਇੱਕ ਸਟੂਡੈਂਟ ਦੇ ਤੌਰ ਦੇ ਉੱਤੇ ਤੁਹਾਨੂੰ ਪ੍ਰੋਸੈਸ ਪੁੱਛਣਾ ਚਾਹਾਂਗੀ। ਜਦੋਂ ਤੁਸੀਂ ਕਿਸੇ ਵੀ ਕਾਲਜ 'ਚ ਐਡਮਿਸ਼ਨ ਲੈਂਦੇ ਹੋ, ਇੱਥੇ ਜਸ਼ਨ ਨੇ ਜਿਵੇਂ ਜ਼ਿਕਰ ਕੀਤਾ ਵੀ ਜਿਹੜੇ ਪੋਲੀਟੀਸ਼ੀਅਨ ਹੈ ਉਹ ਸਾਥ ਨਹੀਂ ਦਿੰਦੇ। ਪੋਲੀਟੀਸ਼ੀਅਨ ਤੋਂ ਜਦੋਂ ਮੌਂਟਰੀਅਲ ਕਾਲਜ ਵਾਲਾ ਇਸ਼ੂ ਹੋਇਆ ਸੀਗਾ, ਅਸੀਂ ਕਈ ਤਰ੍ਹਾਂ ਦੇ ਸਵਾਲ ਕੀਤੇ। ਉਹਨਾਂ ਨੇ ਪ੍ਰੋਵਿੰਸ਼ੀਅਲ ਫੈਡਰਲ ਇਸ਼ੂ ਦੇ ਵਿੱਚ ਥੋੜਾ ਇਸ ਗੱਲ ਨੂੰ ਉਲਝਾਇਆ ਵੀ। ਇਹਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਵੀ ਜਦੋਂ ਸਟੂਡੈਂਟਸ ਨੂੰ ਪਤਾ ਹੈ ਵੀ ਪ੍ਰਾਈਵੇਟ ਕਾਲਜਸ ਦੇ ਇਸ਼ੂ ਹੁੰਦੇ ਨੇ, ਉਹ ਪਰਮਿਟ ਨਹੀਂ ਦਿੰਦੇ, ਉਹ ਕਈ ਚੀਜ਼ਾਂ ਦੇ ਵਿੱਚ ਇਨਰੋਲਮੈਂਟ ਇਦਾਂ ਦੇ ਇਸ਼ੂ ਆ ਜਾਂਦੇ। ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਲਓ, CIC ਉਹਦੇ ਵਿੱਚ ਪ੍ਰੋਪਰ ਸਾਰੀ ਡਿਟੇਲ ਦਿੱਤੀ ਹੁੰਦੀ ਹੈ। ਇਹ ਸਰਚ ਕਿਉਂ ਨਹੀਂ ਕਰਦੇ? ਵਿਦਿਆਰਥੀਆਂ ਨੇ ਜਦੋਂ ਕੈਨੇਡਾ ਆਉਣਾ ਹੁੰਦਾ ਉਦੋਂ ਉਹਨਾਂ ਨੂੰ ਸਿਰਫ ਫੋਕਸ ਹੁੰਦਾ ਵੀ ਕੈਨੇਡਾ, ਚਾਹੇ ਉਹ ਕਿਤੇ ਵੀ ਹੈ ਐਡਮਿਸ਼ਨ ਮਿਲੇ, ਸਾਨੂੰ ਇੱਕ ਵਾਰੀ ਕੈਨੇਡਾ ਦੀ ਧਰਤੀ ਤੇ ਪੈਰ ਰੱਖਣ ਦਾ ਮੌਕਾ ਮਿਲਦੇ, ਜਿਹਦੇ ਕਰਕੇ ਉਸ ਰਿਸਰਚ ਵਰਕ ਉੱਦਾਂ ਨਹੀਂ ਕਰਦੇ ਜਿੱਦਾਂ ਉਹਨਾਂ ਨੂੰ ਕਰਨਾ ਪੈਂਦਾ, ਜਿਸ ਕਰਕੇ ਇੱਦਾਂ ਦੇ ਇਸ਼ੂ ਆਉਂਦੇ ਨੇ ਤਾਂ ਉਹਨਾਂ ਨੂੰ ਖੱਜਲ ਹੋਣਾ ਪੈਂਦਾ। ਇਹ ਪੋਲੀਟੀਸ਼ੀਅਨਸ ਨੇ ਆਪਣੀ ਜ਼ੁਬਾਨ ਤੋਂ ਇਹ ਗੱਲਾਂ ਕਹੀਆਂ ਸੀਗੀਆਂ। ਤੇ ਵਾਕਈ ਕਿਤੇ ਨਾ ਕਿਤੇ ਜਸਕਰਨ ਇਹ ਗੱਲ ਹੈ ਵੀ ਰਿਸਰਚ ਵਰਕ ਹੋਣਾ ਚਾਹੀਦਾ। ਪ੍ਰਾਈਵੇਟ ਕਾਲਜਸ ਦੇ ਇਸ਼ੂ ਕੋਈ ਪਹਿਲਾਂ ਤਾਂ ਹੈ ਨਹੀਂ, ਪਤਾ ਨਹੀਂ ਕਿੰਨੇ ਸਾਲਾਂ ਤੋਂ ਇਸ਼ੂ ਆ ਰਹੇ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ। ਹੁਣ ਕਹਿ ਸਕਦੇ ਹਾਂ ਵੀ ਜਦੋਂ ਦਾ ਕੋਵਿਡ ਹੋਇਆ ਬਹੁਤ ਜ਼ਿਆਦਾ ਇਹ ਮਾਮਲੇ ਸਾਹਮਣੇ ਆਉਣ ਲੱਗੇ ਨੇ। ਤਾਂ ਜਦੋਂ ਪਤਾ ਹੈ ਤਾਂ ਫਿਰ ਕਿਉਂ ਪ੍ਰਾਈਵੇਟ ਕਾਲਜਸ ਦੇ ਵਿੱਚ ਐਡਮਿਸ਼ਨ ਲਈ ਜਾਂਦੀ ਹੈ ਜੀ? ਸੋ ਇਹਦੇ ਵਿੱਚ ਨਾ ਥੋੜੇ ਜਿਹੇ ਲੂਪ ਹੋਲਸ ਨੇ, ਐਜੂਕੇਸ਼ਨ ਸਿਸਟਮ ਦੇ ਲੂਪ ਹੋਲਸ ਦੀ ਗੱਲ ਕਰ ਸਕਦੇ ਹਾਂ ਆਪਾਂ। ਜਿਹੜੇ ਲੂਪ ਹੋਲਸ ਯੂਜ਼ ਕਰਦੀ ਆ ਗਵਰਨਮੈਂਟ, ਜਿਹੜੇ ਨੁਮਾਇੰਦੇ ਨੇ, ਸਰਕਾਰੀ ਨੁਮਾਇੰਦੇ ਨੇ ਆਪਣੇ ਚੁਣੇ ਹੋਏ, ਉਹ ਬਚਣ ਵਾਸਤੇ ਜਿਹੜੇ ਕਾਲਜਸ ਨੇ ਉਹ ਇਹੋ ਜਿਹੇ ਲੂਪ ਹੋਲਸ ਨੂੰ ਆਪਣੇ ਬਿਜ਼ਨਸ ਦੇ ਤੌਰ ਦੇ ਉੱਤੇ ਵਰਤ ਲੈਂਦੇ ਨੇ। ਸਟੂਡੈਂਟਾਂ ਦਾ ਵੀ ਇਸ ਚੀਜ਼ ਦੇ ਉੱਤੇ ਇੱਕ ਥੋੜਾ ਜਿਹਾ ਜ਼ਿੰਮੇਵਾਰੀ ਵਾਲਾ ਕੰਮ ਆ ਜਾਂਦਾ ਹੁੰਦਾ, ਜਿਹੜਾ ਆਪਣੀ ਰਿਸਰਚ ਕਰਨ ਵਾਲੀ ਗੱਲ ਹੈ। ਪਰ ਇੱਕ ਪਾਸੇ ਆਪਾਂ ਦੇਖ ਕੇ ਚੱਲੀਏ ਵੀ ਜਦੋਂ ਸਰਕਾਰ ਪਰਮਿਟ ਦਿੰਦੀ ਆ ਪ੍ਰਾਈਵੇਟ ਕਾਲਜਸ ਨੂੰ ਕਿ ਉਹ ਇੰਟਰਨੈਸ਼ਨਲ ਸਟੂਡੈਂਟ ਬੁਲਾ ਸਕਦੇ ਨੇ, ਜਦੋਂ ਉਹ ਉਹੀ ਸਰਕਾਰ ਜਦੋਂ ਸਟੂਡੈਂਟ ਨੂੰ ਵੀਜ਼ਾ ਦੇਣ ਲੱਗਦੀ ਹੈ ਤਾਂ ਉਹ ਕੱਲੇ ਫਾਈਨਾਂਸ ਚੈੱਕ ਕਰਦੀ ਆ, ਕੱਲੇ ਉਹਨਾਂ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਤੋਂ ਐਫੀਡੇਵਿਟ ਲੈਂਦੀ ਆ, ਉਹਨਾਂ ਤੋਂ ਇਹ ਲਿਖਾਉਂਦੀ ਆ ਵੀ ਅਸੀਂ ਆਪਣਾ ਖਰਚਾ ਆਪ ਚੱਕ ਸਕਦੇ ਆ। ਸੋ ਸਾਰਾ ਕੁਝ ਦੇਖਣ ਤੱਕ ਜਾਂਦੀ ਆ। ਪਰ ਸਰਕਾਰ ਜਿਹੜੇ ਪ੍ਰਾਈਵੇਟ ਕਾਲਜ ਨੇ, ਸਰਕਾਰ ਉਹਨਾਂ ਦੇ ਬਾਰੇ ਕੀ ਦੇਖਦੀ ਹੈ ਕਿ ਉਹ ਇਹ ਦੇਖ ਸਕਦੀ ਹੈ ਵੀ ਇੰਨੇ ਸਟੂਡੈਂਟਸ ਨੂੰ ਇਹ ਕੇਟਰ ਕਰ ਸਕਦੇ ਨੇ ਜਾਂ ਨਹੀਂ, ਕੀ ਉਹ ਕੈਪ ਲਾਉਂਦੀ ਹੈ ਜਾਂ ਨਹੀਂ ਲਾਉਂਦੀ ਹੈਗੀ। ਜ਼ਰੂਰ CIC ਦੀ ਵੈਬਸਾਈਟ ਦੇ ਉੱਤੇ ਲਿਖੀ ਹੁੰਦੀ ਹੈ ਗੱਲ ਵੀ ਵਰਕ ਪਰਮਿਟ ਮਿਲੂ ਨਹੀਂ ਮਿਲੂਗਾ, ਜਾਂ DLI ਰਜਿਸਟਰਡ ਹੈਗਾ ਜਾਂ ਨਹੀਂ ਹੈਗਾ। ਪਰ ਦੂਜੇ ਪਾਸੇ ਜਦੋਂ ਆਪਾਂ ਦੇਖਦੇ ਹਾਂ ਵੀ ਸਟੂਡੈਂਟਾਂ ਨੂੰ ਬੁਲਾਉਂਦੇ ਆ, ਸਾਰਿਆਂ ਨੂੰ ਇੱਥੇ ਕੇਟਰ ਕਰਨ ਦੀ ਗੱਲ ਕਰਦੇ ਆ ਆਪਾਂ, ਇਮੀਗ੍ਰੈਂਟ ਨੂੰ ਹੋਰ ਬੁਲਾਉਣ ਦੀ ਗੱਲ ਕਰਦੇ ਆ, ਕੀ ਉਹਨਾਂ ਨੂੰ ਉਹ ਜਿਹੜੀ ਸਹੂਲਤਾਂ ਨੇ ਉਹ ਮੁਹੱਈਆ ਕਰਾਈਆਂ ਜਾਂਦੀਆਂ ਨੇ ਜਾਂ ਨਹੀਂ ਕਰਾਈਆਂ ਜਾਂਦੀਆਂ ਹਨਾ। ਉਹ ਚੀਜ਼ਾਂ ਤੋਂ ਸਰਕਾਰ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਆ। ਜਿਵੇਂ ਬਾਈ ਨੇ ਗੱਲ ਕੀਤੀ ਸੀਗੀ ਪਹਿਲਾਂ ਵੀ, ਕਿਉਂਕਿ ਹਜੇ ਵੋਟਰ ਤੇ ਸਪੋਰਟਰ ਨਹੀਂ ਹੈਗੇ ਸਟੂਡੈਂਟ, ਇਸ ਕਰਕੇ ਜਿਹੜੇ ਸਰਕਾਰੀ ਨੁਮਾਇੰਦੇ ਨੇ, ਕੋਈ MLA ਜਾਂ MP, ਉਹ ਨਹੀਂ ਬੋਲਦਾ ਛੇਤੀ ਕਿਤੇ, ਉਹ ਸਾਰੇ ਵਾਸਾ ਵੱਟਦੇ ਨੇ। ਜਗਮੀਤ ਸਿੰਘ ਨੇ ਗੱਲ ਕੀਤੀ, ਪਰ ਲੋਕਲ MP, ਲੋਕਲ MLAs ਕਿੱਥੇ ਨੇ? ਉਹਨਾਂ ਨੂੰ ਜਿਹੜੀਆਂ ਈਮੇਲਸ ਭੇਜੀਆਂ ਜਾਂਦੀਆਂ ਨੇ, ਅਸੀਂ ਟੀਮ ਵੀਕਰ ਵੱਲੋਂ ਉਹਨਾਂ ਨੂੰ ਈਮੇਲਾਂ ਭੇਜੀਆਂ ਨੇ, ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਅੱਗੇ ਵੀ ਭੇਜੀਆਂ ਨੇ, ਉਹਨਾਂ ਦਾ ਕੋਈ ਜਵਾਬ ਨਹੀਂ ਆਉਂਦਾ ਹੈਗਾ। ਮੌਂਟਰੀਅਲ ਦੇ ਜਿਹੜੇ ਕਾਲਜਸ ਵੇਲੇ ਇਸ਼ੂ ਹੋਇਆ ਸੀਗਾ, ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਹੈਗਾ। ਸੋ ਚੱਕਰ ਇਹੀ ਹੈ ਵੀ ਜਦੋਂ ਉਹ ਜਵਾਬ ਦੇ ਹੈਗੇ ਨੇ, ਉਹਨਾਂ ਨੂੰ ਉਸ ਪੋਜੀਸ਼ਨ ਦੇ ਉੱਤੇ ਪਹੁੰਚਾਇਆ ਗਿਆ, ਤਾਂ ਉਹ ਪੋਜੀਸ਼ਨ ਦੇ ਉੱਤੇ ਜਾ ਕੇ ਉਹ ਬੱਚਿਆਂ ਦਾ ਖਿਆਲ ਰੱਖਣ, ਆਪਣੇ ਜਿਹੜੇ ਸਿਟੀਜ਼ਨ ਨੇ ਉਹਨਾਂ ਦਾ ਖਿਆਲ ਰੱਖਣ। ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਇਹ ਹੋਰ ਕੋਈ ਨਹੀਂ, ਇਹ ਟੈਕਸ ਪੇਅਰ ਨੇ, ਕਮਿਊਨਿਟੀ ਕੰਟਰੀਬਿਊਟਰ ਨੇ, ਕੰਮ ਕਰਦੇ ਨੇ, ਟੈਕਸ ਭਰਦੇ ਨੇ, ਜਦੋਂ ਫੀਸ ਭਰਦੇ ਨੇ ਉਦੋਂ ਵੀ ਟੈਕਸ ਭਰਦੇ ਨੇ। ਜਦੋਂ ਹੁਣ ਉਹਨਾਂ ਦੀਆਂ ਬੇਸਿਕ ਚੀਜ਼ਾਂ ਜਿਹੜੀ ਅਗੇਨ ਉਹੀ ਚੀਜ਼, ਉਹ ਆਪਦਾ ਪ੍ਰੋਟੈਸਟ ਕਰਨ ਦੇ ਵਿੱਚ ਬਿਜ਼ੀ ਰਹਿਣਗੇ, ਉਹ ਪੜ੍ਹਨਗੇ ਕਦੋਂ? ਉਹ ਆਪਦੇ ਹੋਰ ਜਿਹੜੇ ਰੋਜ਼ਮਰਰਾ ਦੇ ਕੰਮ ਨੇ ਉਹ ਕਦੋਂ ਕਰਨਗੇ? ਉਹਨਾਂ ਦਾ ਪ੍ਰੋਟੈਸਟ ਕਰਨੇ ਪੈ ਰਹੇ ਨੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਐਨਰੋਲਮੈਂਟ ਲੈਣ ਵਾਸਤੇ, ਉਸ ਤੋਂ ਬਾਅਦ ਵਰਕ ਪਰਮਿਟ ਲੈਣ ਵਾਸਤੇ। ਉਹ ਸਾਰੀਆਂ ਚੀਜ਼ਾਂ ਦਾ ਕੌਣ ਧਿਆਨ ਰੱਖੂਗਾ? ਉਹ ਸਰਕਾਰ ਦੀ ਜ਼ਿੰਮੇਵਾਰੀ ਆ। ਸਰਕਾਰ ਉੱਥੋਂ ਪਾਸਾ ਵੱਟਦੀ ਆ, ਜਿਹੜੇ ਕਾਲਜ ਨੇ ਉਹ ਇਹ ਲੂਪ ਹੋਲ ਯੂਜ਼ ਕਰਦੇ ਨੇ, ਸਰਕਾਰ ਉਹ ਲੂਪ ਹੋਲ ਯੂਜ਼ ਕਰਦੀ ਹੈ ਕਿ ਅਸੀਂ ਆਪਣਾ ਕੰਮ ਕਰਤਾ, ਹੁਣ ਆਪਣਾ ਆਪ ਦੇਖੋ ਜੀ।
ਪੁਸ਼ਪਦੀਪ, ਤੁਸੀਂ ਤਾਂ ਉੱਥੇ ਬਿਲਕੁਲ ਨਜ਼ਦੀਕ ਰਹਿ ਕੇ ਸਾਰਾ ਕੁਝ ਦੇਖ ਰਹੇ ਹੋ। ਇਸ ਵੇਲੇ ਦੀ ਸਿਚੁਏਸ਼ਨ ਕੀ ਹੈ, ਮੇਨ ਮੰਗਾ ਹੈ ਕੀ ਹੈ, ਤੇ ਕਾਲਜ ਦੇ ਨਾਲ ਕੋਈ ਮੀਟਿੰਗ ਤਾਂ, ਕਿਉਂਕਿ ਅਸੀਂ ਕੁਝ ਵੀਡੀਓਜ਼ ਦੇਖੀਆਂ ਜਿਹਦੇ ਵਿੱਚ ਕਾਲਜ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮੀਟਿੰਗਸ ਹੋਈਆਂ ਪੁਸ਼ਪਦੀਪ, ਉਹਨਾਂ ਮੀਟਿੰਗਸ ਦੇ ਵਿੱਚ ਕੁਝ ਹੱਲ ਨਹੀਂ ਨਿਕਲਿਆ? ਕੁਝ ਸਟੂਡੈਂਟਸ ਕਹਿੰਦੇ ਨੇ ਇਨਰੋਲਮੈਂਟ ਤੇ ਕਰਨ ਦੀ ਉਹਨਾਂ ਨੇ ਗੱਲ ਕਰ ਦਿੱਤੀ ਹੈ, ਕੁਝ ਹਜੇ ਵੀ ਪੈਂਡਿੰਗ ਨੇ, ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਗਿਣਤੀ ਹੈਗੀ ਹੈ ਉਹ ਪੰਜਾਬ ਦੇ, ਜਿਹੜੇ ਕਹਿ ਸਕਦੇ ਆ ਇੰਡੀਆ ਦੇ ਸਟੂਡੈਂਟਸ ਹੈ, ਉਹ ਨੇ ਜਿਹੜੇ ਕਿ ਹਜੇ ਜਿਨ੍ਹਾਂ ਬਾਰੇ ਕੁਝ ਨਹੀਂ ਸੋਚਿਆ ਗਿਆ। ਸੋ ਓਵਰਆਲ ਕੀ ਚੱਲ ਰਿਹਾ ਹੈਗਾ ਕਾਲਜ ਨਾਲ ਮੀਟਿੰਗ ਦੇ ਵਿੱਚ, ਕੀ ਕੁਝ ਨਿਕਲਿਆ? ਲਾਸਟ ਮੀਟਿੰਗ ਜੀ ਸਟੂਡੈਂਟਸ ਦੀ ਥਰਸਡੇ ਨੂੰ ਹੋਈ ਸੀ। ਉਹਦੇ ਵਿੱਚ ਇਹਨਾਂ ਨੂੰ ਕੁਝ ਉਹਨਾਂ ਨੇ ਕਲੀਅਰ ਕੱਟ ਜਵਾਬ ਨਹੀਂ ਦਿੱਤਾ। ਇਹਨਾਂ ਨੂੰ ਅੱਜ ਮੰਗਲਵਾਰ ਦਾ 4 ਵਜੇ ਤੱਕ ਦਾ ਸਮਾਂ ਕਾਲਜ ਨੇ ਮੰਗਿਆ ਸੀ ਵੀ ਅੱਜ ਅਸੀਂ ਆਪਣਾ ਨੈਕਸਟ ਫੈਸਲਾ ਦੇਵਾਂਗੇ। ਪਰ ਇਹ ਜਦੋਂ ਕਿ ਥੋੜਾ ਜਿਹਾ ਇਹ ਸੋਸ਼ਲ ਮੀਡੀਆ ਤੇ ਵੀ ਨਿਊਜ਼ ਆ ਗਈ ਇਹ ਪ੍ਰੋਟੈਸਟ ਬਾਰੇ, ਆਪਣੇ ਆਲ ਓਵਰ ਕੈਨੇਡਾ, ਇੰਡੀਆ ਤੱਕ ਖਬਰ ਪਹੁੰਚ ਗਈ, ਤਾਂ ਕਾਲਜ ਨੇ ਵੀਕਐਂਡ ਦੇ ਉੱਪਰ ਕਾਫੀ ਹੱਦ ਤੱਕ ਦੇ ਸਟੂਡੈਂਟਸ ਨੂੰ, ਉਹਨਾਂ ਨੂੰ ਜਿਹੜੇ ਕਿ ਆਪਣੇ ਐਨਰੋਲਮੈਂਟ ਲੈਟਰਸ ਤੇ ਆਪਣੇ ਸਕੇਜੂਲਸ ਤੇ ਸਟੂਡੈਂਟ ਪੋਰਟਲ ਨੂੰ ਦੁਬਾਰਾ ਰਿਵਾਈਜ਼ ਕਰਕੇ ਉਹਨਾਂ ਨੂੰ ਐਕਸੈਸ ਦੇ ਦਿੱਤਾ ਜੀ। ਹੁਣ ਇਸ਼ੂ ਇਹ ਹੈ, ਸਟੂਡੈਂਟਸ ਦੀ ਇਹ ਮੰਗ ਹੈ, ਇੱਕ ਤਾਂ ਜੀ ਉਹਨਾਂ ਨੂੰ ਇਨ ਫਿਊਚਰ ਇਦਾਂ ਦੀ ਕੋਈ ਪ੍ਰੋਬਲਮ ਨਾ ਆਵੇ, ਸਾਨੂੰ ਇਨ ਰਿਟਨ ਚਾਹੀਦਾ ਜੀ। ਹੁਣ ਇਹਨਾਂ ਬੱਚਿਆਂ ਦਾ 2 ਵੀਕ ਤੋਂ ਉੱਪਰ ਜਿਹੜਾ ਨੁਕਸਾਨ ਹੋਇਆ, ਉਹਨਾਂ ਦੀਆਂ ਅਸਾਈਨਮੈਂਟਸ ਵੀ ਲੰਘ ਚੁੱਕੀਆਂ ਨੇ, ਉਹਨਾਂ ਦਾ ਮਾਰਕਸ ਤੱਕ ਕੀ ਬਣੂਗਾ? ਕਿ ਉਹਦਾ ਕੋਈ ਇਹਨਾਂ ਨੂੰ ਕੋਈ ਰੂਲ ਜਾਂ ਕੁਛ ਇਦਾਂ ਦਾ ਬਣਾਉਂਦੇ ਇਹਨਾਂ ਨੂੰ ਜੋ ਵੀ ਉਹਦੇ ਮਾਰਕਸ ਮਿਲਣਗੇ ਤਾਂ ਕਿ ਆਪਣਾ ਵਧੀਆ ਢੰਗ ਨਾਲ ਸਮੈਸਟਰ ਪਾਸ ਕਰ ਸਕਣ। ਵਿੱਚ ਕੁਛ ਇਸ਼ੂਜ਼ ਇਹ ਵੀ ਪਤਾ ਲੱਗੇ ਸੀ ਵੀ ਬੱਚੇ ਆਲਰੇਡੀ ਪਾਸ ਸੀਗੇ, ਉਹਨਾਂ ਨੂੰ ਬਾਅਦ ਦੇ ਵਿੱਚ ਫੇਲ ਸ਼ੋ ਕਰ ਦਿੱਤਾ ਗਿਆ। ਉਹਨਾਂ ਨੇ ਆਪਣੇ ਪੋਰਟਲਸ ਦੇ ਉੱਤੇ ਸਕਰੀਨਸ਼ਾਟਸ ਲਏ ਹੋਏ ਆ, ਰਾਈਟ, ਤੇ ਉਸ ਚੋਂ ਪਹਿਲਾਂ ਜਿਹੜੀ ਨੇ GPA ਪਾਸ ਦਿਖਾਉਂਦੇ ਆ, ਬਾਅਦ ਦੇ ਵਿੱਚ ਉਹਨਾਂ ਨੂੰ ਫੇਲ ਸ਼ੋ ਕਰਦਾ। ਕਿਸੇ ਨੂੰ ਕਹਿੰਦੇ ਆ ਤੁਸੀਂ ਆਪਣੀ ਟਿਊਸ਼ਨ ਫੀਸ ਲੇਟ ਭਰੀ ਹੈ ਤਾਂ ਕਰਕੇ ਤੁਹਾਡਾ ਐਕਸੈਸ ਬੰਦ ਕਰ ਦਿੱਤਾ ਗਿਆ ਆ। ਤਾਂ ਇਦਾਂ ਦੇ ਇਹਨਾਂ ਨੂੰ ਸਟੂਡੈਂਟਸ ਨੂੰ ਉਲਝਾਇਆ ਜਾ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਗੱਲਾਂ ਕਰਕੇ। ਪਹਿਲਾਂ ਇਹਨਾਂ ਨੇ ਈਮੇਲਸ ਤੇ ਕਾਲਜ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਕੁਝ ਸਵਾਲ ਪੁੱਛੇ ਤਾਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਫਿਰ ਜਦੋਂ ਕਿ ਸਟੂਡੈਂਟਸ ਉੱਥੇ ਇਨ ਪਰਸਨ ਜਾ ਕੇ ਕਾਲਜ 'ਚ ਜਵਾਬ ਮੰਗਦੇ ਆ, ਉਹਨਾਂ ਨੂੰ ਕਹਿੰਦੇ ਸਾਡਾ IT ਇਸ਼ੂ ਹੈ ਜੀ। ਫਿਰ 1-2 ਦਿਨਾਂ ਬਾਅਦ ਕਹਿ ਦਿੰਦੇ ਜੀ ਹੁਣ ਇਹ ਡੈਡਲਾਈਨ ਪਾਸ ਹੋ ਚੁੱਕੀ ਹੈ ਵੀ ਅਸੀਂ ਇਹਦਾ ਕੁਝ ਨਹੀਂ ਹੱਲ ਕਰ ਸਕਦੇ। ਤਾਂ ਇਹਨਾਂ ਨੂੰ ਤੁਸੀਂ ਇਹ ਦੇਖ ਲਓ ਜੀ, ਕੋਈ 18 ਸਾਲ ਦਾ, ਕੋਈ 19 ਸਾਲ ਦਾ, ਕੋਈ 20 ਸਾਲ ਦਾ ਬੱਚਾ ਇੱਥੇ ਕੈਨੇਡਾ ਦੀ ਧਰਤੀ ਤੇ ਇੱਕ ਵਧੀਆ ਲਾਈਫ ਲਈ ਆਉਂਦਾ ਤੇ ਉਹਨੂੰ ਤੁਸੀਂ ਮਜਬੂਰ ਕਰ ਦਿੰਦੇ ਹੋ ਕਿ ਉਹ ਰਾਤ ਨੂੰ ਸੜਕਾਂ ਦੇ ਉੱਪਰ ਪ੍ਰੋਟੈਸਟ ਕਰੇ। ਤੇ ਇੱਕ ਛੋਟੇ ਬੱਚੇ ਤੇ ਕਿਹੋ ਜਿਹਾ ਇੰਪੈਕਟ ਪਊਗਾ ਜਿਹਨੇ ਕਿ ਹਜੇ ਸਾਰੀ ਜ਼ਿੰਦਗੀ ਸਟਾਰਟ ਹੀ ਕੀਤੀ ਹੈ, ਇੱਕ ਫਸਟ ਸਟੈਪ ਧਰਿਆ ਵੀ ਉਹ ਵਧੀਆ ਐਜੂਕੇਸ਼ਨ ਲੈ ਕੇ ਇੱਥੇ ਇੱਕ ਵਧੀਆ ਸਿਟੀਜ਼ਨ ਬਣ ਸਕੇ, ਵਧੀਆ ਰੈਜ਼ੀਡੈਂਟ ਬਣ ਸਕੇ। ਤੇ ਉਹਦੇ ਤੇ ਤੁਸੀਂ ਦੇਖ ਲਓ ਇਹਦਾ ਕੀ ਇਮੋਸ਼ਨਲੀ, ਮੈਂਟਲੀ ਕੀ ਜਿੱਦਾਂ ਦਾ ਇੰਪੈਕਟ ਪਊਗਾ। ਇਹ ਸਟੂਡੈਂਟਸ ਦੀ ਬਸ ਇਹੀ ਮੰਗ ਹੈ ਵੀ ਸਾਨੂੰ ਰਿਟਨ ਦੇ ਵਿੱਚ ਹਰੇਕ ਜਿਹੜੀਆਂ ਸਾਡੀਆਂ ਮੰਗਾਂ ਉਹ ਲਿਖ ਕੇ ਦਿੱਤੀਆਂ ਜਾਣ ਵੀ ਅਸੀਂ ਤੁਹਾਨੂੰ ਅਕੋਮੋਡੇਟ ਕਰਾਂਗੇ। ਹੁਣ ਇੰਡੀਆ ਵਾਲੇ ਸਟੂਡੈਂਟਸ ਦੀ ਵੀ ਇਹੀ ਮੰਗ ਹੈ ਕਿ ਉਹਨਾਂ ਦਾ ਮਈ ਵਿੱਚ ਸ਼ੁਰੂ ਹੋਣਾ ਸੀ ਸੈਸ਼ਨ ਤੇ ਉਹਨਾਂ ਨੂੰ ਡੈਫਰ ਕਰ ਦਿੱਤਾ ਗਿਆ ਸਤੰਬਰ ਦੇ ਉੱਪਰ। ਪਰ ਹੁਣ ਇਹ ਵੀ ਸੁਣਨ ਚ ਆਇਆ ਵੀ ਸਤੰਬਰ ਵਾਲੇ ਤੋਂ ਵੀ ਉਹਨਾਂ ਨੂੰ ਜਨਵਰੀ ਵਾਲੇ ਸੈਸ਼ਨ ਤੇ ਡੈਫਰ ਕਰ ਦਿੱਤਾ ਗਿਆ ਹੈ। ਤਾਂ ਉਹਨਾਂ ਦੀ ਵੀ ਇਹੀ ਮੰਗ ਹੈ ਵੀ ਸਾਨੂੰ ਛੇਤੀ ਤੋਂ ਛੇਤੀ ਕਾਲਜ ਸਾਡੀਆਂ ਕਲਾਸਾਂ ਸਟਾਰਟ ਕਰਾਵੇ। ਕਈ ਬੱਚਿਆਂ ਨੇ 1 ਸਾਲ ਤੋਂ ਉੱਪਰ ਹੋ ਚੁੱਕਿਆ ਜੀ ਜਦੋਂ ਦੀ ਇਹ ਫੀਸ ਭਰੀ ਹੋਈ ਆ, ਤਾਂ ਉਹਨਾਂ ਨੂੰ 1 ਸਾਲ ਬਾਅਦ ਤੁਸੀਂ ਸਟੱਡੀ ਸਟਾਰਟ ਕਰਾ ਰਹੇ ਹੋ ਤਾਂ ਇਹ ਕਿਤੇ ਜਸਟੀਫਾਈ ਨਹੀਂ ਹੈਗਾ, ਰਾਈਟ। ਤੁਸੀਂ ਫੀਸ ਪਹਿਲਾਂ ਲੈ ਲਈ ਆ, 1 ਸਾਲ ਪਹਿਲਾਂ ਲੈ ਲਈ ਆ, ਤਾਂ ਉਹਦਾ ਇੰਟਰਸਟ ਕਿੰਨਾ ਬਣ ਜਾਂਦਾ ਉਹਦਾ ਕੋਈ ਜਵਾਬ ਨਹੀਂ ਕਾਲਜ ਕੋਲੇ। ਫਿਰ ਕਈ ਬੱਚਿਆਂ ਦਾ ਫੀਸ ਦਾ ਉਹਨਾਂ ਨੇ ਰਿਫਿਊਜ਼ਲ ਆਈ ਹੋਈ ਆ, ਤਾਂ 6-6 ਮਹੀਨੇ ਹੋ ਗਿਆ ਉਹਨਾਂ ਦੀ ਫੀਸ ਵਾਪਸ ਹੀ ਨਹੀਂ ਕੀਤੀ। ਸਾਨੂੰ ਇਸ ਤਰ੍ਹਾਂ ਦੀ ਟੀਮ ਦੀ ਸਾਡੇ ਨੂੰ ਈਮੇਲਸ ਆਈਆਂ, ਰਾਈਟ, ਉਹਨਾਂ ਨੇ ਸਾਡੀ ਟੀਮ ਨੂੰ ਰੀਚ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਇਸ਼ੂਜ਼ ਇਹ ਨੇ। ਤਾਂ ਇੱਕ ਜਿਹੜੇ ਇੰਡੀਆ ਬੈਠੇ ਬੱਚੇ ਤੇ ਪੇਰੈਂਟਸ ਨੇ ਉਹਨਾਂ ਨੂੰ ਤਾਂ ਵੱਡੇ ਹੀ ਭੰਬਲ ਭੂਸੇ ਵਿੱਚ ਕਾਲਜ ਨੇ ਛੱਡ ਦਿੱਤਾ ਇਸ ਵਕਤ। ਭਾਰਤ ਦੇ ਵਿੱਚ ਸਟੂਡੈਂਟ ਬੈਠੇ ਹੋਏ ਨੇ, ਉਹਨਾਂ ਦੇ ਵਾਕਈ ਮਾਪਿਆਂ ਨੂੰ ਇਹ ਕਨਫਿਊਜ਼ਨ ਸਮਝ ਨਹੀਂ ਆਉਂਦੀ, ਇਸ ਚੀਜ਼ ਦਾ ਨਹੀਂ ਪਤਾ ਕਿ ਇਨਰੋਲਮੈਂਟ ਕੀ ਹੈ, ਕਿਉਂ ਅਚਾਨਕ ਇਹ ਚੀਜ਼ ਕਹਿ ਦਿੱਤੀ ਗਈ। ਦਿਲਪ੍ਰੀਤ ਇਸ ਵੇਲੇ ਫੋਨ ਲਾਈਨ ਤੇ ਸਾਡੇ ਨਾਲ ਜੁੜੇ ਹੋਏ ਨੇ। ਦਿਲਪ੍ਰੀਤ, ਦੱਸ ਦੇਵਾਂ ਕਿ ਇਸ ਵੇਲੇ ਕਾਲਜ ਦੇ ਉਸ ਪ੍ਰੋਟੈਸਟ ਦੇ ਵਿੱਚ ਵੀ ਸ਼ਾਮਿਲ ਨੇ, ਬਾਕਾਇਦਾ ਸਕਾਰਬੋਰੋ ਜਿਹੜਾ ਕਾਲਜ ਹੈਗਾ ਉਹਦੇ ਬਾਹਰ ਇਹ ਕਈ ਦਿਨਾਂ ਦੇ ਉੱਤੋਂ ਇਦਾਂ ਹੀ ਟਿਕੇ ਹੋਏ ਨੇ ਤਾਂ ਕਿ ਇਨਸਾਫ ਲੈ ਸਕਣ। ਦਿਲਪ੍ਰੀਤ ਤੋਂ ਅਪਡੇਟ ਲੈਂਦੇ ਆ। ਦਿਲਪ੍ਰੀਤ, ਇਸ ਵੇਲੇ ਤੁਸੀਂ ਚੈਨਲ ਪੰਜਾਬੀ ਦੇ ਉੱਤੇ ਲਾਈਵ ਤੇ ਸਾਡੇ ਨਾਲ ਜੁੜੇ ਹੋਏ ਹੋ। ਅਪਡੇਟ ਇਸ ਵੇਲੇ ਤੁਹਾਡੇ ਕੋਲ ਜਾਣਨਾ ਚਾਹਾਂਗੇ, ਤੁਸੀਂ ਕਿੰਨੇ ਸਟੂਡੈਂਟ ਹੋ ਇਸ ਵੇਲੇ, ਕੀ ਕੁਝ ਉੱਥੇ ਓਵਰਆਲ ਹੋ ਰਿਹਾ ਹੈ? ਦੇਖੋ ਮੈਂ ਸਟੂਡੈਂਟ ਦੀ ਹਾਲੇ ਗਿਣਤੀ ਮੈਂ ਪੂਰੀ ਨਹੀਂ ਦੱਸ ਸਕਦੀ ਕਿਉਂਕਿ ਕੁਝ ਸਟੂਡੈਂਟ ਕਿਸੇ ਹੋਰ ਕੰਮ ਗਏ ਨੇ,
ਕੁਝ ਕਿਤੇ ਕਿਸੇ ਨੂੰ ਮਿਲ ਗਏ ਹੋਏ ਨੇ ਜਾਂ ਫਿਰ ਕੁਝ ਕਾਦੇ ਕਾਲਜ ਦੇ ਸੀ ਕੰਮਾਂ ਦੇ ਵਿੱਚ ਜੁਟੇ ਹੋਏ ਆ ਜੀ ਤੇ ਜਿੱਦਾਂ ਇੱਥੇ ਲੰਗਰ ਵੀ ਪ੍ਰੋਵਾਈਡ ਕਰਵਾਉਣਾ ਹੁੰਦਾ ਕੁਝ ਲੋਕ ਉੱਥੇ ਗਏ ਹੋਏ ਨੇ ਪਰ ਹਾਂਜੀ ਸਟੂਡੈਂਟ ਇੱਥੇ ਹੈਗੇ ਨੇ ਤਾਂ ਕੁਝ ਇੱਥੇ ਹੋਰ ਲੋਕ ਵੀ ਨੇ ਜਿੱਦਾਂ ਕਿ ਜੋ ਕਿ ਪੀਆਰ ਨੇ ਲੋਕ ਤਾਂ ਜਾਂ ਫਿਰ ਜੋ ਕਿ ਸਿਟੀਜ਼ਨ ਨੇ ਉਹ ਵੀ ਸਾਡੇ ਵਿੱਚ ਲੋਕ ਹੈਗੇ ਨੇ ਜੀ ਤੇ ਕੁਝ ਸਾਡੇ ਵਿੱਚ ਜਿੱਦਾਂ ਕਿ ਆਰਗੇਨਾਈਜੇਸ਼ਨ ਵੱਲੋਂ ਆਏ ਹੋਏ ਨੇ ਜੀ ਦਿਲਪ੍ਰੀਤ ਆਵਾਜ਼ ਸੁਣ ਪਾ ਰਹੇ ਹੋ ਦਿਲਪ੍ਰੀਤ ਸਾਡੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਤੱਕ ਕੋਸ਼ਿਸ਼ ਕਰਦੇ ਹਾਂ ਦਿਲਪ੍ਰੀਤ ਨਾਲ ਫਿਰ ਕੰਟੈਕਟ ਕਰਕੇ ਇਹਨਾਂ ਦੇ ਕੋਲੋਂ ਸਾਰਾ ਆਪਾਂ ਉੱਥੋਂ ਦਾ ਹਾਲ ਇਸ ਵੇਲੇ ਜਾਣ ਲਈਏ ਦਿਲਪ੍ਰੀਤ ਆਵਾਜ਼ ਪਹੁੰਚ ਰਹੀ ਹੈ ਜੀ ਠੀਕ ਹੈ ਜਸ਼ਨ ਕੋਸ਼ਿਸ਼ ਕਰਦੇ ਹਾਂ ਦਿਲਪ੍ਰੀਤ ਤੱਕ ਅਸੀਂ ਹੋਰ ਅਪਡੇਟ ਜਿਹੜਾ ਲੈ ਸਕੀਏ ਟਿਲ ਤਨ ਮੈਨੂੰ ਇਹ ਦੱਸੋ ਕਿ ਜਦੋਂ ਇਹ ਕਾਲਜਾਂ ਦੀ ਬਾਰ-ਬਾਰ ਖੱਜਲ ਖੁਆਰੀ ਆ ਰਹੀ ਹੈ ਬਤੌਰ ਸਟੂਡੈਂਟ ਤੁਹਾਡਾ ਹੁਣ ਐਨਾਲਿਸਿਸ ਕੀ ਹੁੰਦਾ ਹੈ ਕੀ ਲੱਗਦਾ ਵੀ ਇੱਥੋਂ ਦੇ ਕਾਲਜਾਂ ਨੂੰ ਕਾਫੀ ਹੱਦ ਤੱਕ ਵੀਕ ਪੁਆਇੰਟ ਜਿਹੜਾ ਉਹ ਪਤਾ ਹੈ ਵੀ ਕੈਨੇਡਾ ਜਿਹਨੇ ਆਣਾ ਉਹਨੇ ਆ ਕੇ ਹੀ ਰਹਿਣਾ ਬਾਏ ਹੁਕ ਔਰ ਬਾਏ ਕ੍ਰੋਕ ਇਹ ਤਸਵੀਰ ਤਾਂ ਸਾਫ਼ ਹੋ ਚੁੱਕੀ ਹੋਈ ਹੈ ਦਿਲਪ੍ਰੀਤ ਆਪਣੇ ਨਾਲ ਫਿਰ ਤੋਂ ਜੁੜੇ ਨੇ ਦਿਲਪ੍ਰੀਤ ਤੋਂ ਬਾਅਦ ਦਰਸ਼ਨ ਮੈਂ ਤੁਹਾਡੇ ਨਾਲ ਇੱਕ ਸਵਾਲ ਦਾ ਪਲੀਜ਼ ਜਵਾਬ ਜ਼ਰੂਰ ਚਾਹਾਂਗੀ ਦਿਲਪ੍ਰੀਤ ਆਵਾਜ਼ ਆਪ ਆ ਰਹੀ ਹੈ ਜੀ ਤੁਹਾਡੇ ਤੱਕ ਹਾਂਜੀ ਆਵਾਜ਼ ਆ ਰਹੀ ਬਿਲਕੁਲ ਦਿਲਪ੍ਰੀਤ ਇਸ ਵੇਲੇ ਬਹੁਤ ਸਾਰੇ ਦਰਸ਼ਕ ਲਾਈਵ ਦੇ ਵਿੱਚ ਜੁੜੇ ਹੋਏ ਨੇ ਤੁਹਾਡੇ ਕੋਲ ਜਾਣਨਾ ਚਾਹਾਂਗੇ ਇਸ ਵੇਲੇ ਉੱਥੇ ਚੱਲ ਕੀ ਰਿਹਾ ਹੈ ਕਾਲਜ ਦੇ ਬਾਹਰ ਫਿਲਹਾਲ ਕੀ ਜੇ ਤੁਹਾਨੂੰ ਮੈਂ ਮੇਨ ਗੱਲ ਦੱਸਾਂ ਤਾਂ ਸੁਬਾਹ ਹੁਣੇ ਕੁਝ ਲਾਈਕ 1 ਘੰਟਾ 1.5 ਘੰਟਾ ਪਹਿਲਾਂ ਇਹਨਾਂ ਨੇ ਹੋਰ ਬੈਰੀਕੇਡ ਲੈ ਕੇ ਆਏ ਨੇ ਇਹ ਤਾਂ ਸਾਰੇ ਕਾਲਜ ਨੂੰ ਬੈਰੀਕੇਡ ਦੇ ਨਾਲ ਕਵਰ ਕਰ ਦਿੱਤਾ ਗਿਆ ਆ ਓਕੇ ਤੁਸੀਂ ਖੁਦ ਦੇਖੋ ਕਿ ਅਸੀਂ ਸਟੂਡੈਂਟ ਹਾਂ ਠੀਕ ਹੈ ਜੀ ਤਾਂ ਅਸੀਂ ਸਟੂਡੈਂਟ ਆ ਤਾਂ ਅਸੀਂ ਕੋਈ ਟੈਰਰਿਸਟ ਨਹੀਂ ਆ ਜੋ ਕਿ ਇੰਨੇ ਬੈਰੀਕੇਡ ਲਗਾਏ ਜਾ ਰਹੇ ਨੇ ਪੀਸਫੁਲੀ ਆਪਦਾ ਬਾਹਰ ਪ੍ਰੋਟੈਸਟ ਕਰ ਰਹੇ ਆ ਤਾਂ ਇਹਨਾਂ ਨੇ ਬੈਰੀਕੇਡ ਲਗਾ ਕੇ ਪੂਰੇ ਕਾਲਜ ਨੂੰ ਕਵਰ ਕਰ ਦਿੱਤਾ ਹੈ ਪਹਿਲਾਂ ਬਹੁਤ ਥੋੜੇ ਬੈਰੀਕੇਡ ਸੀਗੇ ਤਾਂ ਕਿ ਸਿਰਫ ਐਂਟਰੈਂਸ ਦੇ ਵਿੱਚ ਐਂਟਰ ਨਾ ਹੋਇਆ ਜਾ ਸਕੇ ਪਰ ਹੁਣ ਇਹਨਾਂ ਨੇ ਕਾਲਜ ਦੇ ਚਾਰੋਂ ਪਾਸੇ ਬੈਰੀਕੇਡ ਲਗਾ ਦਿੱਤੇ ਆ ਬਿਲਕੁਲ ਬੰਦ ਕਰ ਦਿੱਤਾ ਕਾਲਜ ਨੂੰ ਤਾਂ ਕਿ ਕੋਈ ਇਸਦੇ ਅੰਦਰ ਨਾ ਜਾ ਸਕੇ ਤਾਂ ਸਾਡਾ ਅਸੀਂ ਸਵੇਰ ਦੇ ਦੇਖ ਰਹੇ ਹਾਂ ਕਿ ਇਹ ਕੀ ਹੋ ਰਿਹਾ ਸਾਡੇ ਨਾਲ ਵੀ ਆਰ ਨਾਟ ਟੈਰਰਿਸਟ ਵੀ ਆਰ ਸਟੂਡੈਂਟਸ ਜੋ ਕਿ ਪੀਸਫੁਲੀ ਆਪਦੇ ਹੱਕ ਲੈਣ ਆਏ ਆ ਜੋ ਕਿ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਤਾਂ ਇਹ ਚੀਜ਼ ਸਾਨੂੰ ਬਹੁਤ ਚੁਭੀ ਹੈ ਤੇ ਇਹ ਕਾਲਜ ਵਾਲੇ ਇਹ ਕਹਿ ਰਹੇ ਨੇ ਕਿ ਚਲੋ ਇਹਨਾਂ ਨਾਲ ਆਰਗੇਨਾਈਜੇਸ਼ਨ ਜੁੜੀਆਂ ਹੋਈਆਂ ਨੇ ਉਹ ਸਾਡੇ ਅੰਦਰ ਐਂਟਰ ਹੋਣਾ ਚਾਹੁੰਦੇ ਨੇ ਇਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਆਰਗੇਨਾਈਜੇਸ਼ਨ ਸਾਡੇ ਨਾਲ ਕੱਲ ਜੁੜੀਆਂ ਨੇ ਤੇ ਅੱਜ ਆਏ ਨੇ ਸਾਡੇ ਕੋਲ ਉਸ ਤੋਂ ਪਹਿਲਾਂ ਅਸੀਂ ਸਿਰਫ ਸਟੂਡੈਂਟ ਸੀਗੇ ਜੋ ਅੰਦਰ ਬੈਠ ਕੇ ਪੀਸਫੁਲੀ ਆਪਦਾ ਪ੍ਰੋਟੈਸਟ ਕਰ ਰਹੇ ਸੀਗੇ ਪਰ ਹੁਣ ਇਹਨਾਂ ਨੇ ਜਦੋਂ ਬੈਰੀਕੇਡ ਲਗਾ ਦਿੱਤੇ ਆ ਤਾਂ ਇਹ ਕੋਈ ਐਕਸਕਿਊਜ਼ ਨਹੀਂ ਹੈ ਕਿ ਸਾਡੇ ਨਾਲ ਆਰਗੇਨਾਈਜੇਸ਼ਨਸ ਨੇ ਕਿਉਂਕਿ ਪਹਿਲਾਂ ਸਿਰਫ ਸਟੂਡੈਂਟ ਸੀਗੇ ਤਾਂ ਇਹਨਾਂ ਨੇ ਸਟੂਡੈਂਟਸ ਦੇ ਡਰੋਂ ਮੈਨੂੰ ਨਹੀਂ ਪਤਾ ਕਿਉਂ ਲਗਾਏ ਬਟ ਹਾਂਜੀ ਇਹਨਾਂ ਨੇ ਬੈਰੀਕੇਡ ਬਿਲਕੁਲ ਹੀ ਬੰਦ ਕਰ ਦਿੱਤਾ ਆ ਅਸੀਂ ਕੋਈ ਵੀ ਸਟੂਡੈਂਟ ਅੰਦਰ ਐਂਟਰ ਨਹੀਂ ਕਰ ਸਕਦੇ ਦਿਲਪ੍ਰੀਤ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਬਿਲਕੁਲ ਦਿਲਪ੍ਰੀਤ ਇਸ ਵੇਲੇ ਕਾਲਜ ਮੈਨੇਜਮੈਂਟ ਦਾ ਕੋਈ ਨੁਮਾਇੰਦਾ ਤੁਹਾਡੇ ਤੱਕ ਆ ਕੇ ਕੋਈ ਗੱਲਬਾਤ ਤੁਹਾਡੇ ਨਾਲ ਨਹੀਂ ਕਰ ਰਿਹਾ ਮਤਲਬ ਇੰਨਾ ਸਟੂਡੈਂਟ ਉੱਥੇ ਜੁੜਿਆ ਹੋਇਆ ਇਹ ਹਾਲਾਤ ਨੇ ਔਰ ਸੈਕੰਡ ਥਿੰਗ ਕਿ ਤੁਹਾਡੀ ਹੁਣ ਤੱਕ ਜਿਵੇਂ ਗੱਲ ਕਹੀ ਸੀ ਸਾਨੂੰ ਜੋ ਸਾਡੇ ਤੱਕ ਜਾਣਕਾਰੀ ਇਹ ਪਹੁੰਚੀ ਸੀ ਕਿ ਕਾਫੀ ਹੱਦ ਤੱਕ ਸਟੂਡੈਂਟਸ ਦੀ ਗੱਲ ਉਹਨਾਂ ਨੇ ਮੰਨ ਲਈ ਹੈ ਮੰਗਾਂ ਜਿਹੜੀਆਂ ਨੇ ਉਹ ਕਿੰਨੀਆਂ ਕੁ ਮੰਨੀਆਂ ਜਾ ਰਹੀਆਂ ਕੀ ਕੁਝ ਸਟੂਡੈਂਟ ਤੁਹਾਡੇ ਨਾਲੋਂ ਤੋੜ ਦਿੱਤੇ ਗਏ ਨੇ ਜਿਨ੍ਹਾਂ ਦੀਆਂ ਮੰਗਾਂ ਮੰਨ ਲਿੱਤੀਆਂ ਗਈਆਂ ਤੇ ਬਾਕੀ ਸਾਰੇ ਬਾਹਰ ਹਜੇ ਵੀ ਬੈਠੇ ਹੋਏ ਨੇ ਹਾਂਜੀ ਸਟੂਡੈਂਟਸ ਨੂੰ ਨੋ ਡਾਊਟ ਕਿ ਐਨਰੋਲਮੈਂਟ ਦਿੱਤੀਆਂ ਗਈਆਂ ਨੇ ਟਾਈਮ ਟੇਬਲ ਵੀ ਦਿੱਤੇ ਗਏ ਨੇ ਪਰ ਗੱਲ ਇਹ ਹੈ ਕਿ ਸਾਡੀ ਅਲਰਟ ਦੇ ਟਰਸਟ ਇਸ਼ੂਜ਼ ਤੇ ਸਾਨੂੰ ਇਹ ਨਹੀਂ ਪਤਾ ਕਿ ਕਿੰਨਾ ਟਾਈਮ ਕਲਾਸਿਸ ਦੇ ਵਿੱਚ ਐਨਰੋਲ ਕਰਵਾਇਆ ਜਾਊਗਾ ਬਿਕਾਜ਼ ਪਹਿਲਾਂ ਵੀ ਸਾਡੇ ਨਾਲ ਗੱਲ ਹੋ ਚੁੱਕੀ ਆ ਜਿੱਦਾਂ ਕਿ ਸਾਨੂੰ ਪਹਿਲਾਂ ਲਿੰਕ ਮਿਲ ਚੁੱਕੀ ਸੀ ਟਾਈਮ ਟੇਬਲ ਮਿਲ ਚੁੱਕੀ ਸੀ ਸਾਡੀ ਐਨਰੋਲਮੈਂਟ ਹੋ ਚੁੱਕੀ ਸੀ ਸਭ ਕੁਝ ਹੋ ਚੁੱਕਿਆ ਸੀ ਅਸੀਂ ਪੀਸਫੁਲੀ ਆਪਣੇ ਕਲਾਸਿਸ ਵੀ ਲਗਾ ਰਹੇ ਸੀ ਅਸਾਈਨਮੈਂਟਸ ਕਰ ਰਹੇ ਸੀ ਸਾਡੀਆਂ ਸਬਮਿਸ਼ਨਾਂ ਵੀ ਹੋ ਚੁੱਕੀਆਂ ਨੇ ਸਾਡੀ ਸਭ ਦੀ ਇੰਟਰੋ ਹੋਈ ਹੋਈ ਹੈ ਸਭ ਕੁਝ ਹੋਇਆ ਬਟ ਅਚਾਨਕ 2 ਹਫ਼ਤੇ ਬਾਅਦ ਜਦੋਂ ਅਸੀਂ ਕਲਾਸਿਸ ਲਗਾ ਰਹੇ ਸੀ ਉਸ ਤੋਂ ਬਾਅਦ ਅਚਾਨਕ ਸਾਡੇ ਪੋਰਟਲ ਬੰਦ ਕਰ ਦਿੱਤੇ ਗਏ ਸਾਡੀਆਂ ਈ-ਲਰਨਿੰਗਾਂ ਬੰਦ ਹੋ ਗਈਆਂ ਸਾਡੀਆਂ ਕਲਾਸਿਸ ਲੱਗਣੋਂ ਬਿਲਕੁਲ ਬੰਦ ਹੋ ਗਈਆਂ ਤੇ ਸਾਨੂੰ ਕੋਈ ਰੀਜ਼ਨ ਨਹੀਂ ਦਿੱਤਾ ਗਿਆ ਤਾਂ ਉਹ ਚੀਜ਼ ਹੁਣੇ ਸਾਨੂੰ ਐਨਰੋਲਮੈਂਟ ਲੈਟਰ ਦੇ ਕੇ ਚੁੱਪ ਕਰਵਾ ਰਹੇ ਨੇ ਉਹ ਚੀਜ਼ ਦੀ ਕੀ ਗਰੰਟੀ ਆ ਕਿ ਇਹ ਦੁਬਾਰਾ ਨਹੀਂ ਹੋਊਗਾ ਤਾਂ ਦੁਬਾਰਾ ਵੀ ਤਾਂ ਹੁਣ ਸਾਡੇ ਈ-ਲਰਨਿੰਗ ਜਦੋਂ ਅਸੀਂ ਪ੍ਰੋਟੈਸਟ ਥੋੜਾ ਚੱਕ ਦਾਂਗੇ ਹੋ ਸਕਦਾ ਦੁਬਾਰਾ ਸਾਡੀ ਈ-ਲਰਨਿੰਗ ਬੰਦ ਹੋ ਜੇ ਹੋ ਸਕਦਾ ਦੁਬਾਰਾ ਸਾਡੀ ਕਲਾਸਾਂ ਲਗਾਉਣੀਆਂ ਬੰਦ ਹੋ ਜਾਣ ਤਾਂ ਉਦੋਂ ਅਸੀਂ ਫਿਰ ਕੀ ਕਰਾਂਗੇ ਤਾਂ ਇਸ ਕਰਕੇ ਸਾਨੂੰ ਟਰਸਟ ਇਸ਼ੂਜ਼ ਦਾ ਸਾਨੂੰ ਰਿਟਨ ਦੇ ਵਿੱਚ ਚਾਹੀਦਾ ਆ ਸਾਨੂੰ ਇੱਕ ਪ੍ਰੂਫ ਚਾਹੀਦਾ ਸਾਨੂੰ ਗਾਰੰਟੀ ਚਾਹੀਦੀ ਆ ਕਿ ਸਾਡੇ ਪੋਰਟਲ ਬੰਦ ਨਹੀਂ ਹੋਣਗੇ ਤੇ ਅਪ ਟੂ ਲਾਸਟ ਸਮੈਸਟਰ ਸਾਡੀਆਂ ਕਲਾਸਿਸ ਇਦਾਂ ਹੀ ਜਾਰੀ ਰਹਿਣਗੀਆਂ ਵਿਦਆਊਟ ਐਨੀ ਡ੍ਰੌਪ ਜੋ ਕਿ ਇਹਨਾਂ ਨੇ ਕਿਹਾ ਕਿ ਤੁਹਾਨੂੰ ਕੋਈ ਡ੍ਰੌਪ ਨਹੀਂ ਹੈਗਾ ਤਾਂ ਉਦਾਂ ਹੀ ਸਾਡੀ ਕਲਾਸਿਸ ਚੱਲਦੀਆਂ ਰਹਿਣ ਜਦੋਂ ਅਸੀਂ ਵਰਕ ਪਰਮਿਟ ਲੈਣਾ ਆ ਉਹਦੇ ਵਿੱਚ ਵੀ ਸਾਨੂੰ ਇਹ ਲੈਟਰ ਦੇਣਗੇ ਬਿਕਾਜ਼ ਹੋ ਸਕਦਾ ਸਾਡੀ ਕਲਾਸਿਸ ਕੰਟੀਨਿਊ ਕਰ ਦੇਣ ਤੇ ਲਾਸਟ ਤੇ ਕਹਿ ਦੇਣ ਕਿ ਵੀ ਆਰ ਨਾਟ ਗਿਵਿੰਗ ਯੂ ਲੈਟਰ ਬਿਲਕੁਲ ਸਾਨੂੰ ਪੂਰੀ ਫੁੱਲ ਅਸ਼ੋਰੈਂਸ ਚਾਹੀਦੀ ਹੈ ਬਿਕਾਜ਼
ਜੋ ਅੱਜ ਤੱਕ ਇਹਨਾਂ ਨੇ ਸਾਡੇ ਨਾਲ ਕੀਤਾ ਆ ਕਿ 2-2 ਹਫ਼ਤੇ ਜਵਾਕਾਂ ਨੂੰ ਕਲਾਸਾਂ ਲਵਾ ਕੇ ਇਹਨਾਂ ਨੇ ਕਹਿਤਾ ਕਿ ਤੁਸੀਂ ਹੋਰ ਕਲਾਸਿਸ ਨਹੀਂ ਲਗਾ ਸਕਦੇ, ਦੈਟਸ ਨਾਟ ਫੇਅਰ। ਤਾਂ ਜੀ ਅਸੀਂ ਇਸ ਕਰਕੇ ਹੁਣ ਡਟੇ ਹੋਏ ਆ ਕਿ ਸਾਨੂੰ ਇੱਕ ਪ੍ਰੂਫ ਚਾਹੀਦਾ, ਇੱਕ ਗਾਰੰਟੀ ਚਾਹੀਦੀ ਆ ਕਿ ਇਹ ਸਾਡੇ ਨਾਲ ਧੱਕਾ ਨਹੀਂ ਕਰਨਗੇ। ਹੁਣ ਸਾਡਾ ਪੀਸਫੁਲੀ ਸਭ ਕਲਾਸਿਸ ਚੱਲਦੀਆਂ ਰਹਿਣਗੀਆਂ ਤੇ ਐਟ ਦੀ ਐਂਡ ਸਾਨੂੰ ਗਵਰਨਮੈਂਟ ਵੀ ਆ ਜਾਊਗਾ। ਤਾਂ ਕਰਕੇ ਅਸੀਂ ਹੁਣ ਪ੍ਰੋਟੈਸਟ ਤੇ ਡਟੇ ਹੋਏ ਆ ਜੀ। ਤੇ ਦੂਸਰੀ ਗੱਲ ਕਿ ਸਭ ਦਾ ਇਹਨਾਂ ਨੇ ਕੀਤਾ ਗਾ, ਬਟ 1-2 ਬੱਚਿਆਂ ਦੀ ਇਹਨਾਂ ਨੇ ਫੀਸ ਨਹੀਂ ਐਕਸੈਪਟ ਕਰੀ, ਇਹ ਕਹਿ ਕੇ ਕਿ ਤੁਸੀਂ ਲੇਟ ਫੀਸ ਕਰੀ ਹੋਈ ਆ, ਲੇਟ ਫੀਸ ਭਰ ਰਹੇ ਹੋ। ਚਲੋ ਹੋ ਸਕਦਾ ਅਸੀਂ ਉਹ ਚੀਜ਼ ਅਗਰੀ ਕਰਦੇ ਹਾਂ ਕਿ ਚਲੋ ਠੀਕ ਹੈ, ਹੋ ਸਕਦਾ ਇਹਦਾ ਇਸ਼ੂ, ਬਿਲਕੁਲ ਸਾਨੂੰ ਆਪਦੇ ਸਾਰੇ ਹੱਲ ਚਾਹੀਦੇ ਨੇ। ਅਸੀਂ ਇਸ ਕਰਕੇ ਉਹਨਾਂ ਟਾਈਮ ਡਟੇ ਰਵਾਂਗੇ, ਅਸੀਂ ਇੱਥੋਂ ਕਿਤੇ ਨਹੀਂ ਜਾ ਰਹੇ। ਪਰ ਹਾਂ, ਅਸੀਂ ਕੋਈ ਇਹਨਾਂ ਨਾਲ ਧੱਕਾ ਨਹੀਂ ਕਰਾਂਗੇ, ਅਸੀਂ ਕੋਈ ਫਿਜ਼ੀਕਲ ਵਾਇਲੈਂਸ ਨਹੀਂ ਕਰਾਂਗੇ, ਅਸੀਂ ਚੁੱਪ ਕਰਕੇ ਦਾ ਪੀਸਫੁਲੀ ਪ੍ਰੋਟੈਸਟ ਕਰਾਂਗੇ। ਪਰ ਉਹਨਾਂ ਟਾਈਮ ਇਹ ਪ੍ਰੋਟੈਸਟ ਚੱਲੇਗਾ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ। ਸਾਨੂੰ ਫੁੱਲ ਅਸ਼ੋਰੈਂਸ ਮਿਲ ਜਾਂਦੀ ਕਿ ਤੁਹਾਡੇ ਨਾਲ ਇਹ ਚੀਜ਼ ਦੁਬਾਰਾ ਨਹੀਂ ਹੋਊਗੀ। ਜੀ ਦਿਲਪ੍ਰੀਤ, ਤੁਹਾਡੇ ਨਾਲ ਬਿਹੇਵ ਇੱਥੇ ਕਿਵੇਂ ਦਾ ਕੀਤਾ ਜਾ ਰਿਹਾ ਹੈ? ਸਪੋਰਟ ਦੇ ਵਿੱਚ ਵੀ ਕਈ ਲੋਕ ਤੁਹਾਡੇ ਉੱਥੇ ਜੁਟੇ ਹੋਏ ਨੇ ਪ੍ਰੋਟੈਸਟ ਦੇ ਵਿੱਚ, ਜਿਹੜੇ ਕਿ ਕਾਲਜ ਦੇ ਨਹੀਂ ਆ ਬੇਸ਼ੱਕ, ਤੇ ਕਾਲਜ ਵਾਲੀ ਸਾਈਡ ਤੋਂ ਤਾਂ ਤੁਹਾਨੂੰ ਸਾਰਿਆਂ ਨੂੰ ਉਠਾ ਦਿੱਤਾ ਗਿਆ ਉੱਥੋਂ। ਇਸ ਵੇਲੇ ਮੌਜੂਦ ਕਿੱਥੇ ਹੋ, ਕਿੰਨੀ ਦੂਰੀ ਦੇ ਉੱਤੇ, ਕਿ ਕਾਲਜ ਦੇ ਆਲੇ ਦੁਆਲੇ ਹੀ ਤੁਹਾਡੇ ਪ੍ਰੋਟੈਸਟ ਚੱਲ ਰਿਹਾ? ਹਾਂਜੀ, ਤਾਂ ਇਹ ਸਾਡੇ ਨਾਲ ਕੀਤਾ ਗਿਆ ਕਿ ਅਸੀਂ ਅੰਦਰ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀਗੇ। ਚਲੋ ਇਹ ਚੀਜ਼ ਬਣਦੀ ਵੀ ਹੈ, ਪਰ ਥੋੜਾ ਉਹਨਾਂ ਨੂੰ ਬਿਹੇਵੀਅਰ ਚੰਗਾ ਕਰਨਾ ਚਾਹੀਦਾ ਸੀਗਾ। ਤੇ ਕਿ ਸਾਨੂੰ ਉਹ ਕਹਿੰਦੇ ਕਿ ਟਰੈਸ ਪਾਸਿੰਗ ਕਰਕੇ ਤੁਹਾਨੂੰ ਬਾਹਰ ਜਾਣਾ ਪਊਗਾ। ਬਸ ਤੁਹਾਨੂੰ ਅਸੀਂ ਵਰਬਲ ਵਾਰਨਿੰਗ ਦਵਾਂਗੇ, ਉਸ ਤੋਂ ਬਾਅਦ ਤੁਹਾਨੂੰ ਫਿਜ਼ੀਕਲੀ ਤੁਹਾਨੂੰ ਕੱਢਿਆ ਜਾਊਗਾ। ਇਹ ਕਹਿੰਦੇ ਕਿ ਤੁਹਾਡਾ ਰਾਈਟ ਹੈ, ਬਟ ਅਸੀਂ ਹੁਣੀ ਰੀਸੈਂਟਲੀ ਲਾਇਰ ਨਾਲ ਗੱਲ ਕਰੀ ਜੋ ਸਾਨੂੰ ਪ੍ਰੋਵਾਈਡ ਕਰਵਾਏ ਗਏ ਸੀਗੇ। ਮੈਨੂੰ ਲਾਇਰ ਦੀ ਦਾ ਨੇਮ ਨਹੀਂ ਪਤਾ, ਪਰ ਅੱਜ ਉਹਨੇ ਸਾਡੀ ਬਹੁਤ ਹੈਲਪ ਕਰੀ। ਤਾਂ ਸਾਨੂੰ ਉਹਨਾਂ ਨੇ ਦੱਸਿਆ ਕਿ ਸਵੇਰ 6 ਵਜੇ ਤੋਂ ਲੈ ਕੇ ਰਾਤ ਦੇ 9:30 ਵਜੇ ਤੱਕ ਟ੍ਰੈਸਪਾਸਿੰਗ ਦਾ ਕੇਸ ਨਹੀਂ ਪੈਂਦਾ ਹੁੰਦਾ। ਜ਼ਿਆਦਾ ਤੋਂ ਜ਼ਿਆਦਾ ਫਾਈਨ ਪੈ ਜਾਂਦਾ ਹੁੰਦਾ, ਬਟ ਕੇਸ ਨਹੀਂ ਪੈਂਦਾ ਹੁੰਦਾ। ਤਾਂ ਸਾਨੂੰ ਇਹਨਾਂ ਨੇ ਡਰਾ ਕੇ ਕੱਢਿਆ ਆ, ਪੁਲਿਸ ਇਹਨਾਂ ਨੇ ਬੁਲਾਈ ਗਈ, ਟ੍ਰੈਸਪਾਸਿੰਗ ਲਈ ਤੁਹਾਨੂੰ ਇੱਥੋਂ ਕੱਢਿਆ ਜਾ ਰਿਹਾ। ਸਾਡਾ ਸਾਰਾ ਖਾਣ ਪੀਣ ਦਾ ਜੋ ਸਮਾਨ ਸੀ, ਲੰਗਰ ਲੈ ਕੇ ਆਏ ਸੀ, ਤੇ ਸਾਡਾ ਪਾਣੀ ਦੀਆਂ ਬੋਤਲਾਂ, ਜਿੰਨਾ ਵੀ ਸਾਡਾ ਸਮਾਨ ਸੀਗਾ ਉਹ ਸਭ ਉਠਾ ਕੇ ਸਾਡਾ ਸਾਈਡ ਬਾਕਸ ਤੇ ਰੱਖਤਾ ਇਹਨਾਂ ਨੇ। ਬੜੇ ਅਸੀਂ ਉਹਨਾਂ ਨੇ ਕਿਹਾ ਕਿ ਰੁਕ ਜਾਓ, ਹਜੇ ਵੀ ਸਾਡਾ ਸਮਾਨ ਏਦਾਂ ਨਾ ਸੁੱਟੋ, ਬਟ ਉਹਨਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ। ਸਾਡਾ ਸਾਰਾ ਸਮਾਨ ਰੋਡ ਦੀ ਸਾਈਡ ਤੇ ਪਿਆ ਰਿਹਾ ਹੈ, ਜੋ ਕਿ ਉਹ ਦੇਖ ਕੇ ਸਾਡਾ ਦਿਲ ਬਹੁਤ ਹੋਇਆ। ਉਹ ਚੀਜ਼ ਬਹੁਤ ਦਰਦਨਾਕ ਸੀ, ਉਹ ਚੀਜ਼ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ। ਜੀ ਬਿਲਕੁਲ ਦਿਲਪ੍ਰੀਤ, ਥੈਂਕ ਯੂ ਸੋ ਮਚ। ਅਸੀਂ ਕੋਸ਼ਿਸ਼ ਕਰਾਂਗੇ, ਹੋਰ ਤੁਹਾਡੇ ਕੋਲ ਅਪਡੇਟ ਹੋਇਆ ਤਾਂ ਪਲੀਜ਼ ਸਾਡੇ ਨਾਲ ਜ਼ਰੂਰ ਜੁੜਿਓ ਤਾਂ ਕਿ ਸਾਨੂੰ ਉੱਥੋਂ ਦਾ ਸਾਰਾ ਅਪਡੇਟ ਤੁਹਾਡੇ ਥਰੂ ਮਿਲਦਾ ਰਹੇ। ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਲਈ ਦਿਲਪ੍ਰੀਤ। ਹਾਂਜੀ, ਥੈਂਕ ਯੂ ਜੀ ਜਸ਼ਨ, ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਕਿ ਸਟੂਡੈਂਟ ਜਿਵੇਂ ਕਿ ਕਹਿ ਰਹੇ ਵੀ ਅਸੀਂ ਟੈਰਰਿਸਟ ਨਹੀਂ ਆ, ਅਸੀਂ ਸਟੂਡੈਂਟ ਆ, ਔਰ ਉਹ ਸਟੂਡੈਂਟ ਜਿਹੜੇ ਬਹੁਤ ਵੱਡਾ ਯੋਗਦਾਨ ਹੈ ਕੈਨੇਡੀਅਨ ਇਕਨੋਮੀ ਦੇ ਵਿੱਚ, ਜਿਹੜੇ ਸਟੂਡੈਂਟਸ ਆ ਉਹਨਾਂ ਦੇ ਨਾਲ ਜਦੋਂ ਇਦਾਂ ਦਾ ਬਿਹੇਵ ਕੀਤਾ ਜਾ ਰਿਹਾ ਹੈ, ਨਾ ਕੋਈ ਪੋਲੀਟੀਸ਼ੀਅਨ ਨਾ ਕੋਈ ਹੋਰ ਵੱਡਾ ਨੁਮਾਇੰਦਾ ਕੋਈ ਜਾ ਕੇ ਇਸ ਚੀਜ਼ ਨੂੰ ਰੁਕਵਾ ਰਿਹਾ, ਨਾ ਕੋਈ ਆਵਾਜ਼ ਚੁੱਕ ਰਿਹਾ। ਇੱਕਾ ਦੁੱਕਾ ਤੁਸੀਂ ਜਗਮੀਤ ਸਿੰਘ ਹੋਣਾ ਦਾ ਨਾਮ ਲਿਆ ਜਾਂ ਹੋਰਾਂ ਨੇ ਥੋੜਾ ਬਹੁਤ ਇਹਨੂੰ ਜ਼ਰੂਰ ਚੁੱਕਿਆ ਹੈਗਾ ਇਸ ਮੁੱਦੇ ਨੂੰ। ਕੀ ਲੱਗਦਾ ਹੈ ਕਿਤੇ ਨਾ ਕਿਤੇ ਇਹ ਜਿਹੜਾ ਵੀਕ ਪੁਆਇੰਟ ਹੈ? ਮੈਂ ਪਹਿਲਾਂ ਵੀ ਜਿਹੜਾ ਸਵਾਲ ਤੁਹਾਨੂੰ ਪੁੱਛਣ ਲੱਗੀ ਸੀ ਜਸ਼ਨ, ਕਿ ਕੈਨੇਡਾ ਆਉਣ ਦੀ ਦੌੜ ਦੇ ਵਿੱਚ ਸਾਰੇ ਕਾਲਜਾਂ ਨੂੰ ਪਤਾ ਵੀ ਆਣਾ ਹੀ ਆਣਾ ਸਟੂਡੈਂਟ, ਉਹ ਤਾਂ ਕੋਈ ਨਾਰਮਲ ਵੀ ਐਡ ਪਾ ਦੇਵੇ, ਚਾਹੇ ਉਹ ਕੋਈ ਫਰਾਡ ਹੀ ਹੋਵੇ, ਉਹਦੀ ਐਡ ਵੀ ਚੱਲ ਜਾਣੀ ਬਹੁਤ ਜ਼ਿਆਦਾ। ਉਹਨਾਂ ਨੂੰ ਪਤਾ ਵੀ ਬੰਦੇ ਇੱਥੇ ਆਉਣ ਵਾਲੇ ਬਹੁਤ ਪਏ ਨੇ, ਉਹਨਾਂ ਨੇ ਵੀ ਪੈਸਾ ਉਹਨਾਂ ਤੋਂ ਬਟੋਰ ਹੀ ਲੈਣਾ। ਹੁਣ ਕਿਤੇ ਨਾ ਕਿਤੇ ਲੱਗਦਾ ਵੀ ਕਿਤੇ ਨਾ ਕਿਤੇ ਵੀਕ ਪੁਆਇੰਟ ਜਿਹੜਾ ਇਹਦਾ ਫਾਇਦਾ ਵੀ ਕਾਫੀ ਹੱਦ ਤੱਕ ਚੁੱਕਿਆ ਜਿਹੜਾ ਇਨਸਾਫ ਦੀ ਗੱਲ ਕੀਤੀ ਹੀ ਨਹੀਂ ਜਾ ਰਹੀ। ਇਹ ਕਾਲਰ ਦੀ ਆਪਾਂ ਕਾਲ ਵੀ ਨਾਲ ਅਟੈਂਡ ਕਰਦੇ ਹਾਂ, ਫਿਰ ਆਪਾਂ ਇਸ ਦਾ ਜਵਾਬ ਜਿਹੜਾ ਮੈਨੂੰ ਜ਼ਰੂਰ ਦੇਣਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ੈਰੀ ਜੀ, ਸਤਿ ਸ੍ਰੀ ਅਕਾਲ। ਆਪਣੇ ਤੁਹਾਡੇ ਗੈਸਟ ਆ ਜਿਹੜੇ ਸਟੂਡੈਂਟ, ਇਹਨਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਇਹ ਸ਼ੋਅ ਦੇਖ ਰਿਹਾ ਸੀਗਾ। ਲਾਸਟ ਟਾਈਮ ਵੀ ਜਦੋਂ ਸਟੂਡੈਂਟ ਆਏ ਸੀਗੇ ਉਦੋਂ ਵੀ ਮੈਂ ਆਪਣੇ MP ਸਾਹਿਬ ਬੈਠੇ ਸੀਗੇ, ਦੋਨੇ ਸੁਖਤਾਲੀ ਵਾਲੇ ਵੀ ਆਏ ਸੀ, ਉਦੋਂ ਵੀ ਇਹ ਸਵਾਲ ਖੜਾ ਹੋਇਆ ਸੀਗਾ ਵੀ ਇਹ ਜਿਹੜੇ ਸਟੂਡੈਂਟ ਆ ਇਹਨਾਂ ਦੇ ਨਾਲ ਖੱਜਲ ਖੁਆਰੀ ਕਿਉਂ ਹੋ ਰਹੀ ਆ। ਸਵਾਲ ਪਹਿਲਾਂ ਤਾਂ ਇਹ ਬਣਦਾ ਕਿ ਪ੍ਰੋਟੈਸਟ ਉਹ ਡੈਮੋਕ੍ਰੇਸੀ ਦੀ ਲਿਹਾਜ਼ ਨਾਲ ਉਦੋਂ ਹੁੰਦਾ ਜਦੋਂ ਸਰਕਾਰਾਂ ਦੇ ਵਿਚਾਲੇ ਕਿਸੇ EMPLOYEE ਦਾ ਕੋਈ ਰੌਲਾ ਹੋਵੇ ਜਾਂ ਸਰਕਾਰ ਉਹਨਾਂ ਨੂੰ ਕੋਈ ਸਹੂਲਤ ਦਿੰਦੀ ਹੋਵੇ। ਤੇ ਜਦੋਂ ਇੱਕ ਜਿਹੜਾ ਸਟੂਡੈਂਟ ਆ ਕੈਨੇਡਾ ਦੀ ਇਕਨੋਮੀ ਦੇ ਵਿੱਚ ਆ ਕੇ ਪੈਸੇ ਇਨਵੈਸਟ ਕਰਦਾ, ਉਹ ਪ੍ਰੋਟੈਸਟ ਆਉਂਦਾ ਨਹੀਂਗਾ। ਇਹ ਸਵਾਲ ਆ, ਇਹ ਸਰਕਾਰ ਤੇ ਨੁਮਾਇੰਦਿਆਂ ਦੇ ਸਵਾਲ ਆ। ਹੁਣ ਸਾਡੇ ਵਰਗੀ ਪਬਲਿਕ ਨੇ ਥੋੜ੍ਹਾ ਜਾ ਕੇ ਇਹਨਾਂ ਲਈ ਲੜਨਾ, ਵਿਚਾਰਿਆਂ ਲਈ ਲੜਨਾ ਤਾਂ ਸਿਸਟਮ ਦੇ ਵਿੱਚ ਸਰਕਾਰ ਨੇ ਹੁੰਦਾ। ਸਰਕਾਰ ਖਹਿੜਾ ਛਡਾਉਂਦੀ, ਜਿਵੇਂ ਤੁਸੀਂ ਦੱਸ ਕੇ ਹਟੇ ਆ ਤੁਹਾਡੇ ਸ਼ੋਆਂ ਦੇ ਉੱਤੇ ਵੀ, ਜਦੋਂ ਪ੍ਰੋਵਿੰਸ਼ਲ MLA ਆਉਂਦਾ ਤਾਂ ਉਹ ਕਹਿੰਦਾ ਜੀ ਇਹ ਫੈਡਰਲ ਦੀ ਜੌਬ ਆ, ਜਦੋਂ ਫੈਡਰਲ ਵਾਲਾ ਆਉਂਦਾ ਉਹ ਕਹਿੰਦੇ ਪ੍ਰੋਵਿੰਸ਼ਲ ਦੀ ਜੌਬ। ਸਵਾਲ ਇਹ ਹੈ ਕਿ ਇਹਨਾਂ ਨੇ 2018 ਚ ਮੈਂ ਅੱਗੇ ਦੱਸਿਆ ਸੀ, ਨੰਬਰ ਵੀ ਦੱਸੇ ਸੀ ਕਿ ਮੇਰਾ ਖਿਆਲ $2 ਬਿਲੀਅਨ ਕਮਾਇਆ ਇਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਾਂ ਤੋਂ।
ਜਦੋਂ ਇਹਨਾਂ ਦਾ ਬਿਜ਼ਨਸ ਹੈ, ਜਦੋਂ ਇਹ ਇਹਨਾਂ ਬੱਚਿਆਂ ਤੋਂ ਸਾਰੀਆਂ ਉੱਥੇ ਐਫੀਡੈਵਿਟ ਲੈਂਦੇ ਆ ਵੀ ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ, ਕਿਹੜੇ ਤੁਹਾਡੇ ਫਾਦਰ ਆ, ਤੁਹਾਡਾ ਅਕਾਊਂਟ ਕੀ ਹੈ, ਫਿਰ ਜਦੋਂ ਇੱਥੇ ਕਾਲਜ ਹੀ ਖੁੱਲਦੇ ਆ 2-2 ਰੂਮਾਂ ਵਾਲੇ ਕਾਲਜ, ਤਾਂ ਇਹਦੀ ਰਿਕੁਆਇਰਮੈਂਟ ਪੂਰੀ ਕਰਨ ਲਈ ਬੋਰਡ ਬਣਾਉਣਾ ਚਾਹੀਦਾ। ਚਾਹੇ ਉਹ ਪ੍ਰੋਵਿੰਸ਼ੀਅਲ ਬੋਰਡ ਬਣੇ, ਫੈਡਰਲ ਬੋਰਡ ਬਣੇ, ਉਹਦੀ ਪੂਰੀ ਰਿਕੁਆਇਰ, ਜਿੱਦਾਂ ਹੁਣ ਇੱਥੇ ਕੋਈ ਬੰਦਾ ਆਫਿਸ ਖੋਲਦਾ ਸਰੀ ਦੇ ਵਿੱਚ, ਤਾਂ ਸਿਟੀ ਹਾਲ ਦਾ ਇੰਸਪੈਕਟਰ ਆ ਕੇ ਉਹਨੂੰ ਇੰਸਪੈਕਟ ਕਰਦਾ ਕਿ ਉਹਦੇ ਵਿੱਚ ਸਪ੍ਰਿੰਕਲ ਲੱਗੇ ਹੋਏ ਆ, ਫਾਇਰ ਵਾਸਤੇ ਉਹਦੇ ਵਿੱਚ ਉਹ ਵਾਸ਼ਰੂਮ ਹੈਗਾ, ਉਹਦੇ ਵਿੱਚ ਇੰਨੀਆਂ ਸਹੂਲਤਾਂ ਹੈਗੀਆਂ। ਹਾਲਾਂਕਿ ਉਹ 3, 4 ਜਾਂ 5 ਬੰਦਿਆਂ ਦੇ ਲਈ ਕੰਮ ਕਰਨ ਲਈ ਹੁੰਦਾ ਤੇ ਹਜ਼ਾਰਾਂ ਸਟੂਡੈਂਟ ਆਉਂਦੇ ਆ। ਸੋ ਇਹ ਜਿਹੜਾ ਮੁੱਦਾ, ਇਹ ਸਰਕਾਰ ਦੇ ਨੁਮਾਇੰਦਿਆਂ ਦਾ ਮੁੱਦਾ, ਜਿਹੜੇ ਬੰਦੇ ਸਾਨੂੰ ਰੀਪ੍ਰੈਜ਼ੈਂਟ ਕਰਦੇ ਆ, ਜਿਹੜੇ ਪੰਜਾਬੀ ਬਣੇ ਆ, ਕਿਤੇ ਗੋਰਿਆਂ ਕੋਲੇ ਇਹਨਾਂ ਕੋਲੇ ਘਾਟ ਸੀ ਕਿਸੇ ਚੀਜ਼ ਦੀ ਵੀ ਉਹ ਗੋਰਿਆਂ ਨੂੰ ਐਮਪੀ ਬਣਾ ਲੈਂਦੇ। ਘਾਟ ਤਾਂ ਇਸ ਚੀਜ਼ ਦੀ ਸੀ ਕਿ ਰੀਪ੍ਰੈਜ਼ੈਂਟ ਕਰਨ ਵਾਲਾ ਬੰਦਾ ਹੈ ਹੀ ਨਹੀਂ ਸੀ ਕੋਈ। ਜਦੋਂ ਰੀਪ੍ਰੈਜ਼ੈਂਟ ਕਰਨ ਵਾਲਾ ਹੈ ਤਾਂ ਇਹਨਾਂ ਨੂੰ ਚਾਂਸ ਦਿੱਤਾ, ਔਰ ਇਹ ਲੋਕ ਖਹਿੜਾ ਛੜਾ ਜਾਂਦੇ ਆ ਇਹ ਕਹਿ ਕੇ ਵੀ ਨਹੀਂ ਜੀ ਇਹ ਸਿਸਟਮ ਦੀ ਲੜਾਈ ਹੈ। ਇਹ ਬੱਚਿਆਂ ਨੂੰ, ਇਹਨਾਂ ਨੂੰ ਵਿਚਾਰਿਆਂ ਨੂੰ ਲਿਆ ਕੇ ਇੱਥੇ ਤੁਸੀਂ ਛੱਡੀ ਜਾਂਦੇ। ਇਹਨਾਂ ਤਾਂ ਭੈੜਾ ਹਾਲ ਇੰਡੀਆ ਦੇ ਵਿੱਚ ਹੈ ਨਹੀਂਗਾ। ਤੁਸੀਂ ਇੰਡੀਆ ਦੇ ਵਿੱਚ NIR ਸਟੂਡੈਂਟ ਬਣ ਕੇ ਜਾਓ, ਉੱਥੇ ਆਹ ਹਾਲਤ ਨੀ ਗੀ। ਮੈਂ ਆਪਦੀ ਆ ਇੱਕ ਲੜਕੀ ਇੰਡੀਆ ਦੇ ਵਿੱਚ 6 ਸਾਲ ਪੜ੍ਹਾਈ ਹੈ ਤੇ ਉਹਦੇ ਨਾਲ ਤਾਂ ਪ੍ਰੋਟੈਸਟ ਕੋਈ ਕੀਤਾ ਨਹੀਂ। ਉੱਥੇ ਜਾ ਕੇ ਇਹ ਜੇ ਕਿਤੇ ਅੱਜ ਪ੍ਰੋਟੈਸਟ ਹੈ ਕਿਉਂਕਿ ਵੇਅਰ ਹਾਊਸ ਖਾਲੀ ਪਏ ਆ, ਜਿਹਦਾ ਜੀ ਕਰਦਾ ਬਾਹਰ ਲਾ ਲੈਂਦਾ ਸਾਈਨ ਕਾਲਜ ਦਾ। ਕੋਈ ਉੱਥੇ ਵਿਚਾਰਿਆਂ ਨੂੰ ਕੋਈ ਫੈਸਿਲਿਟੀਜ਼ ਨਹੀਂ, ਕੋਈ ਉੱਥੇ ਕੋਈ ਪਾਣੀ ਦਾ ਪ੍ਰਬੰਧ। ਮੈਂ ਕਹਿੰਦਾ ਤੂੰ ਮੈਂ ਨਹੀਂ ਪ੍ਰੋਬਲਮ ਹੈ ਡਾਊਨਟਾਊਨ ਦੇ ਵਿੱਚ ਜਾ ਕੇ ਤੁਸੀਂ ਦੇਖੋ, ਇੱਥੇ ਸਾਡੇ ਵੈਨਕੂਵਰ ਦੇ ਵਿੱਚ। ਸੋ ਇਹ ਜਿਹੜਾ ਮੁੱਦਾ ਇਹ ਮੈਂ ਤੁਹਾਨੂੰ ਵੀ ਰਿਕੁਐਸਟ ਕਰਦਾ ਕਿ ਤੁਸੀਂ ਇਹਨਾਂ ਨੂੰ ਵਾਰ-ਵਾਰ ਇੱਥੇ ਲਿਆਓ, ਇਹਨਾਂ ਲੋਕਾਂ ਨੂੰ ਸਵਾਲ ਪੁੱਛੋ ਸਿਸਟਮੈਟਿਕਲੀ। ਇਹ ਅੱਗੇ ਵਾਲਾ ਜ਼ਮਾਨਾ ਨਹੀਂਗਾ ਵੀ ਲੋਕ, ਹੁਣ ਤਾਂ ਲੋਕ ਹਰ ਬੰਦੇ ਕੋਲੇ ਨੌਲੇਜ ਹੈ। ਅਸੀਂ ਤਾਂ ਇਹਨਾਂ ਦੇ ਨਾਲ ਖੜ ਸਕਦੇ ਆ, ਇੱਕ ਜਾਂ 2 ਬੰਦੇ ਇੰਡੀਵਿਜੂਅਲ ਕੀ ਸਪੋਰਟ ਕਰਾਂਗੇ। ਇਹ ਬਹੁਤ ਵੱਡਾ ਮਸਲਾ, ਪਰ ਇਹ ਨਜਿੱਠਿਆ ਜਾਊਗਾ ਸਰਕਾਰਾਂ ਤੋਂ, ਕਿਉਂਕਿ ਸਰਕਾਰਾਂ ਲਿਆਉਂਦੀਆਂ, ਪੈਸੇ ਬਣਾਉਂਦੀਆਂ, ਇਨਪੁੱਟ ਹੁੰਦੀ ਆ। ਕੈਨੇਡਾ ਦੀ ਇਕਨੋਮੀ ਚੱਲਦੀ ਇੱਥੋਂ ਆ, ਜਾਂ ਵਰਕ ਲਈ ਤੁਸੀਂ ਦੇਖੋ ਕਿੰਨਾ ਬੁਰਾ ਹਾਲ ਆ। ਔਰ ਇਹ ਵਿਚਾਰੇ ਬੱਚੇ ਆ ਕੇ ਇੱਥੇ ਪਹਿਲਾਂ ਤਾਂ ਇਹਨਾਂ ਤੋਂ ਸ਼ੈਲ ਲਾਉਂਦੇ ਆ, ਇਹਨਾਂ ਦੀ 3 ਗੁਣਾ ਇਹਨਾਂ ਤੋਂ ਫੀਸਾਂ ਲੈਂਦੇ ਆ। ਫਿਰ ਜੇ ਤੁਸੀਂ ਇੰਨੀਆਂ ਲੈਣੇ ਇਹਨਾਂ ਨੂੰ ਫੈਸਿਲਿਟੀਜ਼ ਵੀ ਦਿਓ, ਇਹ ਕਿਹਦੀ ਜ਼ਿੰਮੇਵਾਰੀ ਹੈ? ਇਸ ਕਰਕੇ ਮੈਂ ਤਾਂ ਇਹਨਾਂ ਦੇ ਨਾਲ ਖੜਾ। ਮੇਰੀ ਤਾਂ ਵਿਚਾਰਧਾਰਾ ਵੀ ਇਹਨਾਂ ਦੇ ਨਾਲ ਆ ਵੀ ਤੁਸੀਂ ਤਕੜੇ ਹੋ ਕੇ ਸਿਸਟਮ ਦੀ ਲੜਾਈ ਹੈ, ਵਾਇਲੈਂਸ ਨਾਲ ਜਾਓ। ਇਹਨਾਂ ਨੂੰ ਪੁੱਛੋ, ਆਪਣੇ ਮੈਂਬਰ ਆਫ ਪਾਰਲੀਮੈਂਟਾਂ ਨੂੰ, MLA ਨੂੰ ਪੁੱਛੋ ਇਹ ਚੀਜ਼ਾਂ। ਇਹ ਖਹਿੜਾ ਛਡਾਉਣ ਵਾਲੇ ਆ, ਰਾਈਟ? ਖਹਿੜਾ ਨਹੀਂ ਆ ਉਹ ਛੁੱਟਣਾ, ਕਿਉਂਕਿ ਇਹ ਬਹੁਤ ਵੱਡਾ ਇਸ਼ੂ ਹੈ। ਸੋ ਮੇਰੇ ਤੇ ਇੰਨੀ ਵਿਚਾਰਧਾਰਾ ਸੀ, ਮੈਂ ਸਪੋਰਟ ਕਰਦਾ ਇਹਨਾਂ ਦੀ। ਥੈਂਕ ਯੂ ਤੁਹਾਡਾ ਸਮਾਂ ਦੇਣ ਲਈ। ਸ਼ੁਕਰੀਆ ਬਰਾੜ ਸਾਹਿਬ ਜੀ। ਜਸ਼ਨ, ਮੈਂ ਤੁਹਾਡੇ ਤੋਂ ਜਿਹੜਾ ਸਵਾਲ ਪੁੱਛਣਾ ਮੈਂ ਉੱਥੇ ਆਵਾਂਗੀ। ਜਿਸ ਕਾਰਨ ਬਰਾੜ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਜਿਵੇਂ ਬਾਈ ਨੇ ਗੱਲ ਕੀਤੀ ਸੀਗੀ, ਬਿਲਕੁਲ ਸਹੀ। ਉਹ ਚੀਜ਼ਾਂ ਆਪਾਂ ਦੇਖਦੇ ਆਂ ਵੀ ਪ੍ਰਾਈਵੇਟ ਕਾਲਜਸ ਨੇ, ਜਿਹੜੇ ਪ੍ਰਾਈਵੇਟ ਕਾਲਜਸ ਸਾਨੂੰ ਲਗਾਤਾਰ ਪਰਮਿਟ ਮਿਲਦੇ ਰਹਿੰਦੇ ਨੇ। ਇੰਸਪੈਕਸ਼ਨ ਜਿਹੜਾ ਬੋਰਡ ਜਿਹਨਾਂ ਨੇ ਗੱਲ ਕੀਤੀ, ਮਿਨਿਸਟਰੀ ਆਫ ਐਜੂਕੇਸ਼ਨ ਦਾ ਇਹ ਫਰਜ਼ ਬਣਦਾ ਵੀ ਉਹ ਚੀਜ਼ਾਂ ਕੁਛ ਨਾ ਕੁਛ ਹੋਣ, ਕੋਈ ਨਾ ਕੋਈ ਉਹ ਜਿਹੇ ਜਿਹੜੇ ਇੱਕ ਮਾਪਦੰਡ ਹੋਣ ਜਿਨ੍ਹਾਂ ਦੇ ਨਾਲ ਪਤਾ ਲੱਗੇ ਵੀ ਕਿੰਨੇ ਕੁ ਬੱਚੇ ਨੇ ਇੱਥੇ ਆ ਸਕਦੇ ਨੇ, ਹਨਾ। ਮੰਨ ਲਓ ਵੀ ਆਪਾਂ 5 ਸਾਲ ਪਹਿਲਾਂ ਦੀ ਗੱਲ ਕਰ ਲਈਏ, 5-6 ਸਾਲ ਪਹਿਲਾਂ, ਜਦੋਂ ਇੰਨੇ ਪ੍ਰਾਈਵੇਟ ਕਾਲਜਸ ਨਹੀਂ ਹੁੰਦੇ ਸੀਗੇ, ਉਦੋਂ ਗਿਣਵੇਂ ਚੁਣਵੇਂ ਕਾਲਜਸ ਹੁੰਦੇ ਸੀਗੇ ਜਿੱਥੋਂ ਪੰਜਾਬ ਤੋਂ ਬੱਚੇ ਆਉਂਦੇ ਉਦੋਂ ਵੀ ਸੀਗੇ। ਉਦੋਂ ਬੱਚਿਆਂ ਨੂੰ ਜਿਹੜੀ ਨਾ ਤਾਂ ਕੋਈ ਇਸ ਚੀਜ਼ ਦੇ ਵਿੱਚ ਦਿੱਕਤ ਇੰਨੀ ਆਉਂਦੀ ਸੀਗੀ ਕਿ ਸਾਨੂੰ ਵਰਕ ਪਰਮਿਟ ਨਹੀਂ ਮਿਲ ਰਿਹਾ, ਨਾ ਉਹਨਾਂ ਨੂੰ ਇਹ ਪ੍ਰੋਟੈਸਟ ਕਰਨ ਦੀ ਲੋੜ ਪੈਂਦੀ ਸੀ। ਮੁੜ ਕੇ ਹੋਇਆ ਕਿ ਸਾਰਿਆਂ ਨੇ ਆਪਦੇ ਬਿਜ਼ਨਸ ਬਣਾ ਲਏ ਸਾਰਿਆਂ ਨੇ, ਕਿਉਂਕਿ ਥੋੜੇ ਲੂਪ ਹੋਲ ਸੀਗੇ ਜਿਹੜੇ ਉਹ ਯੂਜ਼ ਕਰ ਲਏ। ਫੋਰ ਐਗਜ਼ਾਮਪਲ ਜਿਵੇਂ ਕਿਊਬਿਕ ਦੇ ਵਿੱਚ ਇਹ ਰੂਲ ਹੈ ਵੀ ਕੋਈ ਮਰਜ਼ੀ ਕਾਲਜ ਹੋਵੇ, ਜੇ ਉਹ ਸਰਟਨ ਅਮਾਉਂਟ ਆਫ ਘੰਟੇ ਪੜਾਉਂਦੇ ਨੇ ਪੂਰੇ ਇੱਕ ਸਮੈਸਟਰ ਦੇ ਵਿੱਚ, ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ। ਉਹ 2 ਕਮਰਿਆਂ ਦੇ ਵਿੱਚ ਕਾਲਜ ਖੁੱਲ ਗਿਆ। ਉਸ ਤੋਂ ਬਾਅਦ ਆਨਲਾਈਨ ਕਲਾਸਾਂ ਹੋ ਗਈਆਂ। ਆਨਲਾਈਨ ਕਲਾਸਾਂ ਦੇ ਨਾਲ ਕੀ ਹੋਇਆ, ਜਿਵੇਂ ਆਪਾਂ ਅਲਫਾ ਅਕੈਡਮੀ ਦਾ ਦੇਖ ਰਹੇ ਹਾਂ ਹੁਣ, ਉਵੇਂ ਥੋੜਾ ਜਿਹਾ ਕਾਲਜ ਆ, ਛੋਟਾ ਕਾਲਜ ਆ, ਪਰ ਜ਼ਿਆਦਾ ਜਿਹੜੇ ਸਟੂਡੈਂਟ ਸੀ ਉਹ ਚ ਐਨਰੋਲ ਹੋ ਗਏ। ਕਿਸੇ ਨੇ ਨਹੀਂ ਦੇਖਿਆ ਵੀ ਉਹਨੇ ਟੀਚਰ ਹੈਗੇ ਨੇ ਜਾਂ ਨਹੀਂ ਹੈਗੇ। ਸਿਰਫ ਤੇ ਸਿਰਫ ਕੀ ਆ, ਜੇ ਵਰਕ ਪਰਮਿਟ ਵਾਸਤੇ ਐਫੀਲੀਏਸ਼ਨ ਚਾਹੀਦੀ ਸੀਗੀ, ਸੇਂਟ ਲਾਰੈਂਸ ਕਾਲਜ ਤੋਂ ਐਫੀਲੀਏਸ਼ਨ ਮਿਲ ਗਈ। ਐਵੇਂ ਦੇ ਕਿੰਨੇ ਹੀ ਹੋਰ ਕਾਲਜ ਨੇ, ਐਵੇਂ ਦੇ ਕਿੰਨੇ ਹੀ ਅਲਫਾ ਅਕੈਡਮੀਜ਼ ਨੇ ਜਿਹੜੀਆਂ ਕੈਨੇਡਾ ਦੇ ਵਿੱਚ ਇਸ ਟਾਈਮ ਦੇ ਉੱਤੇ ਕੰਮ ਕਰ ਰਹੀਆਂ ਨੇ। ਜਿਵੇਂ ਜਸ਼ਨ ਬਾਈ ਨੇ ਪਹਿਲਾਂ ਗੱਲ ਕੀਤੀ ਸੀਗੀ ਵੀ ਜੇ ਅਸੀਂ ਹੁਣ ਨਹੀਂ ਗੱਲ ਕਰਾਂਗੇ, ਕੱਲ ਨੂੰ ਸਾਨੂੰ ਕੋਈ ਹੋਰ ਕਾਲਜ ਦਿਖ ਜੂਗਾ। ਹਾਂ ਬਿਲਕੁਲ, ਫਿਰ ਇਹੀ ਮੈਨੂੰ ਲੱਗਦਾ ਹਫਤੇ 2 ਹਫ਼ਤਿਆਂ ਤੱਕ ਫਿਰ ਆਪਾਂ ਇਹਦਾ ਟੌਪਿਕ ਤੇ ਗੱਲ ਕਰਦੇ ਹੋਣਾ ਵੀ ਹੁਣ ਆਹ ਕਾਲਜ ਨੇ ਆਹ ਕਰ ਦਿੱਤਾ, ਕਿਉਂਕਿ ਮੌਂਟਰੀਅਲ ਕਾਲਜ ਦਾ ਇਸ਼ੂ ਹਜੇ ਥੋੜੇ ਦਿਨ ਪਹਿਲਾਂ ਹੀ ਡਿਸਕਸ ਕੀਤਾ ਸੀਗਾ। ਬਿਲਕੁਲ ਜਸ਼ਨ, ਜਿਵੇਂ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀਗੀ ਵੀ ਵੀਕ ਪੁਆਇੰਟ ਜਿਹੜਾ ਕਾਫੀ ਹੱਦ ਤੱਕ ਜਾਣ ਚੁੱਕੇ ਨੇ, ਜਿਵੇਂ ਕਿ ਆਪਣੇ ਕਾਲਰ ਨੇ ਵੀ ਗੱਲ ਕਹੀ ਸੀਗੀ ਵੀ ਇਦਾਂ ਤਾਂ ਭਾਰਤ 'ਚ ਵੀ ਨਹੀਂ ਆਪਾਂ ਦੇਖਿਆ ਵੀ ਐਡੇ ਫਰਾਡ। ਹਾਲਾਂਕਿ ਹਰ ਫਰਾਡ ਜਦੋਂ ਕੋਈ ਗੱਲ ਹੁੰਦੀ ਆ ਤਾਂ ਨੋ ਡਾਊਟ ਕਿ ਆਪਾਂ ਇੰਡੀਆ ਦਾ ਜ਼ਿਕਰ ਕਰਦੇ, ਔਰ ਇਸੇ ਲਈ ਅਸੀਂ ਇੰਡੀਆ ਛੱਡ ਕੇ ਸ਼ਾਇਦ ਇੱਥੇ ਆਏ ਹਾਂ ਵੀ ਕੈਨੇਡੀਅਨ ਬਹੁਤ ਹੀ ਬਿਹਤਰ ਲਾਈਫ
ਲਾਈਫ ਹੈ, ਕੈਨੇਡਾ ਦੇ ਵਿੱਚ ਆਪਾਂ ਰਹਿਣਾ, ਉੱਥੇ ਜਾਣਾ, ਬਹੁਤ ਸੋਹਣੀ ਐਜੂਕੇਸ਼ਨ ਮਿਲੇਗੀ, ਕੈਨੇਡਾ ਦਾ ਪੜ੍ਹਿਆ ਬੱਚਾ ਤਾਂ ਵਾਓ ਹੁੰਦਾ ਹੈ। ਪਰ ਆਹ ਜਿਹੜੇ ਹਾਲਾਤ ਦਿਖ ਰਹੇ ਨੇ, ਮੈਂ ਦਿਲਪ੍ਰੀਤ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਜਦੋਂ ਦਿਲਪ੍ਰੀਤ ਨੇ ਕਿਹਾ ਵੀ ਸਾਡੇ ਨਾਲ ਇਦਾਂ ਦਾ ਬਿਹੇਵ, ਇਦਾਂ ਬੈਰੀਕੇਡਿੰਗ ਕੀਤੀ ਜਾ ਰਹੀ ਵੀ ਜਿੱਦਾਂ ਟੈਰਰਿਸਟ ਬੈਠੇ ਹੋਣ ਉੱਥੇ, ਵੀ ਸਟੂਡੈਂਟ ਇੱਕ ਜਰਨਲ ਵਿਚਾਰੇ ਪੀਸ ਵਾਲਾ ਪ੍ਰੋਟੈਸਟ ਕਰ ਰਹੇ ਨੇ, ਮੰਗਾਂ ਆਪਣੀਆਂ ਕਰ ਰਹੇ ਨੇ, ਰੱਖ ਰਹੇ ਨੇ, ਔਰ ਉਸੇ ਕਾਲਜ ਦੇ ਮੂਹਰੇ ਜਿਹੜਾ ਕਿ ਉਹਨਾਂ ਨੂੰ ਪੜ੍ਹਾਉਂਦਾ ਹੈ, ਉਸੇ ਕਾਲਜ ਦੇ ਵਿਦਿਆਰਥੀ, ਔਰ ਬਿਹੇਵ ਕੀ ਕੀਤਾ ਜਾ ਰਿਹਾ ਹੈ। ਕਿ ਇਸ ਵੀਕ ਪੁਆਇੰਟ ਨੂੰ ਵੀ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈਗੀ ਹੈ ਵੀ ਕਿਸੇ ਵੀ ਤਰੀਕੇ ਨਾਲ ਜਦੋਂ ਅਸੀਂ ਕਾਲਜ ਐਡਮਿਸ਼ਨ ਲੈ ਜਾਂਦੇ ਹਾਂ ਤਾਂ ਉੱਥੋਂ ਸਾਰੀ ਛਾਣਬੀਨ ਜਿਹੜੀ ਹੈ ਕਰਕੇ ਆਈਏ, ਜਾਂ ਫਿਰ ਤੁਸੀਂ ਸਟੂਡੈਂਟ ਇੱਥੇ ਐਜ਼ ਅ ਸਟੂਡੈਂਟ ਆਏ ਹੋ, ਤੁਹਾਨੂੰ ਇਹ ਚੀਜ਼ ਦਾ ਬਿਹਤਰ ਪਤਾ ਹੈ ਵੀ ਕਈ ਵਾਰੀ ਛਾਣਬੀਨ ਉੱਥੋਂ ਸਾਰੀ ਹੋ ਜਾਂਦੀ ਹੈ, ਪਰ ਆਹ ਜਿਹੜੀਆਂ ਚੀਜ਼ਾਂ ਇੱਥੇ ਆ ਕੇ ਹੁੰਦੀਆਂ ਨੇ ਇਹ ਪਹਿਲਾਂ ਦੱਸੀਆਂ ਨਹੀਂ ਜਾਂਦੀਆਂ ਉਹਦੇ ਵਿੱਚ, ਜਾਂ ਫਿਰ ਇਦਾਂ ਦਾ ਕੁਛ ਹੈ ਜੀ। ਸੋ ਇਹਦੇ ਵਿੱਚ ਨਾ 2-3 ਗੱਲਾਂ ਨੇ ਜਿਹੜੀਆਂ ਧਿਆਨ ਦੇਣ ਵਾਲੀਆਂ ਨੇ। ਹੁਣ ਦੇਖੋ ਆਪਾਂ ਸਾਰੇ ਕੈਨੇਡਾ ਕਿਉਂ ਆਉਣੇ ਆ, ਸਿਸਟਮ ਦੇ ਲਈ ਆਉਣੇ ਆ, ਹਨਾ। ਤਾਂ ਉਹਦੇ ਵਿੱਚੋਂ ਜਿਹੜਾ ਪੜ੍ਹਾਈ ਦਾ ਇੱਕ ਸਿਸਟਮ ਹੈ ਇੱਥੇ, ਹਨਾ, ਵੀ ਤੁਸੀਂ ਇੱਥੇ ਆ ਕੇ ਪੜ੍ਹ ਸਕਦੇ ਹੋ ਤੇ ਪੜ੍ਹ ਕੇ ਤੁਸੀਂ ਇੱਥੇ ਪੱਕੇ ਹੋ ਸਕਦੇ ਹੋ, ਹਨਾ। ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ ਤਾਂ ਇਹ ਇੱਕ ਬਹੁਤ ਸੌਖੀ ਚੀਜ਼ ਬਣੀ ਸੀਗੀ, ਹਨਾ, ਕਿ ਉਸ ਤੋਂ ਪਹਿਲਾਂ ਜਿਹੜਾ ਇੱਥੇ ਆਉਣ ਦਾ ਜਿਹੜਾ ਵੀਜ਼ਾ ਲੈਣ ਦਾ ਪ੍ਰੋਸੈਸ ਸੀਗਾ ਉਹ ਕਾਫੀ ਔਖਾ ਸੀਗਾ। ਹੁਣ ਜਦੋਂ ਇੱਥੇ ਵਿਦਿਆਰਥੀ ਨੇ ਆਉਣਾ ਤਾਂ ਉਹ ਆਪਣੀਆਂ ਪਹਿਲੀਆਂ ਜਿਹੜੀਆਂ ਸਾਰੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਦਾ। ਜੇ ਕਿਸੇ ਨੇ 12ਵੀਂ ਕੀਤੀ ਆ ਉਹਨੂੰ ਉਸ ਪ੍ਰਕਾਰ ਦਾ ਜਿਹੜੇ ਕੋਰਸਿਸ ਨੇ, ਜੇ ਕਿਸੇ ਨੇ ਬੈਚਲਰਸ ਕੀਤੀ ਆ ਉਸ ਪ੍ਰਕਾਰ ਦੇ ਕੋਰਸ ਨੇ, ਆਪਣੀ ਪ੍ਰੋਪਰ ਆਇਲਸ ਕਰਦਾ, ਆਪਣੇ ਆਪ ਨੂੰ ਕੁਆਲੀਫਾਈ ਕਰਦਾ ਉਸ ਚੀਜ਼ ਦੇ ਲਈ, ਹਨਾ। ਹੁਣ ਉਸ ਤੋਂ ਬਾਅਦ ਜਦੋਂ ਹੁਣ ਇਹ ਕਾਲਜਸ ਤੇ ਜਦੋਂ ਆ ਕੇ ਜ਼ਿੰਮੇਵਾਰੀ, ਜਿਵੇਂ ਗਵਰਨਮੈਂਟ ਦੇ ਨੁਮਾਇੰਦੇ ਕਹਿੰਦੇ ਆ ਵੀ ਕਾਲਜ ਸਟੂਡੈਂਟਸ ਨੂੰ ਦੇਖਣਾ ਚਾਹੀਦਾ, ਤਾਂ ਉੱਥੇ 2 ਚੀਜ਼ਾਂ ਨੇ। ਪਹਿਲੀ ਚੀਜ਼ ਇਹ ਹੈ ਕਿ ਇਹ ਰੀਸੈਂਟ ਟ੍ਰੈਂਡ ਹੈ ਪਿਛਲੇ ਕੁਝ ਕੁ ਸਾਲਾਂ ਦਾ, ਕਿ 2 ਕਾਲਜਾਂ ਨੇ ਆਪਸ ਦੇ ਵਿੱਚ ਪਾਰਟਨਰਸ਼ਿਪ ਕੀਤੀ ਹੋਈ ਆ। ਜਿਵੇਂ ਇਸ ਕਾਲਜ ਨੇ ਕੀਤੀ ਸੀ, ਪਹਿਲਾ ਕਾਲਜ ਇਹ ਕਹਿੰਦਾ ਕਿ ਸਾਡੇ ਕੋਲੇ ਤੁਸੀਂ 1 ਸਾਲ ਲਾਉਣਾ, ਦੂਜਾ 1 ਸਾਲ ਤੁਹਾਡਾ ਅਸੀਂ ਫਲਾਣੇ ਕਾਲਜ ਚ ਲਵਾਵਾਂਗੇ। ਜਿਵੇਂ ਅਲਫਾ ਨੇ ਕਿਹਾ ਵੀ ਅਸੀਂ ਸੈਂਟ ਲਾਰੈਂਸ ਆ, ਇੱਥੇ ਸਾਡੇ ਇੱਕ ਗ੍ਰੈਨਵਿਲ ਕਾਲਜ ਆ, ਉਹ ਕਹਿੰਦਾ ਅਸੀਂ VCC ਚ ਲਵਾਵਾਂਗੇ। ਆਪਣੇ ਇੱਥੇ ਇੱਕ ਸਰੀ ਦੇ ਵਿੱਚ ਹੋਰ ਵੀ ਲੋਕਲ ਕਾਲਜ ਆ, ਉਹ ਵੀ ਕਹਿੰਦਾ ਅਸੀਂ VCC ਚ ਤੁਹਾਡਾ ਉਸ ਪ੍ਰਕਾਰ ਨਾਲ ਲਵਾਵਾਂਗੇ, ਹਨਾ। ਤਾਂ ਉਹ ਜਿਹੜੀ ਹੁਣ ਪਾਰਟਨਰਸ਼ਿਪ ਆ, ਸਟੂਡੈਂਟ ਸਮਝਦਾ ਵੀ ਕਾਲਜ ਨੇ ਪਾਰਟਨਰਸ਼ਿਪ ਕੀਤੀ ਤਾਂ ਸਾਨੂੰ ਉਹਦੇ ਵਿੱਚ ਜਿਹੜਾ ਹੈਗਾ ਵੀ ਠੀਕ ਹੈ ਵੀ ਸਾਨੂੰ ਦੋਨੋਂ ਜਗ੍ਹਾ ਦੇ ਉੱਤੋਂ ਅਸੀਂ ਪੜ੍ਹ ਕੇ ਆਪਣੀ ਜਿਹੜੀ ਪੜ੍ਹਾਈ ਆ ਪੂਰੀ ਕਰ ਸਕਾਂਗੇ, ਹਨਾ। ਤਾਂ ਉਹ ਹੁਣ ਸਟੂਡੈਂਟਸ ਉਹਦੇ ਉੱਤੇ ਜੋ ਉਂਗਲ ਚੱਕਣਗੇ ਤਾਂ ਫਿਰ ਉਹ ਕੀ, ਫਿਰ ਉਹੀ ਗੱਲ ਵੀ ਉਹ ਪੜ੍ਹਨ ਆਉਂਦਾ ਕਿ ਇਹਨਾਂ ਦਾ ਸਿਸਟਮ ਦੇਖਣ ਆਉਂਦਾ ਵੀ ਤੁਹਾਡਾ ਸਿਸਟਮ ਐਂ ਕਰੋ, ਹਨਾ। ਦੂਜੀ ਗੱਲ ਜਿਹੜੇ ਗਵਰਨਮੈਂਟ ਦੇ ਨੁਮਾਇੰਦਿਆਂ ਦੀ ਗੱਲ ਆ, ਉਹ ਉਹਨਾਂ ਦੇ ਲਈ ਤਾਂ ਸਭ ਸਿੱਧਾ ਉਹਨਾਂ ਕੋਲ ਤਾਂ ਪੈਨ ਆ, ਹਰਾ ਪੈਨ ਉਹਨਾਂ ਕੋਲ, ਤਾਂ ਉਹਨਾਂ ਨੇ ਸਿੱਧਾ ਲਖੀਤਰ ਮਾਰਨੀ ਆ ਵੀ ਜਿਹੜਾ ਵੀ ਪ੍ਰਾਈਵੇਟ ਕਾਲਜ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰਦਾ ਉਹਨੂੰ ਵੀਜ਼ਾ ਨਾ ਦਿਓ, ਸਟੂਡੈਂਟ ਅਪਲਾਈ ਕਰਨਾ ਬੰਦ ਕਰ ਦੇਣਗੇ। ਹਾਂ ਬਿਲਕੁਲ, ਉਹ ਬਾਕੀ ਕਾਲਜਸ ਦੇ ਵਿੱਚ ਕਰ ਲੈਣਗੇ। ਜਿਹੜੇ ਹੋਰ ਕਾਲਜ ਨੇ ਜਿੱਥੇ ਪ੍ਰੋਪਰ ਪੜ੍ਹਾਈ ਹੁੰਦੀ ਆ, ਸਾਰਾ ਕੁਝ ਹੁੰਦਾ, ਉਹਨਾਂ ਦਾ ਜਿਹੜਾ ਵੇਟਿੰਗ ਸਿਸਟਮ ਹੈ ਫਿਰ ਜਾਂ ਫਿਰ ਉਹ ਵੀ ਠੀਕ ਕਰਵਾਓ ਬਰਾਬਰ ਬਿਠਾ ਕੇ। ਇੱਕ ਨੰਬਰ ਹੋਵੇ ਨਾ, ਜਿਵੇਂ ਹੁਣ ਅਸੀਂ ਰੀਅਲ ਸਟੇਟ ਦੇ ਵਿੱਚ ਗੱਲ ਕਰ ਰਹੇ ਹਾਂ ਵੀ ਰੀਅਲ ਸਟੇਟ ਦੇ ਵਿੱਚ ਜਦੋਂ ਕੋਈ ਬੋਲੀ ਲੱਗਦੀ ਹੈ ਦੂਜੇ ਨੂੰ ਪਤਾ ਨਹੀਂ ਵੀ ਉਹ ਕਿੰਨੇ ਪੈਸੇ, ਵੀ ਓਪਨ ਹੋਣੀ ਚਾਹੀਦੀ ਆ। ਆਈ ਹਰੇਕ ਕਾਲਜ ਦੀ ਹੋਵੇ, ਕਾਲਜ ਕਹੇ ਸਾਡੇ ਕੋਲ 300 ਸੀਟਾਂ, ਉਹਨਾਂ ਦੀ ਵੈਬਸਾਈਟ ਤੇ ਆਵੇ ਵੀ ਇਹ ਭਰ ਰਹੀਆਂ ਨੇ, ਸਟੂਡੈਂਟ ਨੂੰ ਪਤਾ ਹੋਵੇ ਵੀ ਭਰ ਗਈਆਂ ਤਾਂ ਸਾਡੇ ਕੋਲੇ ਹੈ ਨਹੀਂ। ਉਹ ਇਹ ਪੁਰਾਣੇ ਜਿਹੜੇ ਕਾਲਜ ਨੇ, ਇੱਥੇ ਲੰਗਾਰਾ ਕਾਲਜ ਹੈ, ਲੰਗਾਰਾ ਕਾਲਜ ਦੇ ਵਿੱਚ ਅਸੀਂ 16 ਚ ਪੜ੍ਹੇ ਹਾਂ, 16 ਤੋਂ 18 ਉਦੋਂ ਦੀ ਸਮੱਸਿਆ ਚੱਲ ਰਹੀ ਹੈ ਉੱਥੇ। ਪਰ ਉੱਥੇ ਇਹ ਹੈ ਵੀ ਹਾਂ ਚਲੋ ਤੁਹਾਨੂੰ 1 ਸਮੈਸਟਰ ਬਾਅਦ ਜਿਹੜੀ ਹੈਗੀ ਆ ਉਹ ਕੋਰਸ ਮਿਲ ਜਾਂਦਾ, ਹਨਾ। ਉਦੋਂ ਉੱਥੇ ਵੀ ਰੌਲੇ ਹੈਗੇ ਨੇ। ਤਾਂ ਇਹ ਹਰੇਕ ਕਾਲਜ ਦਾ ਵੱਖੋ ਵੱਖਰਾ ਸਿਸਟਮ ਹੈ, ਹਨਾ, ਜਿਹਦੇ ਵਿੱਚ ਕਿ ਇਹ ਹੁਣ ਜਿਸ ਤਰੀਕੇ ਦੇ ਨਾਲ ਜ਼ਿਆਦਾ ਧੱਕਾ ਹੋ ਰਿਹਾ ਕਹਿ ਲਓ, ਹਨਾ, ਤੇ ਤੁਹਾਨੂੰ ਸ਼ਰੇਆਮ ਵੀ ਤੁਹਾਨੂੰ ਕਹਿ ਦਿੱਤਾ ਗਿਆ 2 ਹਫ਼ਤੇ ਕਲਾਸਾਂ ਲਵਾ ਕੇ ਵੀ ਹੁਣ ਅਸੀਂ ਤੁਹਾਨੂੰ ਹੋਰ ਪੜ੍ਹਾ ਨਹੀਂ ਸਕਦੇ। ਤਾਂ ਇਸ ਪਾਸੇ ਜਿਹੜੀ ਕਹਿ ਲਓ ਵੀ ਮੁਹਿੰਮ ਆ ਹੋਰ ਤੇਜ਼ ਹੋਊਗੀ, ਕਿਉਂਕਿ ਪਹਿਲਾਂ ਵਿਦਿਆਰਥੀਆਂ ਨੂੰ ਲੱਗਦਾ ਸੀਗਾ ਵੀ ਕੋਈ ਗੱਲ ਨਹੀਂ ਵੀ 1 ਅੱਧਾ ਸਮੈਸਟਰ ਆ, ਤੇ ਉੱਥੇ ਉਹ ਬੜਾ ਕਲੀਅਰ ਸਿਸਟਮ ਆ ਕਈ ਕਾਲਜਾਂ ਦਾ, ਹਨਾ, ਵੀ ਤੁਹਾਨੂੰ ਅਗਲੇ ਸਮੈਸਟਰ 'ਚ ਮਿਲ ਜੂ। ਪਰ ਇਹਦੇ ਲਈ ਜਿਹੜੀ ਗਵਰਨਮੈਂਟ ਦੀ ਬਣਦੀ ਜ਼ਿੰਮੇਵਾਰੀ ਹੈ, ਕਿਉਂਕਿ 2021 ਦੇ ਵਿੱਚ 4.5 ਲੱਖ ਨਵੇਂ ਸਟੱਡੀ ਪਰਮਿਟ ਇਹਨਾਂ ਨੇ ਇਸ਼ੂ ਕੀਤੇ ਆ। ਇੱਕ ਵਿਦਿਆਰਥੀ ਔਨ ਐਨ ਐਵਰੇਜ 16 ਤੋਂ 18,000 ਡਾਲਰ ਜਿਹੜੀ ਫੀਸ ਆ ਉਹ ਸਿੱਧੀ ਭਰਦਾ, ਉਹ ਇੱਥੋਂ ਦੀ ਇਕਨੋਮੀ ਦੇ ਵਿੱਚ ਆਉਂਦੀ ਆ। 10,000 ਡਾਲਰ ਉਹ ਬੈਂਕ ਨੂੰ GIC ਭਰਦਾ, ਉਹ 28,000 ਡਾਲਰ ਦਾ ਤੁਸੀਂ ਦੇਖੋ ਜਦੋਂ ਇੱਕ ਇਕਨੋਮੀ ਦੇ ਵਿੱਚ ਇੱਕ ਵਿਦਿਆਰਥੀ ਵੱਲੋਂ ਸਿੱਧਾ ਆਉਂਦਾ, ਬਾਅਦ ਚੋਂ ਆ ਕੇ ਇੱਥੇ ਆ ਕੇ ਉਹ ਕੰਮ ਕਰਦਾ, ਉਹ ਪੈਸੇ ਨਾਲ ਉਹ ਇੱਥੇ ਹੀ ਖਰਚਦਾ, ਇੱਥੇ ਹੀ ਉਹ ਟੈਕਸ ਭਰਦਾ, ਅਗਲੀਆਂ ਫੀਸਾਂ ਉਹ ਫੇਰ ਭਰਦਾ। ਉਹ ਸਾਰੀਆਂ ਚੀਜ਼ਾਂ ਦਾ ਵੀ ਜਿਹੜਾ ਹੈਗਾ ਸਾਨੂੰ ਕ੍ਰੈਡਿਟ ਆ ਜਿਹੜੇ ਵਿਦਿਆਰਥੀਆਂ ਨੂੰ ਬਰਾਬਰ ਰੱਖਣੇ ਚਾਹੀਦੇ ਆ। ਠੀਕ ਹੈ ਵਿਦਿਆਰਥੀ ਇੱਥੇ ਭਵਿੱਖ ਦੇ ਲਈ ਆਉਂਦੇ ਆ, ਪਰ ਇਹ ਗੱਲ ਆ ਜਿਹੜੀ ਉਹ ਟੇਬਲ ਟਾਕ ਤੇ ਮੁੱਕਣੀ ਹੈ ਨਾ ਅਖੀਰ ਨੂੰ ਆ ਕੇ। ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਦਾ ਹੀ ਫਾਇਦਾ ਸਰਕਾਰ ਦਾ ਵੀ ਹੈ। ਸਰਕਾਰ ਆਪਦੀ ਬਸ ਬਣਦੀ ਜ਼ਿੰਮੇਵਾਰੀ ਤੋਂ ਭੱਜ ਸਕਦੀ ਹੈ ਕਿਉਂਕਿ ਉਹਨਾਂ ਨੂੰ ਵੋਟ ਨਹੀਂ ਦਿਖਦੀ ਅੱਗੇ, ਹਨਾ। ਪਰ ਹੋਰ 2-4 ਸਾਲਾਂ ਨੂੰ ਰੱਬ ਸੁੱਖ ਰੱਖੇ ਵੀ ਜਿਹੜੇ ਹੁਣ ਵਿਦਿਆਰਥੀ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਲੰਘ ਰਹੇ ਆ, ਜਦੋਂ ਉਹ ਨੁਮਾਇੰਦੇ ਬਣ ਕੇ ਆਉਣਗੇ ਤੇ ਫਿਰ ਗੱਲਾਂ ਹੋ ਸਕਦਾ ਉਦੋਂ ਨੂੰ ਸੁਧਰ ਜਾਣ। ਪਰ ਫਿਰ ਉਹ ਵੀ ਉਮੀਦ ਹੀ ਆ, ਪਰ ਜਿਹੜੇ ਅੱਜ ਉਹ ਖੱਜਲ ਖੁਆਰੀ ਦੇ ਵਿੱਚੋਂ ਲੰਘ ਰਹੇ ਆ ਉਹਨਾਂ ਦੀ ਬਾਂਹ ਕੌਣ ਫੜੂਗਾ, ਹਨਾ। ਤਾਂ ਇਹਦੇ ਵਿੱਚ ਆਸ ਆ ਜਿਹੜੀ, ਕਿਉਂਕਿ ਜੇ ਵਿਦਿਆਰਥੀਆਂ ਨੂੰ ਤੁਸੀਂ ਹੁਣ ਐਂ ਕਰਕੇ ਰੋਕ ਲੈਣਾ ਤਾਂ ਉੱਥੇ ਸਾਡੇ ਕੋਲ ਤਾਂ ਇੱਕੋ ਹੀ ਆਸ ਆ ਨਾ, ਕਿਉਂਕਿ ਸਾਨੂੰ ਇੱਥੋਂ ਦਾ ਲੀਗਲ ਸਿਸਟਮ ਨਹੀਂ ਪਤਾ। ਹਾਂਜੀ, ਨੁਮਾਇੰਦਿਆਂ ਦੇ ਲਈ ਕਹਿਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਕੋਲੇ ਲਾਇਰਸ ਨੇ, ਉਹਨਾਂ ਕੋਲੇ ਉਹਨਾਂ ਦੇ ਬਿਊਰੋਕਰੈਟਸ ਨੇ ਜਿਹੜੇ ਉਹਨਾਂ ਨੂੰ ਦੱਸ ਸਕਦੇ ਵੀ ਇਹ ਚੀਜ਼ ਦਾ ਲੂਪ ਹੋਲ ਨੇ। ਵਿਦਿਆਰਥੀਆਂ ਕੋਲੇ ਉਹ ਸਾਰੀਆਂ ਚੀਜ਼ਾਂ ਦਾ ਐਕਸੈਸ ਨਹੀਂ ਹੈਗਾ, ਤੇ ਉਹਨਾਂ ਨੂੰ ਤਾਂ ਤੁਸੀਂ ਦੱਸਣਾ, ਉਹਨਾਂ ਨੇ ਤਾਂ ਬਾਂਹ ਤੁਸੀਂ ਫੜਨੀ ਹੈ ਜਾਂ ਕਮਿਊਨਿਟੀ ਸਾਥ ਦੇ ਸਕਦੀ ਹੈ, ਹਨਾ। ਤਾਂ ਉਹਦੇ ਵਿੱਚ ਸਾਨੂੰ ਰਲ ਮਿਲ ਕੇ ਜਿਹੜਾ ਹੈਗਾ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਹੋ ਸਕਦਾ। ਅਸੀਂ ਕਿਸੇ ਨੂੰ ਇੱਕ
ਧਿਰ ਨੂੰ ਬਾਹਰ ਕੱਢ ਕੇ ਦੂਜੀ ਨੂੰ ਜਿਤਾ ਨਹੀਂ ਸਕਦੇ ਜੇ ਅਸੀਂ ਇੱਥੋਂ ਦਾ ਸਾਰਾ ਸਿਸਟਮ ਆ ਜਿਹੜਾ ਉਹ ਤਾਣਾ ਬਾਣਾ ਜਿਹੜਾ ਉਹ ਠੀਕ ਰੱਖਣਾ। ਕਿਉਂਕਿ ਜੇ ਕਹਾਣੀ ਐਂ ਚੱਲਦੀ ਰਹੀ ਤਾਂ ਫਿਰ ਜਿਹੜਾ ਉਹ ਕੈਨੇਡੀਅਨ ਡ੍ਰੀਮ ਆ ਵੀ ਇੱਥੇ ਜਾ ਕੇ ਸਾਡੀ ਜ਼ਿੰਦਗੀ ਜਿਹੜੀ ਸੁਖਾਲੀ ਹੋ ਜਾਊਗੀ, ਜੇ ਉਹ ਉਦੋਂ ਵੀ ਔਖੀ ਹੁੰਦੀ ਦਿਖਦੀ ਹੈ ਤਾਂ ਫਿਰ ਇੱਥੇ ਅਸੀਂ ਕਾਹਦੇ ਲਈ ਆਉਣਾ ਫਿਰ, ਹਨਾ। ਇਹ ਚੀਜ਼ ਤੇ ਸਾਨੂੰ ਬਹੁਤ ਮਤਲਬ ਸੋਚ ਵਿਚਾਰ ਕਰਨ ਦੀ ਲੋੜ ਹੈ। ਕੋਈ ਇਹ ਨਹੀਂ ਵੀ ਹਾਂ ਅਸੀਂ ਠੀਕ ਆ ਜਾਂ ਦੂਜੇ ਗਲਤ ਆ, ਬੈਠ ਕੇ ਇਹ ਤੇ ਵਿਚਾਰ ਹੋਵੇ ਵੀ ਆਪਾਂ ਇਹਦਾ ਆਹ ਸਿਸਟਮ ਆ ਜਿਹੜਾ ਕੈਨੇਡਾ ਹੀ ਕਿਉਂ, ਫਿਰ ਆਸਟ੍ਰੇਲੀਆ, USA, ਫਿਰ ਉਹ ਵੀ ਵਿਕਲਪ ਹੋ ਸਕਦੇ ਨੇ ਬੱਚਿਆਂ ਲਈ ਜਿਹੜੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਨੇ, ਪਰ ਕੈਨੇਡਾ ਫਸਟ ਪ੍ਰਾਇੋਰਟੀ ਤੇ ਰਹਿੰਦਾ ਸੀਗਾ ਸਟੂਡੈਂਟਸ ਲਈ। ਪੁਸ਼ਪਦੀਪ, ਇਸ ਤੋਂ ਬਾਅਦ ਮੈਂ ਤੁਹਾਡੇ ਤੇ ਆਉਣਾ ਚਾਹਾਂਗੀ। ਕੁਝ ਜਿਹੜੇ ਮੈਸੇजेस ਹੈ ਜਿਨ੍ਹਾਂ ਨੇ ਭੇਜੇ ਨੇ ਫੇਸਬੁੱਕ ਦੇ ਉੱਤੇ, ਮੈਂ ਥੋੜੇ ਇਹਨਾਂ ਦੇ ਮੈਸੇजेस ਆਪਾਂ ਦੇਖ ਲੈਂਦੇ ਹਾਂ। ਰਵਿੰਦਰ ਬੱਗਾ ਲਿਖਦੇ ਨੇ, ਮੇਰੀ ਡਾਟਰ ਦੀ ਸਟੱਡੀ ਜਿਹੜੀ ਹੈ ਉਹ ਖਤਮ ਹੋ ਗਈ ਹੈ ਔਰ ਬ੍ਰੈਂਪਟਨ ਦੇ ਵਿੱਚ ਹੀ ਹੈ, ਬਟ ਕਲੀਅਰੈਂਸ ਸਟੱਡੀ ਲੈਟਰ ਨਹੀਂ ਮਿਲ ਰਿਹਾ ਤੇ 2 ਮੰਥ ਤੋਂ ਵਰਕ ਪਰਮਿਟ ਅਪਲਾਈ ਕਰਨ ਤੋਂ ਬੈਠੇ ਹੈ, ਸੋ ਪਲੀਜ਼ ਕੁਝ ਕਰੋ। 40 ਲੱਖ ਦਾ ਹਾਊਸ ਆਪਣਾ ਸੇਲ ਕਰਕੇ ਉਹਨੂੰ ਭੇਜਿਆ ਕਿਉਂਕਿ ਮੇਰੀ ਡਾਟਰ ਸਟੱਡੀ ਜਿਹੜੀ ਹੈ ਉਹ ਵਿੱਚ ਬਹੁਤ ਵਧੀਆ ਸੀ ਔਰ 8 ਬੈਂਡ ਉਹਦੇ ਆਏ ਸੀਗੇ। ਅੱਗੋਂ ਲਿਖਦੇ ਨੇ ਕਿ ਲੈਟਰ ਜਿਹੜਾ ਹੈ ਤੋਂ ਬਾਅਦ ਵਰਕ ਪਰਮਿਟ ਜਿਹੜਾ ਉਹ ਅਪਲਾਈ ਹੋਣਾ ਪਰ ਹਜੇ ਕੁਝ ਨਹੀਂ ਹੋ ਪਾ ਰਿਹਾ। ਔਰ ਸੈਂਟ ਲਾਰੈਂਸ ਕਾਲਜ ਹੈ, $30,000 ਫੀਸ 2 ਈਅਰ ਦੇ ਵਿੱਚ ਕਹਿੰਦੇ ਨੇ ਪੇ ਕਰ ਚੁੱਕੇ ਹਾਂ ਅਸੀਂ, ਸੋ ਕੀ ਇਹ ਕਾਲਜ ਵਰਕ ਪਰਮਿਟ ਨਹੀਂ ਦੇਵੇਗਾ? ਅੱਗੋਂ ਉਹਨਾਂ ਨੇ ਲਿਖਿਆ ਮੇਰੀ ਡਾਟਰ ਜਿਹੜੀ ਹੈ ਕ੍ਰਿਤਿਕਾ ਆ ਵੈਰੀ ਟੈਨਸ਼ਨ ਦੇ ਵਿੱਚ ਹੈ ਔਰ 2 ਈਅਰ ਤੋਂ ਇਹਨਾਂ ਨੂੰ ਪੈਸੇ ਦਿੱਤੇ ਜਦੋਂ ਵਰਕ ਪਰਮਿਟ ਦੀ ਲੋੜ ਹੈ। ਮਤਲਬ ਸਟ੍ਰੇਂਜ। ਔਰ ਇਹ ਉਹ ਮਾਪੇ ਨੇ ਜਿਨ੍ਹਾਂ ਦਾ ਜ਼ਿਕਰ ਜਸਕਰਨ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਵੀ ਜਿਨ੍ਹਾਂ ਨੇ ਇੰਨਾ ਸਾਰਾ ਕਰਜ਼ਾ ਚੁੱਕ ਕੇ ਆਪਣੇ ਬੱਚੇ ਇੱਥੇ ਪੜ੍ਹਨ ਦੀ ਲਈ ਭੇਜੇ ਹੈ। ਉਹਨਾਂ ਨੇ ਇਸ ਲਈ ਨਹੀਂ ਭੇਜੇ ਸੀ ਵੀ ਕੈਨੇਡੀਅਨ ਕਾਲਜਾਂ ਦੇ ਵਿੱਚ ਇੰਨੀ ਫੀਸ ਜਿੱਥੇ ਅਸੀਂ ਭਰ ਰਹੇ ਹਾਂ ਉੱਥੇ ਉਹਨਾਂ ਦੇ ਬੱਚੇ ਜਿਹੜੇ ਨੇ ਐਂਡ ਮੂਮੈਂਟ ਦੇ ਆ ਕੇ ਉਹ ਖੱਜਲ ਖੁਆਰ ਹੋਣ। ਪੁਸ਼ਪਦੀਪ, ਇੱਥੇ ਬਹੁਤ ਸਾਰੇ ਸਟੂਡੈਂਟ ਜੁੜੇ ਨੇ, ਜੇ ਇਹ ਮਸਲਾ ਲੋਕਲ ਜਿਹੜੇ ਸਟੂਡੈਂਟਸ ਹੈ ਜੇ ਉਹਨਾਂ ਦਾ ਹੱਲ ਹੋ ਜਾਂਦਾ ਹੈ ਤਾਂ ਜਿਹੜੇ ਬਹੁਤ ਸਾਰੇ ਇਸ ਵੇਲੇ ਇੰਡੀਆ ਦੇ ਵਿੱਚ ਸਟੂਡੈਂਟ ਬੈਠੇ ਹੋਏ ਨੇ ਜਿਨ੍ਹਾਂ ਨੇ ਉੱਥੋਂ ਬੈਠੇ ਸਟਿਲ ਫੀਸਾਂ ਭਰ ਰਹੇ ਨੇ ਤੇ ਭਰ ਚੁੱਕੇ ਨੇ, ਜਿਨ੍ਹਾਂ ਨੇ ਇੱਥੇ ਆਉਣਾ ਸੀਗਾ, ਜਿਨ੍ਹਾਂ ਨੂੰ ਇਹਨਾਂ ਨੇ ਇਹ ਕਹਿ ਦਿੱਤਾ ਵੀ ਤੁਹਾਨੂੰ ਹੁਣ ਅਗਲੇ ਅਸੀਂ ਉਹਦੇ 'ਚ ਪਾਵਾਂਗੇ, ਹਜੇ ਸਾਡੇ ਕੋਲ ਅਗਲੇ ਸਮੈਸਟਰ 'ਚ ਪਾ ਦਾਂਗੇ, ਹਜੇ ਥਾਂ ਨਹੀਂ ਹੈ। ਜੇ ਇੱਥੋਂ ਵਾਲੇ ਸਟੂਡੈਂਟਾਂ ਦਾ ਮਸਲਾ ਹੱਲ ਹੋ ਜਾਂਦਾ ਤਾਂ ਕੀ ਇਹ ਪ੍ਰੋਟੈਸਟ ਖਤਮ ਹੋ ਜਾਏਗਾ? ਜਿਹੜੇ ਇੰਡੀਆ ਵਾਲੇ ਸਟੂਡੈਂਟ ਆ ਉਹ ਇਦਾਂ ਹੀ ਬੈਠੇ ਰਹਿ ਜਾਣਗੇ, ਉਹਨਾਂ ਦੇ ਕੋਲ ਇੱਕੋ ਵਿਕਲਪ ਹੈ ਵੇਟ ਕਰਨਾ ਪਏਗਾ ਉਹਨਾਂ ਨੂੰ ਅਗਲੇ ਸਮੈਸਟਰ ਦਾ? ਮੈਂ ਜੀ ਪਹਿਲਾਂ ਨਾ ਥੋੜਾ ਜਿਹਾ ਆਪਣੇ ਕਾਲਰ ਦੀ ਗੱਲ ਤੇ ਜਾਊਂਗਾ ਕਿਉਂਕਿ ਉਹਨਾਂ ਨੇ ਬੜਾ ਵਧੀਆ ਸਵਾਲ ਕੀਤਾ ਸੀ। ਸੌਰੀ ਮੈਂ ਤੁਹਾਡਾ ਕੁਐਸਚਨ ਕੱਟ ਰਿਹਾ, ਪਰ ਮੇਰਾ ਇਹ ਦੱਸਣਾ ਬਹੁਤ ਤੇ ਅਸੀਂ ਇੱਥੋਂ ਦੇ ਲੋਕਲ ਨੁਮਾਇੰਦਿਆਂ ਨੂੰ ਕੰਟੈਕਟ ਕੀਤਾ ਸੀਗਾ ਜੀ। ਸ਼ਾਇਦ ਮੋਸਟਲੀ ਕਾਲਰਸ ਨੂੰ, ਲਿਸਨਰਸ ਨੂੰ ਆਪਣੇ ਨੂੰ ਪਤਾ ਹੋਊਗਾ ਵੀ ontario ਦੇ ਵਿੱਚ ਇਸ ਵਕਤ ਇਲੈਕਸ਼ਨ ਪੀਕ ਤੇ ਹੈ। ਆਈ ਥਿੰਕ June 2 ਨੂੰ ਪ੍ਰੋਵਿੰਸ਼ੀਅਲ ਇਲੈਕਸ਼ਨਸ ਨੇ ਤੇ ਨੁਮਾਇੰਦਿਆਂ ਵੱਲੋਂ ਸਾਨੂੰ ਇਹ ਜਵਾਬ ਮਿਲਿਆ ਕਿ ਅਸੀਂ ਇਲੈਕਸ਼ਨਸ ਦੇ ਵਿੱਚ ਬਿਜ਼ੀ ਹਾਂ। ਓਕੇ, ਜੇ ਇਹੀ ਸਟੂਡੈਂਟਸ ਕੋਲੇ ਵੋਟਾਂ ਹੁੰਦੀਆਂ ਤਾਂ ਸਾਰੇ ਪਾਰਟੀਆਂ ਦੇ ਸਾਰੇ ਨੁਮਾਇੰਦਿਆਂ ਨੇ ਇੱਥੇ ਖੜਾ ਹੋਣਾ ਸੀ ਕਿਉਂਕਿ ਹੁਣ ਵੋਟਾਂ ਦਾ ਮੌਸਮ ਹੈ ਤੇ ਪਰ ਉਹਨਾਂ ਨੂੰ ਇੱਥੇ ਵੋਟਾਂ ਨਹੀਂ ਦਿਖਦੀਆਂ ਤਾਂ ਕਰਕੇ ਉਹ ਇਸ ਮਸਲੇ ਨੂੰ ਇਗਨੋਰ ਕਰ ਰਹੇ ਆ। ਅਸੀਂ ਇੱਥੋਂ ਦੇ ਹਰੇਕ ਪਾਰਟੀ ਦੇ ਨੁਮਾਇੰਦਿਆਂ ਨੂੰ ਈਮੇਲ ਸਾਡੀ ਟੀਮ ਵੱਲੋਂ ਭੇਜੀ ਗਈ ਹੈ, ਉਹਨਾਂ ਨੂੰ ਕੰਟੈਕਟ ਕਰਨ ਦੀ ਟਰਾਈ ਕੀਤਾ ਗਿਆ ਪਰ ਸਾਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਕੱਲ ਚਲੋ ਆਪਣੇ ਬਾਈ ਜਸ਼ਨ ਨੇ ਵੀ ਦੱਸਿਆ ਵੀ ਆਪਣੇ ਜਗਮੀਤ ਸਿੰਘ ਤੇ ਉਹਨਾਂ ਦੇ ਬ੍ਰਦਰ ਜੋ ਕਿ ਇੱਥੇ MPP ਬ੍ਰੈਂਪਟਨ ਤੋਂ ਕੰਟੈਸਟ ਵੀ ਕਰ ਰਹੇ ਨੇ, ਗੁਰਰਤਨ, ਉਹਨਾਂ ਨੇ ਵੀ ਇੱਕ ਵੀਡੀਓ ਜ਼ਰੂਰ ਸ਼ੇਅਰ ਕੀਤੀ ਆਪਣੇ ਸੋਸ਼ਲ ਮੀਡੀਆ ਉੱਤੇ ਕਿ ਵੀ ਉਹ ਬੱਚਿਆਂ ਦੇ ਉਹਨਾਂ ਨੇ ਇੱਕ ਸਪੋਰਟ ਦੀ ਗੱਲ ਕੀਤੀ। ਹੁਣ ਜਿਹੜਾ ਸੈਕਿੰਡ ਐਂਡ ਤੁਹਾਡਾ ਕੁਐਸਚਨ ਹੈ, ਮੋਸਟਲੀ ਬੱਚੇ ਜਿਹੜੇ ਉੱਥੇ ਪ੍ਰੋਟੈਸਟ ਦੇ ਨੇ ਉਹ ਹੁਣ ਇੰਡੀਆ ਵਾਲੇ ਬੱਚਿਆਂ ਲਈ ਹੀ ਬੈਠੇ ਹੋਏ ਆ। ਹਾਂਜੀ, ਕਿਉਂਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਥੋੜੇ ਜਿਹੇ ਬੱਚਿਆਂ ਦੇ ਇੱਥੇ ਮਸਲਾ ਰਹਿ ਗਿਆ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਢੰਗ ਨਾਲ ਵੀ ਚਲੋ ਕਾਲਜ ਕਹਿ ਰਿਹਾ ਵੀ ਅਸੀਂ ਤੁਹਾਨੂੰ ਵੀ ਪ੍ਰੋਵਾਈਡ ਕਰਾਂਗੇ, ਪ੍ਰੋਮੋਸ਼ਨ ਲੈਟਰ ਵੀ, ਜੇ ਤੁਹਾਨੂੰ ਸਕੇਜੂਲ ਵੀ ਦੇਵਾਂਗੇ, ਤੁਹਾਡੇ ਈ-ਲਰਨਿੰਗ ਨੂੰ ਵੀ ਵਾਪਸ ਦੇਵਾਂਗੇ, ਪਰ ਫਿਲਹਾਲ ਉਹਨਾਂ ਨੂੰ ਉਲਝਾਇਆ ਜਾ ਰਿਹਾ ਵੀ ਤੁਹਾਡੀ ਫੀਸ ਟਾਈਮ ਤੇ ਨਹੀਂ ਭਰੀ ਗਈ ਜਾਂ ਤੁਹਾਡੀ ਫੀਸ ਨਹੀਂ ਭਰੀ। ਇੱਦਾਂ ਦੇ ਉਹਨਾਂ ਨੂੰ ਕਿਸੇ ਲੂਪ ਹੋਲ ਦੇ ਵਿੱਚ ਉਲਝਾ ਲਿਆ ਗਿਆ ਹੈ ਕਿ ਵੀ ਚਲੋ ਉਹ 10 ਬੱਚਿਆਂ ਦਾ ਮਸਲਾ ਹੋ ਸਕਦਾ ਬੱਚਿਆਂ ਦੀ ਵੀ ਥੋੜੀ ਜਿਹੀ ਗਲਤੀ ਹੋਵੇ ਕਿ ਉਹਨਾਂ ਨੇ ਟਾਈਮ ਤੇ ਫੀਸ ਨਾ ਭਰੀ ਹੋਵੇ ਜੋ ਕਿ ਕਾਲਜ ਦੇ ਰੂਲ ਦੇ ਅਗੇਂਸਟ ਹੋਵੇ। ਪਰ ਕਾਲਜ ਨੂੰ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਕਿ ਜੇ ਉਹ ਫੀਸ ਭਰਨ ਲਈ ਰੈਡੀ ਹੈ ਤਾਂ ਉਹਨਾਂ ਦਾ ਵੀ ਹੱਲ ਕੀਤਾ ਜਾਵੇ। ਹੁਣ ਮੋਸਟਲੀ ਮੈਮ ਜਿਹੜਾ ਮਸਲਾ ਉਹ ਇੰਡੀਆ ਵਾਲਿਆਂ ਦਾ ਹੀ ਰਹਿ ਗਿਆ ਹੈ। ਸਾਰੀਆਂ ਆਰਗੇਨਾਈਜੇਸ਼ਨਸ ਤੇ ਸਟੂਡੈਂਟਸ ਉਹਨਾਂ ਲਈ ਹੀ ਇਹ ਲੜ ਰਹੇ ਨੇ ਤੇ ਇੱਕ ਆਪਣੇ ਫਿਊਚਰ ਸਿਕਿਉਰ ਕਰਨ ਲਈ ਲੜ ਰਹੇ ਨੇ ਕਿ ਇਸ ਤਰ੍ਹਾਂ ਦਾ ਉਹਨਾਂ ਨੂੰ ਦੁਬਾਰੇ ਪ੍ਰੋਬਲਮ ਨਾ ਆਵੇ। ਕਿ ਸਾਨੂੰ ਰਿਟਨ 'ਚ ਇੱਕ ਵਾਰੀ ਇਹ ਦੇ ਦੇਣ ਵੀ ਇਸ ਚੀਜ਼ ਲਈ ਤੁਹਾਨੂੰ ਅੱਗੇ ਕੋਈ ਪਰੇਸ਼ਾਨੀ ਨਹੀਂ ਕੀਤੀ ਜਾਊਗੀ, ਚਾਹੇ ਐਨਰੋਲਮੈਂਟ ਲੈਟਰ ਹੋਵੇ, ਚਾਹੇ ਤੁਸੀਂ ਕੋਈ ਟ੍ਰਾਂਸਕ੍ਰਿਪਟਸ ਲੈਣੀਆਂ ਹੋਣ,
ਤਾਂ ਤੁਸੀਂ ਵਰਕ ਪਰਮਿਟ ਕਰਨਾ, ਉਦੋਂ ਇੱਕ ਕਲੀਅਰੈਂਸ ਲੈਟਰ ਜੋ ਕਿ ਕਾਲਜ ਵੱਲੋਂ ਗ੍ਰੈਜੂਏਸ਼ਨ ਲੈਟਰ ਜਿਹਨੂੰ ਵੀ ਕਹਿ ਦਿੰਦੇ ਆ ਵੀ ਉਹ ਦਿੱਤਾ ਜਾਊਗਾ। ਉਸ ਚੀਜ਼ ਲਈ ਹੁਣ ਪ੍ਰੋਟੈਸਟ ਚੱਲ ਰਹੀ ਹੈ ਤੇ ਮੋਸਟਲੀ ਇੰਡੀਆ ਵਾਲੇ ਸਟੂਡੈਂਟਸ ਲਈ ਹੀ ਬੱਚੇ ਇੱਥੇ ਬੈਠੇ ਨੇ ਜੀ। ਇੱਕ ਹੋਰ ਵੀ ਗੱਲ ਮੈਂ ਐਡ ਕਰਨਾ ਚਾਹੂੰਗਾ, ਜਿੰਨੇ ਉੱਥੇ ਸਟੂਡੈਂਟਸ ਹੁਣ ਪ੍ਰੋਟੈਸਟ ਨੇ ਮੋਸਟਲੀ ਉਹਨਾਂ ਦਾ ਹੱਲ ਹੋ ਚੁੱਕਿਆ ਜੀ। ਉਹ ਫਿਰ ਵੀ ਇਸ ਪ੍ਰੋਟੈਸਟ ਤੇ ਬੈਠੇ ਨੇ ਤਾਂ ਕਿ ਜਿਹੜੇ ਇੰਡੀਆ ਵਾਲੇ ਬੱਚੇ ਨੇ, ਉਹਨਾਂ ਦੇ ਭੈਣ ਭਰਾ ਨੇ, ਉਹਨਾਂ ਨੂੰ ਇਹ ਦਿੱਕਤ ਨਾ ਆਵੇ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਹੌਸਲਾ ਮਿਲੇ ਕਿ ਵੀ ਹਾਂਜੀ ਅਸੀਂ ਤੁਹਾਡੇ ਲਈ ਬੈਠੇ ਆ, ਤੁਹਾਡਾ ਹੱਲ ਕਰਾਂਗੇ। ਸਾਡੀ ਟੀਮ ਦਾ ਵੀ ਇਹੀ ਜ਼ੋਰ ਲੱਗਿਆ ਹੋਇਆ, ਟੀਮ ਵੀ ਗੇਅਰ ਦਾ, ਵੀ ਇੰਡੀਆ ਵਾਲੇ ਬੱਚਿਆਂ ਦਾ ਅਸੀਂ ਕਿਵੇਂ ਨਾ ਕਿਵੇਂ ਹੱਲ ਕਰਵਾਇਆ ਜਾਵੇ। ਸਾਨੂੰ ਘੱਟੋ ਘੱਟ 25-30 ਬੱਚਿਆਂ ਨੇ ਰੀਚ ਕੀਤਾ ਜੀ। ਉਹਨਾਂ ਨੇ ਸਾਨੂੰ ਆਪਣੇ ਪ੍ਰੂਫਸ ਦਿੱਤੇ ਨੇ, ਈਮੇਲਸ ਕਾਲਜ ਵੱਲੋਂ ਗਈਆਂ ਨੇ, ਉਹਨਾਂ ਨੂੰ 2-3 ਵਾਰ ਡੈਫਰ ਕਰਨ ਦੀ ਗੱਲ ਕੀਤੀ ਗਈ ਆ, ਤਾਂ ਉਹ ਸਾਡੇ ਕੋਲੇ ਬੱਚਿਆਂ ਦੀ ਈਮੇਲਸ ਵੀ ਆਈਆਂ ਹੈਗੀਆਂ ਜੀ। ਪੁਸ਼ਪਦੀਪ, ਥੈਂਕ ਯੂ ਸੋ ਮਚ ਜੀ, ਤੁਸੀਂ ਨਾਲ ਜੁੜੇ ਸ਼ੋਅ ਦੇ ਵਿੱਚ, ਔਰ ਅੱਗੇ ਵੀ ਕੋਈ ਇਸ ਮੁਤਲਕ ਤੁਹਾਡੇ ਤੱਕ ਅਪਡੇਟ ਪਹੁੰਚਦਾ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਫਿਰ ਅਸੀਂ ਇਸ ਤੇ ਸ਼ੋਅ ਕਰ ਸਕੀਏ ਤੇ ਤੁਸੀਂ ਸਾਡੇ ਨਾਲ ਲਾਈਵ ਜੁੜੋ। ਆਈ ਨੋ ਦੈਟ ਕਿ ਤੁਸੀਂ ਉਹ ਸਟੂਡੈਂਟ ਹੋ ਜਿਹੜੇ ਇਸ ਵੇਲੇ ਆਪਣੇ ਹੱਕ ਦੇ ਲਈ ਲੜ ਵੀ ਰਹੇ ਹੋ, ਔਰ ਸਟਿਲ ਤੁਹਾਡੀ ਫਾਈਟ ਇਹ ਹੈ ਵੀ ਤੁਸੀਂ ਆਪਣੇ ਕੰਮਾਂ ਕਾਰਾਂ ਦੇ ਉੱਤੇ ਕੰਮਕਾਰ ਛੱਡ ਕੇ ਤੇ ਸਿਰਫ ਇਸ ਹੱਕ ਦੇ ਲਈ ਬੈਠੇ ਹੋਏ ਹੋ, ਤੇ ਤੁਹਾਨੂੰ ਇਹਦੇ ਵਿੱਚ ਇਨਸਾਫ ਜ਼ਰੂਰ ਮਿਲੇ। ਜਸ਼ਨ ਤੇ ਜਸਕਰਨ, ਮੈਂ ਅਖੀਰ ਦੇ ਵਿੱਚ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ, ਜਸ਼ਨ ਸਭ ਤੋਂ ਪਹਿਲਾਂ ਚਾਹਾਂਗੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਘੱਟ ਸ਼ਬਦਾਂ ਦੇ ਵਿੱਚ। ਜੀ, ਸੋ ਇਹ ਜਿਹੜੀ ਮਤਲਬ ਇਹਨੂੰ ਇੱਕ ਸਮੱਸਿਆ ਦੇ ਤੌਰ ਦੇ ਉੱਤੇ ਅਸੀਂ ਨਾ ਦੇਖੀਏ, ਇਹ ਬਹੁਤ ਸਾਰੀਆਂ ਸਮੱਸਿਆਵਾਂ ਚੋਂ ਇੱਕ ਸਮੱਸਿਆ, ਅਸੀਂ ਇਹਨੂੰ ਇਕਜੁੱਟ ਹੋ ਕੇ ਜਿਹੜਾ ਹੁਣ ਨਜਿੱਠੀਏ, ਬੱਚਿਆਂ ਦੀ ਆਵਾਜ਼ ਬਣੀਏ ਤਾਂ ਕਿ ਅੱਗੇ ਤੋਂ ਸਾਡੇ ਜਿਹੜੇ ਧੀਆਂ ਪੁੱਤ ਆ ਉਹ ਖੱਜਲ ਖਵਾਰ ਨਾ ਹੋਣ। ਕਿਉਂਕਿ ਚਾਹੇ ਸਾਡਾ ਕੋਈ ਧੀ ਪੁੱਤ ਇੱਥੇ ਆ ਕੇ ਨਸ਼ੇ 'ਚ ਪੈਂਦਾ, ਚਾਹੇ ਗੈਂਗ 'ਚ ਪੈਂਦਾ, ਤੇ ਚਾਹੇ ਕਿਸੇ ਨਾਲ ਆ ਖੱਜਲ ਖੁਆਰੀ ਹੁੰਦੀ ਆ, ਇਹ ਸਾਰਾ ਕੁਝ ਇੱਕੋ ਲੜੀ 'ਚ ਹੀ ਬੰਨ੍ਹਿਆ ਜਾਣਾ ਚਾਹੀਦਾ, ਕਿਉਂਕਿ ਇਹ ਸਾਡੀ ਭਾਈਚਾਰੇ ਦੀ ਸਮੱਸਿਆ ਹੈਗੀ ਆ ਤੇ ਅਸੀਂ ਇਹਨੂੰ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਉਹ ਨਜਿੱਠੀਏ। ਨੁਮਾਇੰਦਿਆਂ ਨੂੰ ਇਹਦੇ ਲਈ ਅਸੀਂ ਪ੍ਰਸ਼ਨ ਪੁੱਛੀਏ, ਹਨਾ, ਤਾਂ ਕਿ ਫਿਰ ਜਿਹੜਾ ਬਣਦਾ ਹੱਲ ਆ, ਜਿਹੜਾ ਬਣਦਾ ਹੱਕ ਆ ਵਿਦਿਆਰਥੀਆਂ ਦਾ, ਉਹਨਾਂ ਨੂੰ ਉਹ ਮਿਲ ਸਕੇ। ਜੀ ਬਿਲਕੁਲ। ਜਿਸ ਕਾਰਨ ਕੀ ਕਹਿਣਾ ਚਾਹੋਗੇ ਅਖੀਰ 'ਚ? ਜੀ, ਮੈਂ ਇਸੇ ਗੱਲ ਦੇ ਵਿੱਚ ਇੱਕ ਥੋੜੀ ਚੀਜ਼ ਐਡ ਕਰਨਾ ਚਾਹੂੰਗਾ ਵੀ ਜਿੰਨਾ ਚਿਰ ਤੱਕ ਆਪਾਂ ਉਹ ਇੱਕ ਪਾੜਾ ਸੋਚ ਕੇ ਚੱਲਦੇ ਆਂ ਵੀ ਉਹ ਸਟੂਡੈਂਟ ਨੇ ਅਸੀਂ ਪੱਕੇ ਆ ਜਾਂ ਅਸੀਂ ਸਟੂਡੈਂਟ ਆ ਉਹ ਪੱਕੇ ਨੇ, ਹਨਾ, ਉਹਨਾਂ ਚਿਰ ਤੱਕ ਇਕਜੁੱਟਤਾ ਨਹੀਂ ਹੋਊਗੀ। ਜਿੰਨਾ ਚਿਰ ਤੱਕ ਉਹ ਤੇ ਅਸੀਂ ਦੀ ਬਜਾਏ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਹੈਗੇ, ਉਹਨਾਂ ਚਿਰ ਤੱਕ ਇਹ ਚੀਜ਼ ਦਾ ਹੱਲ ਨਹੀਂ ਨਿਕਲਣਾ ਹੈਗਾ। ਜੇ ਜਿਹੜੇ ਨੁਮਾਇੰਦੇ ਨੇ, ਜਿਹੜੇ MLAs ਨੇ, MPs ਨੇ, ਜੇ ਉਹ ਸਟੂਡੈਂਟ ਦੀ ਅੱਜ ਆਵਾਜ਼ ਨਹੀਂ ਸੁਣ ਰਹੇ ਹੈਗੇ, ਕਾਰਨ ਕੀ? ਕਿਉਂਕਿ ਉਹ ਵੋਟਾਂ ਨਹੀਂ ਹੈਗੇ। ਪਰ ਜਿਨ੍ਹਾਂ ਬੰਦਿਆਂ ਦੀਆਂ ਵੋਟਾਂ ਬਣੀਆਂ, ਜਿਹੜੇ ਆਲਰੇਡੀ ਸਿਟੀਜ਼ਨ ਹੈਗੇ ਨੇ, ਉਹ ਇਹ ਸਮਝ ਲੈਣ ਵੀ ਸਾਡੇ ਬੱਚੇ ਨੇ, ਸਾਡੇ ਬੱਚੇ ਨੇ ਜਿਹੜੇ ਸੜਕਾਂ ਤੇ ਪਏ ਨੇ। ਜੇ ਹੁਣ ਆਪਾਂ ਦੇਖੀਏ ਥੋੜੇ ਜਿਹੇ ਦਿਨ ਪਹਿਲਾਂ ਉੱਥੇ ਬਰੈਂਪਟਨ ਦੇ ਵਿੱਚ ਜਿਹੜਾ ਸਕਾਰਬਰੋ ਵਾਲਾ ਏਰੀਆ ਸੀ, ਉੱਥੇ ਟੋਰਨੇਡੋ ਆਇਆ ਸੀ, ਉੱਥੇ ਬਹੁਤ ਤੂਫਾਨ ਆਇਆ ਸੀਗਾ। ਉਹ ਬੱਚੇ ਫਿਰ ਵੀ ਉਸ ਤੂਫਾਨ ਦੇ ਵਿੱਚ ਰਾਤ ਨੂੰ ਬੈਠੇ, ਉਹਨਾਂ ਨੇ ਮਤਲਬ ਉੱਥੇ ਬੈਠਣਾ ਪਿਆ, ਉਹਨਾਂ ਆਪਣੇ ਹੱਕਾਂ ਦੇ ਲਈ ਬੈਠੇ ਸੀ, ਕਿਉਂਕਿ ਉਹਨਾਂ ਨੂੰ ਆਪਦਾ ਭਵਿੱਖ ਜਿਹੜਾ ਉਹ ਬਿਲਕੁਲ ਕਾਲਾ ਦਿਖ ਰਿਹਾ ਸੀਗਾ। ਸੋ ਉਹ ਚੀਜ਼ ਨੂੰ ਆਪਾਂ ਇੱਕ ਆਵਾਜ਼ ਬਣੀਏ, ਸਾਰੇ ਜਾਣੇ ਇਕੱਠੇ ਹੋ ਕੇ ਈਮੇਲਸ ਆਪਾਂ ਆਪਦੇ ਬਿਹਾਫ ਦੇ ਉੱਤੇ ਭੇਜੀਏ, ਸੋਸ਼ਲ ਮੀਡੀਆ ਦੇ ਉੱਤੇ ਪਾਈਏ, ਹੈਸ਼ਟੈਗ ਚਲਾ ਸਕਦੇ ਆ, ਟਵਿੱਟਰ ਦੇ ਉੱਤੇ ਕਰ ਸਕਦੇ ਆ, ਜਿਵੇਂ ਕਿਸਾਨ ਅੰਦੋਲਨ ਵੇਲੇ ਟਵੀਟਾਂ ਕੀਤੀਆਂ ਸੀਗੀਆਂ, ਉਹ ਮੇਰੀਆਂ ਟਵੀਟਾਂ ਹੁਣ ਵੀ ਹੋ ਸਕਦੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਮੁਹਿੰਮ ਬਣੇ ਤਾਂ ਜੋ ਜਵਾਕਾਂ ਨੂੰ ਜਿਹੜਾ ਖੱਜਲ ਨਾ ਹੋਣਾ ਪਵੇ, ਆਪਦੇ ਭਵਿੱਖ ਵਾਸਤੇ ਘੱਟੋ ਘੱਟ ਜੇ ਉਹ ਜਿਹੜੀ ਚੀਜ਼ ਉੱਤੇ ਫੋਕਸ ਕਰਨ ਆਏ ਨੇ ਉਹ ਚੀਜ਼ ਉੱਤੇ ਫੋਕਸ ਕਰ ਸਕਣ। ਬਿਲਕੁਲ। ਥੈਂਕ ਯੂ ਸੋ ਮਚ ਜਸਕਰਨ ਤੇ ਜਸ਼ਨ, ਨਾਲ ਜੁੜਨ ਦੇ ਲਈ ਸ਼ੁਕਰੀਆ। ਮਿਹਰਬਾਨੀ। ਸੋ ਵਿਦਿਆਰਥੀਆਂ ਦੇ ਫਿਊਚਰ ਦੀ ਗੱਲ ਹੈ, ਔਰ ਹਮੇਸ਼ਾ ਜਦੋਂ ਅਸੀਂ ਸ਼ੋਅ ਕਰਦੇ ਹਾਂ, ਕੋਈ ਵੀ ਨਿਊਜ਼ ਚਲਾਉਂਦੇ ਹਾਂ, ਤੇ ਸਾਡੀ ਪ੍ਰਾਇੋਰਟੀ ਹੁੰਦੀ ਹੈ ਕਿ ਕੋਈ ਅਜਿਹਾ ਮਸਲਾ ਹੈਗਾ ਜਿਹੜਾ ਕਿ ਬਾਰ-ਬਾਰ ਆ ਰਿਹਾ, ਪਨਪ ਰਿਹਾ, ਉਹਦੇ ਹੱਲ ਵੱਲ ਜਾਈਏ। ਵਿਦਿਆਰਥੀਆਂ ਦਾ ਮਸਲਾ ਵੀ ਕੁਝ ਅਜਿਹਾ ਹੀ ਹੈ। ਕੈਨੇਡੀਅਨ ਕਾਲਜਾਂ ਦੇ ਵਿੱਚ ਜਿਹੜੀ ਇਹਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ, ਉਹਦਾ ਹੁਣ ਹੱਲ ਨਿਕਲਣਾ ਜ਼ਰੂਰੀ ਹੈ, ਕਿਉਂਕਿ ਇਹ ਖੱਜਲ ਖੁਆਰੀ ਹੁਣ ਮਹੀਨੇ ਬਾਅਦ ਨਿਕਲਣ ਲੱਗ ਗਈ ਹੈ। ਕਦੀ ਕਿਸੇ ਕਾਲਜ ਦਾ ਰੌਲਾ, ਕਦੇ ਕਿਸੇ ਕਾਲਜ ਦਾ ਰੌਲਾ। ਇਸ ਵੇਲੇ ਅਸੀਂ ਵਿਦਿਆਰਥੀਆਂ ਨੂੰ ਦੇਖਿਆ ਵੀ ਭੁਚਾਲ ਆ ਜਾਵੇ, ਕੁਛ ਵੀ ਆ ਜਾਵੇ, ਵਿਚਾਰੇ ਉੱਥੇ ਹੀ ਟਿਕੇ ਹੋਏ ਨੇ, ਆਪਣੇ ਹੱਕਾਂ ਦੀ ਜਿਹੜੀ ਮੰਗ ਕਰ ਰਹੇ ਨੇ, ਔਰ ਹੱਕ ਜਾਇਜ਼ ਨੇ, ਜਿਹੜੇ ਕਿ ਉਹਨਾਂ ਨੂੰ ਕਹੇ ਗਏ ਸੀ। ਇਨਰੋਲਮੈਂਟ ਦਾ ਇਸ਼ੂ ਹੈ, ਅੱਗੇ ਉਹਨਾਂ ਨੇ ਵਰਕ ਪਰਮਿਟ ਲੈਣੇ ਆ, ਔਰ ਕਾਲਜ ਵਿੱਚ ਵਿਚਾਲੇ ਲਿਆ ਕੇ ਉਹਨਾਂ ਨੂੰ ਖੱਜਲ ਖੁਆਰ ਕਰ ਦਿੰਦੇ ਨੇ। ਅਜਿਹੇ ਹੀ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਭਾਰਤ ਦੇ ਵਿੱਚ ਬੈਠੇ ਹੋਏ ਨੇ, ਜਿਨ੍ਹਾਂ ਨੇ ਇੱਥੇ ਇੰਨੀਆਂ ਫੀਸਾਂ ਭਰੀਆਂ, ਜਿਹੜੇ ਕਿ ਇੰਤਜ਼ਾਰ ਕਰ ਰਹੇ ਸੀਗੇ ਵੀ ਇਸ ਸਮੈਸਟਰ ਦੇ ਵਿੱਚ, ਜਿਵੇਂ ਕਿ ਕਾਲਜ ਨੇ ਕਿਹਾ ਸੀ ਵੀ ਇਸ ਸਮੈਸਟਰ 'ਚ ਤੁਸੀਂ ਸਾਰੇ ਜਿਹੜੇ ਆ ਇੱਥੇ ਆ ਸਕਦੇ ਹੈਗੇ ਹੋ, ਸਟਾਰਟ ਕਰ ਸਕਦੇ ਹੋ ਆਪਣੀ ਸਟੱਡੀ। ਪਰ ਉਹਨਾਂ ਨੂੰ ਇਹ ਕਹਿ ਕੇ ਫਿਰ ਤੋਂ ਵਿੱਚ ਵਿਚਾਲੇ ਰੋਕ ਦਿੱਤਾ ਗਿਆ ਵੀ ਹੁਣ ਜਨਵਰੀ ਦੇ ਵਿੱਚ ਤੁਹਾਡਾ ਅਗਲਾ ਸਮੈਸਟਰ ਅਸੀਂ ਸ਼ੁਰੂ ਕਰਾਂਗੇ, ਹਜੇ ਨਹੀਂ ਕਰ ਸਕਦੇ, ਇਸ ਸਮੈਸਟਰ ਦੇ ਵਿੱਚ ਸਾਡੇ ਕੋਲ ਥਾਂ ਨਹੀਂ ਹੈਗੀ। ਉਹ ਫਿਰ ਅਗਲੇ ਸਾਲ ਤੱਕ ਉਹਨਾਂ ਦਾ ਭਵਿੱਖ ਚਲਾ ਗਿਆ। ਉਹ ਪਰਿਵਾਰ ਜਿਨ੍ਹਾਂ ਨੇ ਕਰਜ਼ੇ ਚੱਕ ਕੇ ਫੀਸਾਂ ਭਰੀਆਂ, ਰਵਿੰਦਰ ਬੱਗਾ ਜੀ ਜਿਹੜੇ ਕਿ ਫੇਸਬੁੱਕ ਦੇ ਉੱਤੇ, ਜਿਨ੍ਹਾਂ ਦਾ ਮੈਂ ਹੁਣੇ ਕਮੈਂਟ ਭਰ ਰਹੀ ਸੀ, ਉਹਨਾਂ ਨੇ ਲਿਖਿਆ ਵੀ ਕਿਵੇਂ ਉਹਨਾਂ ਨੇ ਆਪਣੀ ਬੱਚੇ ਦੀਆਂ ਜਿਹੜੀਆਂ ਨੇ ਫੀਸਾਂ ਭਰੀਆਂ ਨੇ ਤੇ ਸਟਿਲ ਉਹਨਾਂ ਦੇ ਬੱਚੇ ਨੂੰ ਨਾ ਵਰਕ ਪਰਮਿਟ ਮਿਲ ਰਿਹਾ, ਨਾ ਅੱਗੇ ਦਾ ਕੋਈ ਫਿਊਚਰ ਦਿਖਾਈ ਦੇ ਰਿਹਾ। ਹੁਣ ਜਦੋਂ ਇੰਨਾ ਫਿਊਚਰ ਦਾਅ ਤੇ ਲੱਗ ਜਾਂਦਾ ਤਾਂ ਬੱਚੇ ਕਿਹੜੇ ਰਾਹ ਜਾਣ?
ਇਹਦਾ ਜਵਾਬ ਪੋਲੀਟੀਸ਼ੀਅਨ ਬਿਹਤਰ ਦੇ ਸਕਦੇ ਨੇ। ਸਿਆਸਤਦਾਨ ਇਹ ਜ਼ਰੂਰ ਇੰਟਰਵਿਊ ਨੂੰ ਪਲੀਜ਼ ਗੌਰ ਕਰਿਓ ਤੇ ਇਹ ਜਿਹੜਾ ਇੰਨਾ ਸਟੂਡੈਂਟ ਖੱਜਲ ਖੁਆਰ ਹੋ ਰਿਹਾ ਹੈ, ਬਾਰ-ਬਾਰ ਹੋ ਰਿਹਾ ਹੈ, ਹਰ ਕਾਲਜ ਵੱਲੋਂ ਹੋ ਰਿਹਾ ਹੈ, ਇਹਦਾ ਹੱਲ ਕਿਹਨੇ ਕੱਢਣਾ? ਐਟਲੀਸਟ ਇਹਨਾਂ ਨੂੰ ਇਹ ਦੱਸ ਦਿਓ ਵੀ ਜੇ ਤੁਹਾਡੇ ਹੱਥ ਬੰਨੇ ਹੋਏ ਆ, ਤੁਸੀਂ ਨਹੀਂ ਕੁਝ ਕਰ ਸਕਦੇ ਤਾਂ ਇਹਨਾਂ ਨੂੰ ਕੋਈ ਹੋਰ ਰਸਤਾ ਦਿਖਾਓ, ਇਹ ਕਿਸੇ ਹੋਰ ਰਸਤੇ ਪੈ ਕੇ ਆਪਣੇ ਹੱਲ ਕੱਢਣ। ਜੇ ਇਹਨਾਂ ਨੂੰ ਇਹ ਹੈ ਵੀ ਸਿਆਸਤਦਾਨਾਂ ਦੇ ਕੰਨਾਂ ਤੱਕ ਆਵਾਜ਼ ਹੀ ਨਹੀਂ ਜਾ ਪਾ ਰਹੀ, ਕਿਉਂਕਿ ਸਿਆਸਤਦਾਨ ਪੋਲਿਟਿਕਸ ਦੇ ਵਿੱਚ ਜਾਂ ਆਪਣੇ ਇਲੈਕਸ਼ਨਾਂ ਦੇ ਵਿੱਚ ਬਿਜ਼ੀ ਨੇ ਤੇ ਇਲੈਕਸ਼ਨਸ ਦੇ ਵਿੱਚ ਸਟੂਡੈਂਟ ਵੱਲ ਧਿਆਨ ਤਾਂ ਨਹੀਂ ਜਾਂਦਾ ਕਿਉਂਕਿ ਹਜੇ ਉਹਨਾਂ ਦੀ ਵੋਟ ਨਹੀਂ ਬਣੀ। ਸੋ ਇਸ ਚੀਜ਼ ਵੱਲ ਜ਼ਰੂਰ ਗੌਰ ਕਰਿਓ ਕਿਉਂਕਿ ਕਦੇ ਨਾ ਕਦੇ ਤਾਂ ਇਹ ਵੋਟ ਬਣਨਗੇ ਜਿਹੜੇ ਕੈਨੇਡਾ ਆ ਗਏ ਨੇ। ਸੋ ਇਹ ਕਾਲਜਾਂ ਦੀ ਜਿਹੜੀ ਫਰਾਡ ਵਾਲੀ ਖੱਜਲ ਖੁਆਰੀ ਹੈ, ਇਹੀ ਸਿਰਫ ਉਮੀਦ ਕਰ ਸਕਦੇ ਹਾਂ ਔਰ ਇਹੀ ਰਿਕੁਐਸਟ ਕਰਦੇ ਹਾਂ ਪਲੀਜ਼ ਇਹਨਾਂ ਬੱਚਿਆਂ ਨੂੰ ਇਸ ਤੋਂ ਬਾਹਰ ਕੱਢੋ ਤਾਂ ਕਿ ਉਹ ਕੈਨੇਡਾ ਦੇ ਵਿੱਚ ਆਉਂਦੇ ਨੇ ਆਪਣਾ ਭਵਿੱਖ ਲੈ ਕੇ, ਸੋਹਣੇ ਭਵਿੱਖ ਦੀ ਕਾਮਨਾ ਕਰਕੇ ਉਹ ਸੋਹਣਾ ਭਵਿੱਖ ਬਣਾ ਕੇ ਜਾਣ ਤੇ ਬਾਕੀ ਕੰਟਰੀਜ਼ ਨੂੰ ਤੇ ਬਾਕੀ ਇੰਡੀਆ ਦੇ ਵਿੱਚ ਬੈਠੇ ਪਰਿਵਾਰਾਂ ਨੂੰ ਦੱਸਣ ਕਿ ਕੈਨੇਡਾ ਨੇ ਸਾਨੂੰ ਬਹੁਤ ਸੋਹਣਾ ਸਾਂਭਿਆ ਹੋਇਆ ਹੈ। ਇਜਾਜ਼ਤ ਦਿਓ, ਕੱਲ ਫਿਰ ਮਿਲਦੇ ਹਾਂ ਦਾ ਮਾਰਨਿੰਗ ਸ਼ੋਅ ਦੇ ਵਿੱਚ। ਕੋਸ਼ਿਸ਼ ਕਰਾਂਗੇ ਇਸੇ ਮੁੱਦੇ ਮੁਤਲਕ ਅਸੀਂ ਕਿਸੇ ਪੋਲੀਟੀਸ਼ੀਅਨ ਨੂੰ ਇੱਥੇ ਬਿਠਾ ਸਕੀਏ ਕੱਲ ਸ਼ੋਅ ਦੇ ਵਿੱਚ ਤੇ ਉਹਨਾਂ ਤੋਂ ਇਸ ਸੰਬੰਧੀ ਜਵਾਬ ਲੈ ਸਕੀਏ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।